हाँ जी, नमस्कार, राम राम, सत श्री अकाल जी। ਵੈਲਕਮ ਟੂ ਦੀ ਆਫੀਸ਼ੀਅਲ ਪਲੇਟਫਾਰਮ ਆਫ ਗਿਆਨਮ ਪੰਜਾਬ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਇਸ ਪਿਆਰੇ ਜਿਹੇ ਚੈਨਲ ਦੇ ਉੱਪਰ। ਤਾਂ ਜਿਨੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਜਿਹੜਾ ਚੈਨਲ ਤੇ ਨਵਾਂ ਆਇਆ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਵੀ ਸਾਰਿਆਂ ਨੇ। ਬੈਲ ਆਈਕਨ ਤੇ ਵੀ ਕਲਿੱਕ ਕਰਨਾ ਹੈ ਤਾਂ ਕਿ ਹਰ ਇੱਕ ਕਲਾਸ ਦੀ ਨੋਟੀਫਿਕੇਸ਼ਨ ਟਾਈਮਲੀ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਣੇ ਕੋਲ ਪੀਐਸ ਟੈਟ ਦਾ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਜਾਰੀ ਹੋ ਚੁੱਕਿਆ ਹੈ। ਆਪਾਂ ਨੂੰ ਇੱਕ ਆਫੀਸ਼ੀਅਲ ਡੇਟ ਦੇ ਦਿੱਤੀ ਗਈ ਹੈ, ਦੈਟ ਇਜ਼ 15th of March। ਸੋ ਉਹਦੇ ਰਿਗਾਰਡਿੰਗ ਆਪਣਾ ਜਿਹੜਾ ਕੋਰਸ ਹੈ ਉਹ ਲਾਂਚ ਹੋ ਚੁੱਕਿਆ ਹੈ। 27 ਜਨਵਰੀ ਤੋਂ ਆਪਣਾ ਜਿਹੜਾ ਪੇਡ ਬੈਚ ਹੈ ਉਹ ਸਟਾਰਟ ਹੋ ਜਾਏਗਾ ਆਪਣੀ ਐਪ ਦੇ ਉੱਪਰ। ਸੋ ਫਟਾਫਟ ਗਿਆਨਮ ਐਪ ਨੂੰ ਵੀ ਡਾਊਨਲੋਡ ਕਰ ਲਓ। ਅੱਜ ਆਪਾਂ ਡਿਸਕਸ ਕਰਾਂਗੇ ਪੇਪਰ 1 ਦਾ ਈਵੀਐਸ ਪੋਰਸ਼ਨ ਜੋ ਆਪਣਾ ਹੈਲਡ ਹੋਇਆ ਸੀਗਾ 1 ਦਸੰਬਰ 2024 ਨੂੰ, ਹੈ ਨਾ। ਤਾਂ ਉਸ ਪੇਪਰ ਨੂੰ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਕੁਝ ਕੁਐਸਚਨਸ ਆਪਾਂ ਡਿਸਕਸ ਕਰਾਂਗੇ ਅੱਜ। ਤਾਂ ਫਟਾਫਟ ਇੱਕ ਵਾਰੀ ਕਨਫਰਮੇਸ਼ਨ ਦੇ ਦਿਓ ਆਡੀਓ ਵੀਡੀਓ ਸਾਰਿਆਂ ਨੂੰ ਕਲੀਅਰ ਹੈ। ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਾਂ ਡਿਸਕਸ ਕਰਾਂਗੇ, ਪੇਪਰ ਨੂੰ ਵੀ ਡਿਸਕਸ ਕਰਾਂਗੇ ਤੇ ਆਪਣਾ ਜਿਹੜਾ ਈਵੀਐਸ ਦਾ ਪੋਰਸ਼ਨ ਹੈ ਉਹਨੂੰ ਵੀ ਬੜੇ ਆਪਾਂ ਵਧੀਆ ਢੰਗ ਦੇ ਨਾਲ, ਸੁਚੱਜੇ ਢੰਗ ਦੇ ਨਾਲ ਕੰਪਲੀਟ ਕਰਾਂਗੇ। ਠੀਕ ਹੈ, ਤਾਂ ਆਜੋ ਫਿਰ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਸੈਸ਼ਨ। ਤਾਂ ਹੁਣ ਦੇਖੋ, ਜਿੰਨੀ ਵੀ ਆਪਾਂ ਈਵੀਐਸ ਪੜਾਂਗੇ ਨਾ, ਉਹ ਈਵੀਐਸ ਜਿਹੜੀ ਆਪਣੀ ਇਹਨਾਂ 6 ਥੀਮਸ ਦੇ ਉੱਪਰ ਘੁੰਮਦੀ ਹੈ। ਫੈਮਿਲੀ ਐਂਡ ਫਰੈਂਡਸ ਹੋ ਗਈ, ਫੂਡ ਹੋ ਗਿਆ, ਆਪਣਾ ਵਾਟਰ ਹੋ ਗਿਆ, ਸ਼ੈਲਟਰ ਹੋ ਗਿਆ, ਟਰੈਵਲ ਹੋ ਗਿਆ, ਥਿੰਗਸ ਵੀ ਮੇਕ ਐਂਡ ਡੂ, ਹੈ ਨਾ। ਸਾਰੀ ਈਵੀਐਸ ਤੁਸੀਂ ਦੇਖੋਗੇ, ਜਦੋਂ ਤੁਸੀਂ ਇਹ 6 ਥੀਮਸ ਬਾਰੇ ਦੇਖੋਗੇ ਨਾ, ਤਾਂ ਹਰ ਇੱਕ ਪਾਰਟ ਆਪਣਾ ਕੀ ਹੈ ਕਵਰ ਹੋਏਗਾ ਇਹਦੇ ਵਿੱਚ। ਆਜੋ ਹੁਣ ਫਸਟ ਕੁਐਸਚਨ ਹੈ ਜੀ ਤੁਹਾਡੀ ਸਕਰੀਨ ਤੇ। ਚਲੋ, ਸੋ ਪਹਿਲਾ ਕੁਐਸਚਨ ਆਪਾਂ ਨੂੰ ਕੀ ਬੋਲ ਰਿਹਾ ਹੈ, the farmers first prepare their fields to sow the seeds। ਠੀਕ ਹੈ, ਸਭ ਤੋਂ ਪਹਿਲਾਂ ਕੀ ਕਰਦੇ ਹੈ, ਆਪਦੀਆਂ ਫਸਲਾਂ ਨੂੰ ਉਗਾਉਣ ਵਾਸਤੇ ਸਭ ਤੋਂ ਪਹਿਲਾਂ ਕੀ ਬੀਜਿਆ ਜਾਂਦਾ ਹੈ, ਬੀਜ ਬੀਜਿਆ ਜਾਂਦਾ ਹੈ। for this they dig the soil, loosen it and make it soft। ਤਾਂ ਇਹਦੇ ਵਾਸਤੇ ਕੀ ਕਰਦੇ ਹਨ, ਉਹ ਮਿੱਟੀ ਨੂੰ ਖੋਦਦੇ ਹਨ, ਇਸ ਨੂੰ ਢਿੱਲੀ ਕਰਦੇ ਹਨ ਅਤੇ ਇਸ ਨੂੰ ਨਰਮ ਬਣਾਉਂਦੇ ਹਨ। ਤਾਂ ਇਸ ਪ੍ਰਕਿਰਿਆ ਨੂੰ, ਇਸ ਪ੍ਰੋਸੈਸ ਨੂੰ ਦੱਸਣਾ ਹੈ, ਇਹਨੂੰ ਕੀ ਬੋਲਿਆ ਜਾਂਦਾ ਹੈ। ਕੀ ਇਹਨੂੰ ਆਪਾਂ ਕਲਟੀਵੇਸ਼ਨ ਬੋਲਦੇ ਹਾਂ, ਕਾਸ਼ਤ ਜਿਹਨੂੰ ਬੋਲਿਆ ਜਾਂਦਾ ਹੈ, ਪਲਾਈਂਗ ਹੈ ਨਾ, ਹੱਲ ਵਾਹੁਣਾ, ਗਰੋਵਿੰਗ ਜਾਂ ਮਿਨਰਲਾਈਜੇਸ਼ਨ। ਤਾਂ ਕਰੋ ਵੀ ਫਟਾਫਟ ਆਨਸਰ, ਇਸ ਕੁਐਸਚਨ ਦਾ ਆਨਸਰ ਕੀ ਬਣੇਗਾ। ਤਾਂ ਜਦੋਂ ਕਦੇ ਵੀ ਆਪਾਂ ਕੀ ਕਰਨਾ ਹੁੰਦਾ ਹੈ, ਆਪਣੇ ਬੀਜ ਨੂੰ ਬੀਜਣਾ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਸਾਨੂੰ ਖੇਤ ਦੀ ਤਿਆਰੀ ਕਰਨੀ ਪੈਂਦੀ ਹੈ, ਮਿੱਟੀ ਦੀ ਤਿਆਰੀ ਕਰਨੀ ਪੈਂਦੀ ਹੈ ਨਾ। ਅਸੀਂ ਕਹਿੰਦੇ ਆ ਜੀ, ਅਸੀਂ ਆਪਦੀ ਜਿਵੇਂ ਕਣਕ ਹੋ ਗਈ, ਝੋਨਾ ਹੋ ਗਿਆ, ਅਸੀਂ ਉਹਨੂੰ ਬੀਜਣਾ ਹੈ, ਤਾਂ ਸਾਨੂੰ ਪਹਿਲਾਂ ਕੀ ਕਰਨਾ ਪਊਗਾ, ਉਸ ਮਿੱਟੀ ਨੂੰ ਇਹੋ ਜਿਹਾ ਬਣਾਉਣਾ ਪਊਗਾ ਤਾਂ ਕਿ ਜਿਹੜਾ ਸੀਡ ਹੈ ਉਹ ਚੰਗੇ ਤਰੀਕੇ ਨਾਲ ਆਪਣਾ ਕੱਲ ਨੂੰ ਉੱਗ ਸਕੇ, ਹੈ ਨਾ। ਤਾਂ ਉਹਨੂੰ ਆਪਾਂ ਕੀ ਬੋਲਾਂਗੇ, ਆਪਣੀ ਮਿੱਟੀ ਨੂੰ ਆਪਾਂ ਲੂਜ਼ ਕਰਨਾ ਹੁੰਦਾ ਹੈ ਪ੍ਰੋਪਰ, ਤਾਂ ਕਿ ਏਅਰੇਸ਼ਨ, ਆਕਸੀਜਨ ਜਿਹੜੀ ਹੈ ਉਹ ਪ੍ਰੋਪਰ ਆਪਣੇ ਕੋਲ ਆਪਣੀ ਜੜ੍ਹਾਂ ਤੱਕ ਪਹੁੰਚ ਸਕੇ, ਪਾਣੀ ਜਿਹੜਾ ਹੈ ਉਹ ਆਪਣੀ ਜੜ੍ਹਾਂ ਤੱਕ ਪਹੁੰਚ ਸਕੇ। ਮਿੱਟੀ ਅਗਰ ਹਾਰਡ ਹੋਏਗੀ ਤਾਂ ਆਪਣਾ ਜਿਹੜਾ ਬੀਜ ਹੈ ਉਹ ਕਿਵੇਂ ਜਰਮੀਨੇਟ ਕਰੇਗਾ, ਨਹੀਂ ਕਰ ਸਕਦਾ ਨਾ। ਸੋ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ, ਮਿੱਟੀ ਨੂੰ ਤਿਆਰ ਕਰਨਾ ਪਏਗਾ, ਸੋਇਲ ਨੂੰ ਪ੍ਰਿਪੇਅਰ ਕਰਨਾ ਪਏਗਾ। ਉਸ ਪ੍ਰੋਸੈਸ ਨੂੰ ਕੀ ਬੋਲਿਆ ਜਾਂਦਾ ਹੈ, ਜਿਹਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਸੋਇਲ ਨੂੰ ਡਿਗ ਕੀਤਾ ਜਾਂਦਾ ਹੈ ਨਾ, ਲੂਜ਼ ਕੀਤਾ ਜਾਂਦਾ ਹੈ ਤੇ ਇਹਨੂੰ ਸੌਫਟ ਬਣਾਇਆ ਜਾਂਦਾ ਹੈ। ਸੋ ਉਸ ਪ੍ਰੋਸੈਸ ਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਨੋਨ ਐਸ ਪਲਾਈਂਗ, ਹੈ ਨਾ। ਕਲਟੀਵੇਸ਼ਨ ਕਿਉਂ ਨਹੀਂ ਹੈਗਾ, ਕਿਉਂਕਿ ਪੂਰੀ ਓਵਰਆਲ ਜਿਹੜਾ ਪ੍ਰੋਸੈਸ ਹੈਗਾ ਆਪਣੇ ਕੋਲ, ਪੂਰਾ ਓਵਰਆਲ ਪ੍ਰੋਸੈਸ ਨੂੰ ਆਪਾਂ ਕਾਸ਼ਤ ਬੋਲਦੇ ਹਾਂ, ਕਲਟੀਵੇਸ਼ਨ ਬੋਲਦੇ ਹਾਂ। ਪਲਾਈਂਗ ਉਹਦਾ ਇੱਕ ਪਾਰਟ ਹੈ, ਤਾਂ ਉਹੀ ਪਾਰਟ ਇਹਨਾਂ ਨੇ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਹੋਇਆ ਹੈ। ਠੀਕ ਹੈ, ਗਰੋਵਿੰਗ ਕੋਈ ਸਾਇੰਟਿਫਿਕ ਟਰਮ ਆਪਾਂ ਇਹਦੇ ਰਿਲੇਟਡ ਨਹੀਂ ਲੈ ਕੇ ਚੱਲਦੇ। ਐਂਡ ਮਿਨਰਲਾਈਜੇਸ਼ਨ, ਮਿਨਰਲਾਈਜੇਸ਼ਨ ਦਾ ਮਤਲਬ ਹੁੰਦਾ ਹੈ ਮਿਨਰਲਸ ਨੂੰ ਰਿਲੀਜ਼ ਕਰਨਾ, ਹੈ ਨਾ। ਆਪਾਂ ਕਹਿੰਦੇ ਆ ਨਾ ਜੀ, ਆਪਣੇ ਪੋਸ਼ਕ ਤੱਤਵ ਹੁੰਦੇ ਹੈ ਉਹਨਾਂ ਨੂੰ ਆਪਣੀ ਜ਼ਮੀਨ ਦੇ ਵਿੱਚ ਰਿਲੀਜ਼ ਕਰਵਾਉਣਾ ਆਪਣੇ ਡੀਕੰਪੋਜ਼ਰ ਦੇ ਦੁਆਰਾ, ਅਪਘਟਕਾਂ ਦੁਆਰਾ, ਉਹਨੂੰ ਆਪਾਂ ਬੋਲਦੇ ਹਾਂ ਦੈਟ ਇਜ਼ ਨੋਨ ਐਸ ਮਿਨਰਲਾਈਜੇਸ਼ਨ। ਸੋ ਇੱਥੇ ਆਪਾਂ ਮਿੱਟੀ ਨੂੰ ਤਿਆਰ ਕਰ ਰਹੇ ਹਾਂ, ਕੋਈ ਵੀ ਮਿਨਰਲਸ ਐਡ ਨਹੀਂ ਕਰ ਰਹੇ। ਸੋ ਇਸ ਕਰਕੇ ਇਹਦਾ ਆਨਸਰ ਕੀ ਬਣ ਜਾਏਗਾ, ਦੈਟ ਇਜ਼ ਆਪਸ਼ਨ ਨੰਬਰ 2, ਪਲਾਈਂਗ।
बोलो भी गल क्लीयर हुई की बोलते हैं आप उस प्रोसैस नूं की नाम दिंदे हां। चलो तो चलते हैं फिर आप अगले क्वेश्चन पे। अगला क्वेश्चन है जी अपने को, द ऑब्जेक्टिव ऑफ स्कीम लॉन्च्ड बाय सेंट्रल गवर्नमेंट इन 1975 वाज इंप्रूवमेंट इन न्यूट्रिशन एंड हेल्थ ऑफ द चिल्ड्रन। ਕੇਂਦਰੀ ਸਰਕਾਰ ਵੱਲੋਂ 1975 ਵਿੱਚ ਸ਼ੁਰੂ ਕੀਤੀ ਗਈ ਇੱਕ ਯੋਜਨਾ ਦਾ ਉਦੇਸ਼ ਬੱਚਿਆਂ ਦੇ ਪੋਸ਼ਣ ਅਤੇ ਸਿਹਤ ਵਿੱਚ ਸੁਧਾਰ ਸੀਗਾ। ਠੀਕ ਹੈ ਜੀ, ਬਿਲਕੁਲ ਸਹੀ ਹੈ। 1975 ਵਿੱਚ ਆਪਣੀ ਸੈਂਟਰਲ ਗਵਰਨਮੈਂਟ ਇੱਕ ਸਕੀਮ ਪਾਸ ਕੀਤੀ ਸੀ ਜਿਹਦੇ ਵਿੱਚ ਆਪਾਂ 0 ਤੋਂ ਲੈ ਕੇ 6 ਸਾਲ ਦੇ ਬੱਚਿਆਂ ਤੱਕ ਨਰਸਿੰਗ ਮਦਰ ਹੋਗੀ ਆਪਣੀ, ਹੈਨਾ, ਉਹਨਾਂ ਨੂੰ ਕੀ ਕਰਨਾ ਹੈ ਜੀ, ਪੋਸ਼ਣ ਪ੍ਰੋਵਾਈਡ ਕਰਨਾ ਹੈ। ਤਾਂ ਉਸ ਸਕੀਮ ਦਾ ਨਾਮ ਕੀ ਸੀਗਾ ਆਪਣੇ ਕੋਲ, ICDS। ਤਾਂ ICDS ਦੀ ਫੁੱਲ ਫਾਰਮ ਪੁੱਛੀ ਗਈ ਹੈ ਸਾਨੂੰ, ICDS ਦੀ ਫੁੱਲ ਫਾਰਮ ਕੀ ਹੁੰਦੀ ਹੈ? ਕਰੋ ਵੀ ਆਨਸਰ ਕੀ ਹੋਏਗਾ। ਹੈਨਾ, ਹੁਣ ਆਪ ਨਾਰਮਲੀ ਜਦੋਂ ਬੱਚਿਆਂ ਨੇ ਇੱਥੇ ਦੇਖਿਆ ਸੀ ਨਾ, ਉਹਨੂੰ ਕੰਫਿਊਜ਼ ਕੀਤਾ ਸੀ ਸਕੀਮ ਦੇ ਨਾਲ ਹੀ। ਦੇਖੋ ਆਪਾਂ ਨੂੰ ਜਿਹੜੇ ਆਪਸ਼ਨਸ ਉਹਦੇ ਵਿੱਚ ਸਕੀਮ ਦਿੱਤਾ ਹੋਇਆ ਹੈ। ਆਹ ਸਕੀਮ ਹੈ, ਆਹ ਤਾਂ ਨਹੀਂ ਹੈ ਆਨਸਰ। ਇੰਟੈਲੀਜੈਂਟ ਚਾਈਲਡ ਡਿਵੈਲਪਮੈਂਟ ਸਕੀਮ, ਕੋਈ ਵੀ ਇਹਦਾ ਦਾ ਨਾਮ ਨਹੀਂ ਸੀਗਾ। ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ ਕੁਝ ਹੱਦ ਤੱਕ ਆਪਣੇ ਕੋਲ ਸਹੀ ਹੈ, ਲੇਕਿਨ ਸਕੀਮ ਆਪਣੇ ਕੋਲ ਡੈਫੀਨੇਸ਼ਨ ਦੇ ਵਿੱਚ ਜਾਂ ਆਪਾਂ ਕਹੀਏ ਫੁੱਲ ਫਾਰਮ ਦੇ ਵਿੱਚ ਨਹੀਂ ਆਉਂਦਾ। ਕਿਹਦੇ ਵਿੱਚ ਆਊਗਾ? ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼। ਤਾਂ ਦੇਖੋ ਇੰਪੋਰਟੈਂਟ ਹੈ, ਇਹਨੂੰ ਧਿਆਨ ਦੇ ਵਿੱਚ ਰੱਖਿਓ। that is integrated child development services। ठीक है जी, सो आंसर क्या आ जाएगा अपने को? ऑप्शन नंबर सी। चलो मूव ऑन करते हैं अगले क्वेश्चन पे। आप The following food sources contain iron that is essential for the formation of hemoglobin in human body। अगला क्वेश्चन ਆਪਾਂ ਨੂੰ ਕੀ ਕਹਿੰਦਾ ਹੈ ਵੀ ਆਪਾਂ ਨੂੰ ਕੁਝ ਚਾਰ ਆਪਸ਼ਨ ਦਿੱਤੇ ਹੋਏ ਆ ਥੱਲੇ। ਉਹਨਾਂ ਚਾਰ ਆਪਸ਼ਨਾਂ ਦੇ ਵਿੱਚ ਇਹੋ ਜਿਹੇ ਫੂਡ ਹੈਗੇ ਆ ਜਿਨ੍ਹਾਂ ਦੇ ਵਿੱਚ ਆਇਰਨ ਯਾਨੀ ਲੋਹੇ ਦਾ ਕੰਟੈਂਟ ਜ਼ਿਆਦਾ ਹੁੰਦਾ ਹੈ, ਮੈਕਸਿਮਮ ਦੇਖਿਆ ਜਾਂਦਾ ਹੈ। क्यों लोहा क्यों जरूरी है? क्योंकि वो हीमोग्लोबिन की फॉर्मेशन वास्ते इंपॉर्टेंट रोल प्ले करता है। चलो ਇਹਦੇ ਤੇ ਹੀ ਅਗਰ ਆਪਾਂ ਤੁਹਾਡੇ ਕੋਲ ਇੱਕ ਕੁਐਸਚਨ ਪੁੱਛੀਏ ਵੀ ਜਿਹੜਾ ਆਪਣਾ ਹੀਮੋਗਲੋਬਿਨ ਹੈ ਉਹਦਾ ਫੰਕਸ਼ਨ ਕੀ ਹੈ ਨਾ, ਅਸੀਂ ਕਹਿੰਦੇ ਆ ਜੀ ਸਾਡੇ ਅਗਰ ਆਪਾਂ ਖੂਨ ਦੀ ਗੱਲ ਕਰਾਂਗੇ, ਬਲੱਡ ਦੀ ਗੱਲ ਕਰਾਂਗੇ ਤਾਂ ਬਲੱਡ ਦੇ ਵਿੱਚ ਕੀ ਕੀ ਹੁੰਦਾ ਹੈ? ਤੁਸੀਂ ਕਹੋਗੇ ਜੀ ਬਲੱਡ ਦੇ ਵਿੱਚ RBC ਵੀ ਹੁੰਦੇ ਹੈ, ਬਲੱਡ ਦੇ ਵਿੱਚ WBC ਵੀ ਹੁੰਦੇ ਹੈ ਤੇ ਪਲੇਟਲੈਟਸ ਵੀ ਹੁੰਦੇ ਹੈ ਨਾ। ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਲਾਲ ਰਕਤ ਕੋਸ਼ਿਕਾਵਾਂ, that is red blood cells, WBC ਵਾਈਟ ਬਲੱਡ ਸੈਲਸ ਹੈ ਨਾ, ਜਿਹਨੂੰ ਆਪਾਂ ਬੋਲਦੇ ਹਾਂ ਸਫੇਦ ਰਕਤ ਕੋਸ਼ਿਕਾਵਾਂ। ਫਿਰ ਪਲੇਟਲੈਟਸ ਜਿਹੜੇ ਆਪਾਂ ਨੂੰ ਜਦੋਂ ਵੀ ਕਿਸੇ ਪਰਸਨ ਦੇ ਚੋਟ ਲੱਗਦੀ ਹੈ ਉਹਨੂੰ ਖੂਨ ਨੂੰ ਜਮਾਉਣ ਦਾ ਕੰਮ ਕਰਦੇ ਹੈ ਨਾ ਪਲੇਟਲੈਟਸ। ਤਾਂ ਦੇਖੋ ਰੈੱਡ ਬਲੱਡ ਸੈੱਲ ਬੋਲਿਆ, that is RBC। ਹੁਣ ਇਹਦਾ ਖੂਨ ਲਾਲ ਕਿਉਂ ਹੈ? ਕਿਉਂਕਿ ਇਹਦੇ ਅੰਦਰ ਇੱਕ ਪਿਗਮੈਂਟ ਆਪਾਂ ਨੂੰ ਪਤਾ ਹੈ। ਉਹ ਪਿਗਮੈਂਟ ਕਿਹੜਾ ਹੈ ਜੀ? ਤੁਸੀਂ ਕਹੋਗੇ ਹੀਮੋਗਲੋबिन। ठीक है, हीमो, देखो हीमो तो ਆਪਾਂ ਨੂੰ ਇੱਕ ਟਰਮ ਯਾਦ ਆ ਰਹੀ ਹੈ, that is ਹੀਮ। ਹੀਮ ਦਾ ਮਤਲਬ ਕੀ ਹੁੰਦਾ ਆਪਣੇ ਕੋਲ? ਆਇਰਨ। ਆਇਰਨ ਦਾ ਸਿੰਬਲ ਕੀ ਹੁੰਦਾ ਆਪਣੇ ਕੋਲ? Fe ਹੈ ਨਾ। ਸੋ ਇਹ ਆਇਰਨ ਆਪਣੇ ਹੀਮੋਗਲੋबिन ਨੂੰ ਬਣਾਉਣ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਤੇ ਜਦੋਂ ਆਪਾਂ ਹੀਮੋਗਲੋबिन ਦੀ ਗੱਲ ਕਰਾਂਗੇ, ਹੀਮੋਗਲੋबिन ਕਿਉਂ ਜ਼ਰੂਰੀ ਹੈ? ਤੁਸੀਂ ਕਹੋਗੇ ਜੀ ਇਹ ਆਕਸੀਜਨ ਨੂੰ ਆਪਣੀ ਪੂਰੀ ਦੀ ਪੂਰੀ ਬਾਡੀ ਦੇ ਵਿੱਚ ਟਰਾਂਸਪੋਰਟ ਕਰਵਾਉਣ ਦਾ ਕੰਮ ਕਰਦਾ ਹੈ। ਇਹੀ ਜਿਹੜਾ ਹੀਮੋਗਲੋबिन ਹੈ ਆਕਸੀਜਨ ਦੀ ਆਵਾਜਾਈ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਆਪਣੀ ਹਰ ਇੱਕ ਕੋਸ਼ਿਕਾ ਨੂੰ ਲਗਾਤਾਰ ਆਕਸੀਜਨ ਦੀ ਨੀਡ ਹੈ ਨਾ, ਤਾਂ ਕਿ ਉਹ ਆਪਦੀ ਐਕਟੀਵਿਟੀ ਨੂੰ ਪਰਫਾਰਮ ਕਰ ਪਾਏ। ਸੋ ਜਿਹੜਾ ਇਹ ਆਇਰਨ ਹੈ, ਆਇਰਨ ਕਿਹਨੂੰ ਬਣਾਉਣ ਦਾ ਕੰਮ ਕਰ ਰਿਹਾ ਹੈ? ਹੀਮੋਗਲੋबिन। ਤੇ ਅਲਟੀਮੇਟਲੀ ਆਪਾਂ ਕਹਿੰਦੇ ਆ ਖੂਨ ਦਾ ਰੰਗ ਕੀ ਹੈ? ਲਾਲ। ਤਾਂ ਇਹੋ ਜਿਹੇ ਫੂਡ ਦੱਸਣੇ ਹੈ ਜਿਨ੍ਹਾਂ ਕਰਕੇ ਆਪਣੇ ਕੋਲ ਹੀਮੋਗਲੋबिन ਨੂੰ ਬਣਾਉਣ ਦੇ ਵਿੱਚ ਹੈਲਪ ਮਿਲਦੀ ਹੈ, ਯਾਨੀ ਜਿਨ੍ਹਾਂ ਦੇ ਵਿੱਚ ਆਇਰਨ ਹੁੰਦਾ ਹੈ ਨਾ। ਤੁਸੀਂ ਨਾ ਇੱਕ ਗੱਲ ਨੋਟ ਕੀਤੀ ਹੋਣੀ, ਜਦੋਂ ਆਪਾਂ ਸੇਬ ਨੂੰ ਕੱਟ ਕੇ ਰੱਖ ਦਿੰਨੇ ਆ ਨਾ ਤਾਂ ਆਪਾਂ ਕਹਿੰਦੇ ਜੀ ਸੇਬ ਕਾਲਾ ਹੋ ਗਿਆ, ਹਾਲਾਂਕਿ ਉਹ ਕਾਲਾ ਕੀ ਹੈ? ਰਸਟੀ ਕਲਰ ਦਾ ਹੋ ਜਾਂਦਾ ਹੈ।
ਤੇ ਆਪਾਂ ਕਹਿੰਦੇ ਆ ਜੀ ਜਦੋਂ ਲੋਹੇ ਦੀ ਗੱਲ ਕਰਾਂਗੇ, ਲੋਹੇ ਨੂੰ ਬਾਹਰ ਆਪਾਂ ਹਵਾ ਦੇ ਵਿੱਚ ਨਮੀ ਵਾਲੇ এনवायरमेंट ਦੇ ਵਿੱਚ ਰੱਖਾਂਗੇ, ਉਹਦੇ ਤੇ ਪਾਣੀ ਪੈਂਦਾ ਰਹੇਗਾ, ਹੈਨਾ, ਤਾਂ ਜੰਗ ਲੱਗ ਜਾਂਦੀ ਹੈ ਨਾ ਬ੍ਰਾਊਨਿਸ਼ ਕਲਰ ਦੀ, Fe2O3 ਆਇਰਨ ਆਕਸਾਈਡ, ਹੈਨਾ, ਜਿਹਨੂੰ ਰਸਟ ਬੋਲਦੇ ਆ। ਸੋ ਉਵੇਂ ਹੀ ਇੱਥੋਂ ਆਪਾਂ ਰਿਲੇਟ ਕਰਨਾ ਹੈ, ਇਹਨਾਂ ਦੇ ਵਿੱਚੋਂ ਕਿਹੜੇ ਫੂਡ ਨੇ ਜਿਨ੍ਹਾਂ ਦੇ ਵਿੱਚ ਆਇਰਨ ਦਾ ਕੰਟੈਂਟ ਜ਼ਿਆਦਾ ਹੁੰਦਾ ਹੈ। ਪਲਸਿਸ ਯਾਨੀ ਦਾਲਾਂ, ਮੇਵੇ, ਫਲੀਆਂ ਅਤੇ ਸੇਬ, ਇਹਨੂੰ ਹੋਲਡ ਤੇ ਰੱਖ ਦਿੰਦੇ ਆ, ਦੇਖੋ ਸੇਬ ਆ ਗਿਆ। ਮਿਲਕ, ਐਗ, ਫਿਸ਼ ਐਂਡ ਗ੍ਰੀਨ ਵੈਜੀਟੇਬਲਸ, ਆਹ ਅਗਰ ਇਹਨਾਂ ਦੀ ਗੱਲ ਕਰੀਏ ਇਹ ਪ੍ਰੋਟੀਨ ਦੇ ਰਿਚ ਸੋਰਸ ਨੇ। ਸੀ ਫੂਡ ਨਹੀਂ, ਹੈਨਾ, ਔਰੇਂਜ, ਟੋਮੈਟੋ, ਮੈਂਗੋ, ਪਪਾਇਆ ਵਿਟਾਮਿਨ ਸੀ ਦਾ ਸੋਰਸ ਹੈ ਇਹ। ਸੋ ਆਪਣੇ ਕੋਲ ਆਨਸਰ ਕੀ ਬਣ ਜਾਏਗਾ, ਆਹੀ ਆਪਸ਼ਨ ਪਿਆ ਹੈ ਪਹਿਲੇ ਵਾਲਾ। ਦਾਲਾਂ ਹੋ ਗਈਆਂ, ਆਪਣੇ ਕੋਲ ਨਟਸ, ਮੇਵੇ ਹੋ ਗਏ, ਬੀਨਸ ਹੋ ਗਏ, ਐਪਲਸ ਹੋ ਗਏ, ਤਾਂ ਬੇਸਿਕਲੀ ਇਹਦਾ ਆਨਸਰ ਕੀ ਬਣ ਜਾਏਗਾ, ਆਪਸ਼ਨ ਨੰਬਰ 1 ਇਜ਼ ਦ ਰਾइट आंसर। हाँ जी, समझ आ रही है? कोई डाउट, कोई दिक्कत है इत्थे तक तो पहला पूछो भाई। चलो चलते हैं अगले क्वेश्चन पे। अगला क्वेश्चन ਆਪਾਂ ਨੂੰ ਇੱਕ ਸਟੈਟਿਕ, ਜਿਵੇਂ ਆਪਾਂ ਕਹਿੰਦੇ ਨਾ ਸਟੈਟਿਕ ਜੀਕੇ ਦਾ क्वेश्चन ਹੁੰਦਾ, ਉਹ क्वेश्चन ਪੁੱਛਿਆ ਹੋਇਆ ਆਪਾਂ ਨੂੰ। द भाभा एटॉमिक रिसर्च सेंटर BARC, है ना, तो देखो फुल फॉर्म लग गई ਤੁਹਾਨੂੰ पता, BARC ਦੀ फुल फॉर्म ਕੀ ਹੁੰਦੀ ਹੈ, भाभा एटॉमिक रिसर्च सेंटर। ਇਹਦਾ ਮੁੱਖ ਦਫ਼ਤਰ ਕਿੱਥੇ ਹੈ, इज हेडक्वार्टर्ड इन, तो एक स्टैटिक जीके ਦਾ क्वेश्चन है, मुंबई, नागपुर, नवी दिल्ली ਤੇ लखनऊ, ठीक है। तो अपने को आंसर की आएगा जी मुंबई। सो भाभा एटॉमिक रिसर्च सेंटर ਦਾ ਹੈਡਕੁਆਟਰ ਕਿੱਥੇ ਹੈ ਆਪਣੇ ਕੋਲ, ਮੁੰਬਈ ਦੇ ਵਿੱਚ। ਤਾਂ ਦੇਖੋ भाभा एटॉमिक रिसर्च सेंटर, ठीक है, BARC। ਹੁਣ ਇੱਥੇ ਐਕਚੁਅਲ ਦੇ ਵਿੱਚ ਆਪਣੇ ਕੋਲ ਹੋਮੀ ਬਾਬਾ ਸੀਗੇ, ਉਹਨਾਂ ਦੇ ਨਾਮ ਤੇ ਇਹਨਾਂ ਦਾ ਜਿਹੜਾ ਰਿਸਰਚ ਸੈਂਟਰ ਦਾ ਨਾਮ ਰੱਖਿਆ ਗਿਆ ਹੈ ਨਾ। ਤਾਂ ਬੇਸਿਕਲੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਰਿਸਰਚ ਚੱਲ ਰਹੀਆਂ ਹੁੰਦੀਆਂ ਹੈ, ਮੈਡੀਸਿਨਸ ਨੂੰ ਲੈ ਕੇ, ਆਪਣੀ ਨਿਊਕਲੀਅਰ એનર્ਜੀ ਨੂੰ ਲੈ ਕੇ, ਠੀਕ ਹੈ ਜੀ। ਆਪਾਂ ਐਗਰੀਕਲਚਰ ਦੀ ਗੱਲ ਕਰੀਏ ਤਾਂ ਲਗਾਤਾਰ ਇੱਥੇ ਇਹਨਾਂ ਚੀਜ਼ਾਂ ਦੀਆਂ ਰਿਸਰਚਸ ਜਾਰੀ ਰਹਿੰਦੀਆਂ ਹੈ। ਸੋ ਆਪਾਂ ਕਹਿੰਦੇ ਹਾਂ ਜੀ ਆਪਣੇ ਕੋਲ ਇਹਦਾ ਹੈਡਕੁਆਟਰ ਕਿੱਥੇ ਹੈ, ਮੁੰਬਈ ਦੇ ਵਿੱਚ, ਠੀਕ ਹੈ ਜੀ। ਚਲੋ ਕਰੋ ਵੀ ਅਗਲਾ ਕੁਐਸਚਨ ਰੀਡ ਤੇ ਆਨਸਰ ਕਰੋ। ਬਹੁਤ ਸੌਖਾ ਕੁਐਸਚਨ ਹੈ। 3 hours for the solid management, solid waste management, ਤੇ ਲਿਖਾਂਗੇ ਆਪਾਂ solid waste management। ਠੋਸ ਪ੍ਰਬੰਧਨ ਲਈ 3 R ਕਿਹੜੇ ਹਨ? ਆਪਾਂ ਵੇਸਟ ਨੂੰ ਮੈਨੇਜ ਕਰਨਾ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ 3 R ਪਤਾ ਹੁੰਦੇ ਹੈ, ਉਹਨਾਂ ਦੇ ਵਿੱਚੋਂ ਹੀ ਆਪਾਂ ਆਨਸਰ ਕਰਨਾ ਹੈ ਵੀ ਇਹਨਾਂ ਦੇ ਵਿੱਚ 3 R ਕਿਹੜੇ ਹੈ। ਰਿਡਿਊਸ, ਰੀਫਾਰਮ ਐਂਡ ਰੀਸਾਈਕਲ, ਘਟਾਉਣਾ, ਦੁਬਾਰਾ ਬਣਾਉਣਾ ਤੇ ਰੀਸਾਈਕਲ ਕਰਨਾ। ਰੀਫਾਰਮ, ਰੀਡਿਜ਼ਾਈਨ ਐਂਡ ਰੀਸਾਈਕਲ, रिड्यूस, रीयूज एंड रीसाइकिल, या रीयूज, रिप्रोड्यूस एंड रीसाइकिल। करो भी आंसर क्या आएगा इस क्वेश्चन का। करो भी करो, फटाफट आंसर करो की आएगा इस क्वेश्चन का आंसर। तो तुसी कहोगे जी सर ਇਹਦਾ आंसर आएगा रिड्यूस, रीयूज एंड रीसाइकिल। तो आह 3 R ਜਿਹੜੇ ਹੈਗੇ बहुत इंपॉर्टेंट ने। रिड्यूस मतलब अगर आप गल करिए हो ना, इत्थे ना
ਇੱਕ ਆਪਾਂ ਕਾਰ ਦੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਆਪਾਂ ਕਹਿੰਦੇ ਆ ਜੀ ਸਾਡੇ এনवायरमेंट ਦੇ ਵਿੱਚ ਪੋਲੂਸ਼ਨ ਬਹੁਤ ਵੱਧ ਗਿਆ ਕਿਉਂਕਿ ਵਹੀਕਲਸ ਜਿਹੜੇ ਉਹ ਵੱਧ ਗਏ ਆ, ਉਹਨਾਂ ਦੇ ਵਿੱਚੋਂ ਨਿਕਲਣ ਵਾਲਾ ਧੂਆਂ ਉਹ ਵੱਧ ਗਿਆ ਜੋ ਆਪਣੇ ਵਾਤਾਵਰਣ ਨੂੰ ਪੋਲਿਊਟ ਕਰ ਰਿਹਾ, ਪ੍ਰਦੂਸ਼ਿਤ ਕਰ ਰਿਹਾ। ਤਾਂ ਹੁਣ ਸੁਪੋਜ਼ ਕਰ ਲਓ ਆਪਾਂ ਗੱਲ ਕਰੀਏ ਵੀ ਇੱਕ ਪਬਲਿਕ ਟਰਾਂਸਪੋਰਟ ਹੈ, ਇੱਕ ਆਪਣੀ ਖੁਦ ਦੀ ਗੱਡੀ ਹੈ। ਤਾਂ ਇੱਥੇ ਨਾ ਆਪਾਂ ਨੂੰ ਇਹ ਕਿਹਾ ਜਾਂਦਾ ਹੈ ਵੀ ਆਪਣੀ ਖੁਦ ਦੀ ਗੱਡੀ ਦਾ ਜਿਹੜਾ ਯੂਜ਼ ਹੈ ਉਹ ਘੱਟ ਕਰੋ ਤੇ ਅਲਟੀਮੇਟਲੀ ਜਿਹੜਾ ਪਬਲਿਕ ਟਰਾਂਸਪੋਰਟ ਹੈ ਉਹਦਾ ਯੂਜ਼ ਕਰੋ। ਜਾਂ ਮੰਨ ਕੇ ਚੱਲੋ ਤੁਸੀਂ ਆਪਦੇ ਘਰ ਤੋਂ ਕਿਤੇ 60 ਜਾਂ 70 ਫੁੱਟ ਦੀ ਦੂਰੀ ਤੇ ਜਾਣਾ ਹੈ ਹਨਾ, ਕਿਸੇ ਨੂੰ ਮਿਲਣ ਜਾਣਾ ਹੈ, ਤਾਂ ਤੁਸੀਂ ਕਿਹਾ ਜੀ ਅਸੀਂ ਆਪਦੀ ਐਕਟਿਵਾ ਤੇ ਜਾਵਾਂਗੇ, ਆਪਦੇ ਬਾਈਕ ਤੇ ਜਾਵਾਂਗੇ। ਤਾਂ ਉਹਦਾ ਮਤਲਬ ਕੀ ਹੈ, ਉਹਦੇ ਨਾਲ ਪੋਲੂਸ਼ਨ ਆਬਵੀਅਸ ਹੀ ਗੱਲ ਹੈ ਵਧੇਗਾ ਵੀ ਤੁਸੀਂ ਜਾਣਾ 60 ਕਦਮ ਹੈ ਜਾਂ 60 ਫੁੱਟ ਹੈ, ਤਾਂ ਅਲਟੀਮੇਟਲੀ ਤੁਸੀਂ ਕਹੋਗੇ ਜੀ ਅਸੀਂ ਆਪਦੀ ਗੱਡੀ ਤੇ ਜਾਣਾ ਹੈ। ਤਾਂ ਉਹ ਚੀਜ਼ ਨੂੰ ਘਟਾਉਣਾ ਹੈ, ਰਿਡਿਊਸ ਹੈ ਨਾ। ਅਗਰ ਤੁਹਾਡੇ ਕੋਲ ਕੋਈ ਪਲਾਸਟਿਕ ਦੀ ਬੋਟਲਸ ਘਰੇ ਪਈਆਂ ਹੈ, ਉਹਦਾ ਯੂਜ਼ ਘੱਟ ਕਰਨਾ ਹੈ। ਜਿਹੜੀਆਂ ਪਈਆਂ ਹੈ ਉਹਨੂੰ ਕੀ ਕਰਨਾ ਹੈ ਜੀ, ਰੀਯੂਜ਼ ਕਰ ਲੈਣਾ ਹੈ। ਆਪਾਂ ਕਹਿੰਦੇ ਨਾ ਜੀ ਗਮਲੇ ਬਣਾ ਲੈਣੇ ਆਪਾਂ ਵਿੱਚ ਮਿੱਟੀ ਪਾ ਕੇ, ਰੀਯੂਜ਼ ਐਂਡ ਰੀਸਾਈਕਲ। ਇਹੋ ਜਿਹੇ ਮਟੀਰੀਅਲ ਨੂੰ ਯੂਜ਼ ਕਰਨਾ ਹੈ ਜੋ ਦੁਬਾਰਾ ਤੋਂ ਰੀਸਾਈਕਲ ਕੀਤਾ ਜਾ ਸਕੇ, ਦੁਬਾਰਾ ਤੋਂ ਵਰਤੋਂ ਦੇ ਯੋਗ ਬਣ ਸਕੇ, है ना। सो आंसर की आ जाएगा अपने को ऑप्शन नंबर 3, दैट इज रिड्यूस, रीयूज एंड रीसाइकिल। ठीक है, सो आंसर की आ जाएगा जी अपने को ऑप्शन नंबर 3। चलो अगला क्वेश्चन है जी अपने को क्वेश्चन नंबर 6। डिफोरेस्टेशन लीड्स टू इरोजन एंड इरोजन लीड्स टू लॉस ऑफ लाइफ। डिफोरेस्टेशन का मतलब होता है जंगलों की कटाई। जो तुसी पेड़ कटोगे दैट इज डिफोरेस्टेशन, है ना। लीड्स टू इरोजन, इरोजन का मतलब होता है मिट्टी का कटाव। आ देखो मिट्टी का कटाव, जो मिट्टी का कटाव होएगा तो उत्थे जिहड़ी अपने कोल ऑर्गेनिज्म रह रहे सी वो खत्म हो जाएंगे, या तो ऑर्गेनिज्म खत्म होणगे यानी लॉस ऑफ लाइफ, या ਉਹਦੇ ਲਈ दूसरी टर्म ਆਪਾਂ ਕੀ यूज करांगे, पेडोजेनेसिस, है ना, या पीडोजेनेसिस, वेदरिंग ऑफ रॉक्स या वेदरिंग, डेजर्टिफिकेशन या फ्लड्स एंड अर्थक्वेक। करो आंसर की आएगा। सो ਤੁਸੀਂ ਕਹੋਗੇ ਜਦੋਂ ਆਪਾਂ ਜੰਗਲਾਂ ਦੀ ਕਟਾਈ ਕਰਾਂਗੇ ਤਾਂ ਕਟਾਈ ਕਰਨ ਦੇ ਨਾਲ ਸੋਇਲ ਇਰੋਜ਼ਨ ਹੋਏਗੀ। मतलब ਜਿਹੜੀ ਆਪਣੀ ਮਿੱਟੀ ਦੀ ਉੱਪਰ ਵਾਲੀ ਉਪਜਾਊ ਪਰਤ ਹੈ, ਫਰਟਾਈਲ ਲੇਅਰ ਹੈ, ਫਰਟਾਈਲ ਲੇਅਰ ਹੀ ਖਤਮ ਹੋਗੀ। ਜਦੋਂ ਫਰਟਾਈਲ ਲੇਅਰ ਹੀ ਖਤਮ ਹੋ ਗਈ ਤਾਂ ਉੱਥੇ ਫਿਰ ਕੀ ਹੋਏਗਾ, ਜ਼ਮੀਨ ਬੰਜਰ ਬਣੇਗੀ। उस बंजर ਲਈ ਆਪਾਂ ਕੀ ਟਰਮ ਯੂਜ਼ ਕਰਾਂਗੇ, दैट इज नोन एज डेजर्टिफिकेशन। तो डेजर्टिफिकेशन ਦਾ मतलब डेजर्ट ਦਾ ਬਣਨਾ। डेजर्टिफिकेशन ਦਾ मतलब ਕੀ ਹੁੰਦਾ ਹੈ, ਜ਼ਮੀਨ ਦਾ ਬੰਜਰ ਬਣਨਾ, ਜਾਂ ਆਪਾਂ ਕਵਾਂਗੇ ਆਪਣੇ ਡੈਜ਼ਰਟਸ ਹੁੰਦੇ ਹੈ, ਰੇਗਿਸਤਾਨ ਹੁੰਦੇ ਹੈ, ਹੈ ਨਾ। ਉਹਨੂੰ ਆਪਾਂ ਕੀ ਬੋਲਾਂਗੇ, दैट इज नोन एज डेजर्टिफिकेशन। पीडोजेनेसिस ਇਹ ਤਾਂ ਸੋਇਲ ਫਾਰਮੇਸ਼ਨ ਹੁੰਦੀ ਹੈ ना। मतलब ਆਪਾਂ ਕਹੀਏ ਨਾ ਵੀ ਆਪਾਂ ਸ਼ੁਰੂ ਕਰ ਲਾਂਗੇ ਵੀ ਤੀਜੀ ਚੌਥੀ ਤੇ ਪੰਜਵੀਂ ਕਲਾਸ ਦੀ ਈਵੀਐਸ ਪੜ੍ਹ ਲਈਏ ਆਪਣਾ ਪੇਪਰ ਕਲੀਅਰ ਹੋ ਜਾਏਗਾ, ਐਵੇਂ ਨਹੀਂ ਹੁੰਦਾ। ਆਪਾਂ ਨੂੰ ਇਨ ਡੈਪਥ ਪੜ੍ਹਨਾ ਪਏਗਾ। ਇੱਥੇ ਆਪਣੇ ਕੋਲ ਤੀਜੀ ਕਲਾਸ ਤੋਂ ਲੈ ਕੇ ਜਿਹੜਾ ਪਿਛਲੀ ਵਾਰ ਪੇਪਰ ਪੁੱਛਿਆ ਗਿਆ ਸੀ 12ਵੀਂ ਕਲਾਸ ਤੱਕ ਦੀ ਈਵੀਐਸ ਦਾ ਪੇਪਰ ਪੁੱਛਿਆ ਗਿਆ ਸੀ ਆਪਣੇ ਕੋਲੋਂ, ਤਾਂ ਆਪਾਂ ਨੂੰ ਤਿਆਰੀ ਵੀ ਉਸ ਲੈਵਲ ਦੀ ਕਰਨੀ ਪੈਣੀ ਹੈ। ਠੀਕ ਹੈ। ਵੈਦਰਿੰਗ ਦਾ ਮਤਲਬ ਕੀ ਹੁੰਦਾ ਹੈ, ਜਦੋਂ ਚਟਾਨਾਂ ਦਾ ਖੁਰਨਾ ਹੁੰਦਾ ਹੈ ਤੇ ਆਪਣੇ ਕੋਲ ਸੋਇਲ ਦੀ ਫਾਰਮੇਸ਼ਨ ਹੁੰਦੀ ਹੈ ਨਾ। ਇੱਥੇ ਫਾਰਮੇਸ਼ਨ ਹੋ ਰਹੀ ਹੈ ਫਿਰ ਤੋਂ। ਡੈਜ਼ਰਟੀਫਿਕੇਸ਼ਨ ਦਾ ਮਤਲਬ ਜਦੋਂ ਉੱਪਰ ਵਾਲੀ ਪਰਤ ਕੱਟੀ ਗਈ, ਫਰਟਾਈਲ ਲੇਅਰ, ਤੇ ਆਪਣੇ ਕੋਲ ਕੀ ਹੋਏਗਾ ਜੀ, ਉੱਥੇ ਫਿਰ ਜ਼ਮੀਨ ਬੰਜਰ ਬਣ ਜਾਏਗੀ, ਜਿੱਥੇ ਕੁਝ ਵੀ ਜ਼ਿਆਦਾ ਆਪਾਂ ਨਹੀਂ ਉਗਾ ਸਕਦੇ। ਸੋ ਉਹਨੂੰ ਆਪਾਂ ਕੀ ਬੋਲਾਂਗੇ, दैट इज नोन एज डेजर्टिफिकेशन। ਚਲੋ ਜੀ, ਸੋ ਨੈਕਸਟ ਕੁਐਸਚਨ ਹੈ ਤੁਹਾਡੀ ਸਕਰੀਨ ਦੇ ਉੱਪਰ। ਹੁਣ ਇਹਨਾਂ ਦੇ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜਾ ex situ ਕੰਜ਼ਰਵੇਸ਼ਨ ਵਿਧੀ ਦਾ ਉਦਾਹਰਣ ਨਹੀਂ ਹੈ। बहुत अच्छा क्वेश्चन आ गया। देखो इन सीटू एक्स सीटू कंजर्वेशन, कंजर्वेशन का मतलब की हुंदा है ਉਹਦੇ ਬਾਰੇ ਆਪਾਂ ਇੱਥੇ ਪੜ ਰਹੇ ਹਾਂ। ਤਾਂ ਦੇਖੋ ਕੰਜ਼ਰਵੇਸ਼ਨ ਦਾ ਮਤਲਬ ਹੁੰਦਾ ਹੈ ਬਚਾਉਣਾ।
ठीक है। सो कंजर्वेशन मतलब कंजर्व करना, बचाना। किनू बचाना जी? ਜਿਹੜੀ ਸਾਡੀ ਬਾਇਓਡਾਇਵਰਸਿਟੀ ਹੈ, ਸਾਡੀ ਜੈਵ ਵਿਵਿਧਤਾ ਹੈ, ਅਸੀਂ ਉਹਨੂੰ ਬਚਾਉਣਾ ਹੈ। ਸੋ ਕੰਜ਼ਰਵੇਸ਼ਨ ਦੇ ਆਪਣੇ ਕੋਲ ਦੋ ਮੈਥਡਸ ਹੁੰਦੇ ਹੈ। ਇੱਕ ਹੁੰਦੇ ਹੈ ਇਨ ਸਿਟੂ ਕੰਜ਼ਰਵੇਸ਼ਨ, ਪੰਜਾਬੀ ਚ ਵੀ ਆਹੀ ਬੋਲਾਂਗੇ। ਇੱਕ ਹੁੰਦਾ ਹੈ ਜੀ ਆਪਣੇ ਕੋਲ ਐਕਸ ਸਿਟੂ ਕੰਜ਼ਰਵੇਸ਼ਨ। ਠੀਕ ਹੈ। ਜਦੋਂ ਵੀ ਆਪਾਂ ਬਾਇਓਡਾਇਵਰਸਿਟੀ ਨੂੰ ਬਚਾਉਣ ਦੀ ਗੱਲ ਕਰਾਂਗੇ ਤਾਂ ਆਪਾਂ ਕੀ ਆ, ਦੋ ਮੈਥਡਸ ਪੜ੍ਹਦੇ ਹਾਂ, ਇਨ ਸਿਟੂ ਤੇ ਐਕਸ ਸਿਟੂ। ਇਨ ਸਿਟੂ ਨੂੰ ਆਪਾਂ ਬੋਲਦੇ ਹਾਂ ਔਨ ਸਾਈਟ, ਤੇ ਇਹਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਆਫ ਸਾਈਟ ਕੰਜ਼ਰਵੇਸ਼ਨ। ਜਿਹੜੇ ਜਾਨਵਰ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ, ਕੰਜ਼ਰਵ ਕਰਨਾ ਚਾਹੁੰਦੇ ਹੋ, ਅਗਰ ਤੁਸੀਂ ਉਹਦੇ ਨੈਚੁਰਲ ਹੈਬਿਟੇਟ, ਨੈਚੁਰਲ ਘਰ ਦੇ ਵਿੱਚ ਹੀ ਜਿੱਥੇ ਉਹ ਰਹਿੰਦਾ ਹੈ ਉੱਥੇ ਹੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਸ ਸਾਈਟ ਨੂੰ ਆਪਾਂ ਕੀ ਬੋਲਾਂਗੇ, ਇਨ ਸਿਟੂ ਕੰਜ਼ਰਵੇਸ਼ਨ। ਕਿਤੇ ਉਹ ਤੁਮ ਚੱਕ ਕੇ ਬਾਹਰ ਨਹੀਂ ਲੈ ਕੇ ਗਏ ਬਚਾਉਣ ਵਾਸਤੇ ਜਾਂ ਉਹਦੀ ਰੱਖਿਆ ਕਰਨ ਵਾਸਤੇ, ਉਹਨੂੰ ਤੁਸੀਂ ਕੀ ਕਰ ਰਹੇ ਹੋ ਜੀ, ਉਸੇ ਜਗ੍ਹਾ ਤੇ ਹੀ ਰਹਿ ਕੇ ਉਹਨੂੰ ਕੀ ਹੈ, ਪ੍ਰੋਟੈਕਸ਼ਨ ਦੇ ਰਹੇ ਹੋ, ਕੰਜ਼ਰਵ ਕਰ ਰਹੇ ਹੋ। ਸੋ ਉਹਨੂੰ ਤੁਸੀਂ ਕੀ ਨਾਮ ਦੇ ਦੋਗੇ, ਦੈਟ ਇਜ਼ ਨੋਨ ਐਸ ਇਨ ਸਿਟੂ ਕੰਜ਼ਰਵੇਸ਼ਨ। ਤੇ ਫਿਰ ਐਕਸ ਸਿਟੂ ਕੀ ਹੋਏਗਾ? ਐਕਸ ਸਿਟੂ ਮਤਲਬ ਆਫ ਸਾਈਟ। ਤੁਸੀਂ ਉਹਦੇ ਨੈਚੁਰਲ এনवायरमेंट ਤੋਂ ਕੱਢ ਕੇ ਉਹਨੂੰ ਕਿਸੇ ਹੋਰ ਜਗ੍ਹਾ ਤੇ ਲਿਜਾ ਕੇ ਉਹੀ ਸੇਮ এনवायरमेंट ਪ੍ਰੋਵਾਈਡ ਕਰੋਗੇ ਤੇ ਪ੍ਰੋਟੈਕਸ਼ਨ ਦਿਓਗੇ, ਉਹਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਨੋਨ ਐਸ ਐਕਸ ਸਿਟੂ। ਤਾਂ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਹੋਇਆ ਵੀ ਇਹਨਾਂ ਦੇ ਵਿੱਚੋਂ ਐਕਸ ਸਿਟੂ ਕੰਜ਼ਰਵੇਸ਼ਨ ਮੈਥਡ ਕਿਹੜਾ ਨਹੀਂ ਹੈ। ਐਕਸ ਸਿਟੂ ਮਤਲਬ ਤੁਸੀਂ ਉਹਦੇ ਨੈਚੁਰਲ এনवायरमेंट ਤੋਂ ਕੱਢ ਕੇ ਕਿਸੇ ਵੀ ਆਰਗੇਨਿਜ਼ਮ ਨੂੰ ਬਾਹਰ ਜਾ ਕੇ ਕੀ ਕਰ ਰਹੇ ਹੋ, ਸੁਰੱਖਿਆ ਕਰ ਰਹੇ ਹੋ, ਉਹਦੀ ਉਹਨੂੰ ਬਚਾ ਰਹੇ ਹੋ। ਸੈਕਰੇਡ ਪਲਾਂਟ ਹੋਮ ਗਾਰਡਨਸ, ਤਾਂ ਸੈਕਰੇਡ ਪਲਾਂਟ ਹੋਮ ਗਾਰਡਨਸ ਤਾਂ ਦੇਖੋ ਤੁਸੀਂ ਉਹਨਾਂ ਪਲਾਂਟਸ ਨੂੰ, ਸੈਕਰੇਡ ਦਾ ਮਤਲਬ ਹੁੰਦਾ ਹੈ ਜਿਹੜੇ ਪਵਿੱਤਰ ਆ। ਦੇਖੋ ਪਵਿੱਤਰ ਲਿਖਿਆ ਹੋਇਆ ਨਾ, ਜਿਵੇਂ ਕਹਿੰਦੇ ਆ ਜੀ ਆਪਾਂ ਤੁਲਸੀ ਮਾਤਾ ਦੀ ਗੱਲ ਕਰੀਏ, ਤੁਲਸੀ ਹੈ ਨਾ, ਤੁਲਸੀ ਦਾ ਪੌਦਾ ਹੋ ਗਿਆ ਆਪਣਾ, ਉਹ ਆਪਣੇ ਕੋਲ ਇੱਕ ਪਵਿੱਤਰ ਪਲਾਂਟ ਹੈ। ਤਾਂ ਉਹਨੂੰ ਆਪਾਂ ਕੀ ਕਰਦੇ ਹਾਂ ਜੀ, ਹੋਮ ਗਾਰਡਨ ਦੇ ਵਿੱਚ ਅਗਰ ਲਗਾਤਾ ਤਾਂ ਮਤਲਬ ਉਹ ਆਪਣੇ ਕੋਲ ਕਿਹੜੀ ਕੰਜ਼ਰਵੇਸ਼ਨ ਹੈ, ਐਕਸ ਸਿਟੂ ਕੰਜ਼ਰਵੇਸ਼ਨ। ਤਾਂ ਆਹ ਐਕਸ ਸਿਟੂ ਹੈ। ਸੀਡ ਬੈਂਕਸ, ਤੁਸੀਂ ਬੀਜਾਂ ਨੂੰ ਕੀ ਕਰ ਰਹੇ ਹੋ ਜੀ, ਬੈਂਕਸ ਦੇ ਵਿੱਚ ਜਾ ਕੇ ਸਟੋਰ ਕਰ ਰਹੇ ਹੋ, ਹੈ ਨਾ, ਤਾਂ ਮਤਲਬ ਕਿਤੇ ਦੂਸਰੀ ਜਗ੍ਹਾ ਤੇ ਜਾ ਕੇ ਸਟੋਰ ਕਰ ਰਹੇ ਹੋ, ਤਾਂ ਆ ਵੀ ਕੀ ਹੈ ਤੁਹਾਡਾ ਐਕਸ ਸਿਟੂ। ਬੋਟੈਨੀਕਲ ਗਾਰਡਨ ਕੀ ਹੁੰਦੇ ਆ, ਜਿਵੇਂ ਆਪਾਂ ਕਹਿੰਦੇ ਆ ਜੀ ਆਪਣੇ ਜ਼ੂ ਹੁੰਦੇ ਆ, ਜ਼ੂਲੋਜੀਕਲ ਪਾਰਕ, ਤੁਸੀਂ ਐਨੀਮਲਸ ਨੂੰ ਉੱਥੇ ਰੱਖਦੇ ਹੋ। ਬੋਟੈਨੀਕਲ ਗਾਰਡਨ ਮਤਲਬ ਤੁਸੀਂ ਇੱਥੇ ਕੀ ਰੱਖਦੇ ਹੋ, ਪਲਾਂਟਸ ਨੂੰ। ਗਾਰਡਨ ਬਣਾਇਆ ਹੈ ਮਤਲਬ ਮੈਨਮੇਡ ਬਣਾਇਆ ਹੈ, ਯਾਨੀ ਕਿਤੋਂ ਨਾ ਕਿਤੋਂ ਪਲਾਂਟਸ ਨੂੰ ਲੈ ਕੇ ਤੁਸੀਂ ਆ ਕੇ ਕੀ ਆ ਉਸ ਗਾਰਡਨ ਦੇ ਵਿੱਚ ਲਗਾਇਆ ਹੈ, ਯਾਨੀ ਇਹ ਵੀ ਕੀ ਹੈ ਤੁਹਾਡਾ ਐਕਸ ਸਿਟੂ ਕੰਜ਼ਰਵੇਸ਼ਨ। ਇੱਕ ਰਹਿ ਗਿਆ ਨਾ ਵਿੱਚੋਂ ਬਾਇਓਸਫੀਅਰ ਰਿਜ਼ਰਵ, ਇਹ ਕੀ ਹੈ ਜੀ ਆਪਣੇ ਕੋਲ ਇਨ ਸਿਟੂ ਕੰਜ਼ਰਵੇਸ਼ਨ ਹੈ। ਇਹਦੇ ਵਿੱਚ ਨਾ ਆਪਣੇ ਕੋਲ ਕੁਝ ਜ਼ੋਨਸ ਹੁੰਦੀਆਂ ਹੈ, ਕੁਝ ਜਗ੍ਹਾ ਹੁੰਦੀਆਂ ਹੈ ਜਿੱਥੇ ਹਿਊਮਨ ਐਕਟੀਵਿਟੀ ਅਲਾਉਡ ਹੁੰਦੀ ਹੈ, ਤੇ ਇੱਕ ਇਹੋ ਜਿਹੀ ਜ਼ੋਨ ਹੁੰਦੀ ਹੈ ਜਿੱਥੇ ਹਿਊਮਨ ਐਕਟੀਵਿਟੀ ਬਿਲਕੁਲ ਵੀ ਅਲਾਉਡ ਨਹੀਂ ਹੁੰਦੀ, ਜਿਹਨੂੰ ਆਪਾਂ ਬੋਲਦੇ ਹਾਂ ਕੋਰ ਜ਼ੋਨ, ਹੈ ਨਾ। ਉਹ ਜ਼ੋਨਸ ਕਿਹੜੀਆਂ ਕਿਹੜੀਆਂ? ਸਭ ਤੋਂ ਅੰਦਰ ਵਾਲੀ ਜ਼ੋਨ ਜਿੱਥੇ ਐਕਟੀਵਿਟੀ ਅਲਾਉਡ ਨਹੀਂ ਹੁੰਦੀ, ਕੋਰ ਜ਼ੋਨ। ਉਸ ਤੋਂ ਬਾਹਰ ਹੁੰਦੀ ਹੈ ਬਫਰ ਜ਼ੋਨ, ਸੋ ਦਿਸ ਇਜ਼ ਯੂਅਰ ਬਫਰ ਜ਼ੋਨ। ਇਸ ਤੋਂ ਬਾਹਰ ਹੁੰਦੀ ਹੈ ਆਪਣੇ ਕੋਲ ਟ੍ਰਾਂਜੀਸ਼ਨ ਜ਼ੋਨ, ਇੱਥੇ ਆਪਣੀ ਬਹੁਤ ਜ਼ਿਆਦਾ ਲੈਵਲ ਤੇ ਆਪਾਂ ਐਕਟੀਵਿਟੀ ਕਰ ਸਕਦੇ ਹਾਂ, ਹਿਊਮਨ ਐਕਟੀਵਿਟੀ। ਜੋ ਯੈਲੋ ਦੇ ਵਿੱਚ ਬਣਾਇਆ ਹੈ ਇਹਨੂੰ ਆਪਾਂ ਨਾਮ ਦੇਵਾਂਗੇ ਬਫਰ ਸੌਰੀ ਟ੍ਰਾਂਜੀਸ਼ਨ ਜ਼ੋਨ, ਤੇ ਸੈਂਟਰ ਵਾਲੀ ਰੈੱਡ ਵਾਲੀ ਜਿਹੜੀ ਬਣਾਈ ਹੈ ਦੈਟ ਇਜ਼ ਬਫਰ ਜ਼ੋਨ। ਸੋ ਇੱਥੇ ਹਲਕੀ ਬਫਰ ਜ਼ੋਨ ਦੇ ਵਿੱਚ ਹਲਕੀ ਐਕਟੀਵਿਟੀ ਹੁੰਦੀ ਹੈ ਉਦੋਂ ਤੱਕ ਜਦੋਂ ਤੱਕ ਉਹ ਨੁਕਸਾਨ ਨਾ ਪਹੁੰਚਾਵੇ, ਟ੍ਰਾਂਜੀਸ਼ਨ ਜ਼ੋਨ ਤੱਕ ਆਪਣੀ ਐਕਟੀਵਿਟੀ ਹੁੰਦੀ ਹੈ, ਲੇਕਿਨ ਕੋਰ ਜ਼ੋਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਿਊਮਨ ਐਕਟੀਵਿਟੀ ਅਲਾਉਡ ਨਹੀਂ ਹੁੰਦੀ। ਸੋ ਬਾਇਓਸਫੀਅਰ ਰਿਜ਼ਰਵ ਕੀ ਹੈ ਤੁਹਾਡਾ, ਇਨ ਸਿਟੂ ਕੰਜ਼ਰਵੇਸ਼ਨ। ਤਾਂ ਫਿਰ ਆਹੀ ਆਨਸਰ ਬਣ ਗਿਆ। ਪੁੱਛਿਆ ਕੀ ਸੀਗਾ, ਐਕਸ ਸਿਟੂ ਕੰਜ਼ਰਵੇਸ਼ਨ ਮੈਥਡ ਨਹੀਂ ਹੈਗਾ, ਬਾਇਓਸਫੀਅਰ ਰਿਜ਼ਰਵ ਨਹੀਂ ਹੈਗਾ, ਉਹ ਇਨ ਸਿਟੂ ਮੈਥਡ ਹੈ। ਨੈਚੁਰਲ এনवायरमेंट ਦੇ ਵਿੱਚ ਆਪਾਂ ਜੀਵਾਂ ਨੂੰ, ਆਰਗੇਨਿਜ਼ਮਸ ਨੂੰ ਸੁਰੱਖਿਆ ਪ੍ਰੋਵਾਈਡ ਕਰ ਰਹੇ ਹਾਂ। ਹਾਂਜੀ ਬੋਲੋ ਵੀ, ਸਮਝ ਲੱਗ ਰਹੀ ਹੈ, ਗੱਲ ਕਲੀਅਰ ਹੈ ਇੱਥੇ ਤੱਕ? ਹਾਲੇ ਤੱਕ ਬਹੁਤ ਅੱਛੇ ਅੱਛੇ ਕੁਐਸਚਨਸ ਆਣੇ ਅੱਗੇ, ਆਪਾਂ ਸੋਲਵ ਕਰਾਂਗੇ। ਚਲੋ ਅਗਲੇ ਕੁਐਸਚਨ ਤੇ ਚੱਲਦੇ ਹਾਂ ਫਿਰ ਆਪਾਂ।
अगला क्वेश्चन है जी, द एयर प्रिवेंशन एंड कंट्रोल ऑफ पॉल्यूशन एक्ट वाज फ्रेम्ड इन दिस ईयर। वायु प्रदूषण तो बचाने वास्ते इत्थे ना दो छोटियां छोटियां ਤੁਹਾਨੂੰ ਜਿਹੜੀ ਫੁੱਲ ਫਾਰਮਸ ਉਹ ਪਤਾ ਹੋਣੀਆਂ ਚਾਹੀਦੀਆਂ। ਇੱਕ ਹੁੰਦੀ ਹੈ CPCB, ਹੈ ਨਾ। ਕੀ ਫੁੱਲ ਫਾਰਮ ਹੁੰਦੀ ਹੈ CPCB ਦੀ? ਤੁਸੀਂ ਕਹੋਗੇ ਜੀ ਸੈਂਟਰਲ ਪੋल्यूशन कंट्रोल बोर्ड। ठीक है, सो CPCB सेंट्रल पॉल्यूशन कंट्रोल बोर्ड। एक हुंदा है स्टेट दा SPCB, इनू आपां की बोलते हैं स्टेट पॉल्यूशन कंट्रोल बोर्ड। ठीक है, तो आह जिहड़ा एयर प्रिवेंशन एंड कंट्रोल ऑफ पॉल्यूशन एक्ट सीगा इन्हां दोनां नूं डायरैक्शनस दिंदा है, सेंट्रल पॉल्यूशन कंट्रोल बोर्ड ते स्टेट पॉल्यूशन कंट्रोल बोर्ड नूं, भी भाई इदां तुसीं की है पॉल्यूशन नूं कंट्रोल करना है, एयर नूं आपां क्वालिटी दे विच सुधार लेके आउणा है। ਉਹ ਕਦੋਂ ਆਪਣੇ ਕੋਲ ਫਰੇਮ ਕਦੋਂ ਬਣਾਇਆ ਗਿਆ ਸੀਗਾ? ਤਾਂ ਤੁਸੀਂ ਕਹੋਗੇ ਜੀ ਉਹ ਬਣਾਇਆ ਗਿਆ ਸੀਗਾ 1981 ਦੇ ਵਿੱਚ। ਸਟੈਟਿਕ ਚੀਜ਼ ਹੈ, ਹੁਣ ਸਟੈਟਿਕ ਦਾ ਆਨਸਰ ਆਪਾਂ ਸਟੈਟਿਕ ਦੇ ਅਕੋਰਡਿੰਗ ਹੀ ਕਰਾਂਗੇ। ਸੋ ਵਾਯੂ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਪੋल्यूशन ਐਕਟ ਇਸ ਸਾਲ ਵਿੱਚ ਬਣਾਇਆ ਗਿਆ ਸੀ। ਕਿਸ ਸਾਲ ਦੇ ਵਿੱਚ? 1981। चलो अगला क्वेश्चन है, द सॉलिड वेस्ट डिस्पोजल बिकेम ए ग्लोबल इशू ओवर पास्ट डिकेड्स। जिहड़ा अपने कोल ठोस कूड़ा है ना, पिछले कई दहाकियां विच ठोस रहंद खूंद दा निपटारा विश्व व्यापी मुद्दा बन गया है। इस संबंध दे विच आपां की करना है जी? सही कथन चुनना है। चूज द करेक्ट स्टेटमेंट इन रिगार्ड टू दिस। सॉलिड वेस्ट डिस्पोजल अपने लिए एक ग्लोबल इशू बन चुका है, ਉਹਨੂੰ ट्रीटमेंट ਲਈ ਆਪਾਂ ਕੀ ਹੈ ਇੱਕ ਸਹੀ ਸਟੇਟਮੈਂਟ ਕਿਹੜੀ ਯੂਜ਼ ਕਰ ਸਕਦੇ ਹਾਂ? ਹਾਈਲੀ ਕੰਬਸਟੇਬਲ ਟਰੈਸ਼ ਲਾਈਕ ਪਲਾਸਟਿਕਸ ਕੈਨ ਬੀ ਇਨਸਿਨਰੇਟਿਡ। ਮਤਲਬ ਇਨਸਿਨਰੇਟਿਡ ਦਾ ਮਤਲਬ ਹੁੰਦਾ ਸਾੜਨਾ। ਜਿਵੇਂ ਆਪਣੇ ਕੋਲ ਪਲਾਸਟਿਕ ਹੁੰਦਾ ਹੈ, ਹਾਈਲੀ ਕੰਬਸਟੇਬਲ ਟਰੈਸ਼ ਲਾਈਕ ਪਲਾਸਟਿਕਸ ਕੈਨ ਬੀ ਇਨਸਿਨਰੇਟਿਡ, ਮਤਲਬ ਪਲਾਸਟਿਕ ਨੂੰ ਆਪਾਂ ਬਹੁਤ ਜ਼ਿਆਦਾ ਟੈਂਪਰੇਚਰ ਪ੍ਰੋਵਾਈਡ ਕਰਕੇ ਇਹਨੂੰ ਆਪਾਂ ਸਾੜ ਸਕਦੇ ਹਾਂ। ਠੀਕ ਹੈ, ਪਹਿਲੀ ਸਟੇਟਮੈਂਟ ਤਾਂ ਇਹ ਹੋਗੀ। all type of hospital waste can be dumped in landfills। तो देखो अपनी ਜਿਹੜੀਆਂ landfills ਹੁੰਦੀਆਂ ਹੈ ਉਹਨਾਂ ਦੇ ਵਿੱਚ ਤੁਸੀਂ ਕੀ ਕਰੋਗੇ? ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਣੇ ਕੋਲ ਹਸਪੀਟਲ ਦਾ ਵੇਸਟ ਹੈ ਉਹਨੂੰ ਸਿੱਧਾ ਲੈਂਡਫਿਲ ਦੇ ਵਿੱਚ ਜਾ ਕੇ ਸੱਟ ਦੋਗੇ। ਚਲੋ ਵੀ ਅਸੀਂ ਕੀ ਕਰ ਲਿਆ ਜੀ? ਸੋਲਿਡ ਵੇਸਟ ਨੂੰ ਡਿਸਪੋਜ਼ ਕਰਤਾ। ਤਾਂ ਬਿਲਕੁਲ ਗਲਤ ਹੈ। ਜਿਹੜਾ ਵੀ ਹਸਪੀਟਲ ਦਾ ਵੇਸਟ ਹੁੰਦਾ ਹੈ ਨਾ ਉਹਦੇ ਵਿੱਚ ਇਨਫੈਕਸ਼ਨ ਆਪਣੇ ਕੋਲ ਹੁੰਦੀ ਹੈ। ਆਪਾਂ ਕਹਿੰਦੇ ਆ ਜੀ ਕੋਈ ਸਰੰਜਾਂ ਵਗੈਰਾ ਹੈ ਉਹਨੂੰ ਤੋੜ ਕੇ ਸੱਟ ਦਿੱਤਾ ਗਿਆ, ਕਿਸੇ ਦੇ ਕੋਈ ਸੱਟ ਲੱਗੀ ਸੀ ਉਹਦੇ ਵਿੱਚ ਜਿਹੜੀ ਕਾਟਨ ਯੂਜ਼ ਹੋਈ ਸੀ ਉਹਨੂੰ ਲਾ ਕੇ ਪੱਟੀ ਕਰਕੇ ਜਿਹੜੀ ਆਪਾਂ ਡਸਟਬਿਨ ਦੇ ਵਿੱਚ ਸੱਟ ਦਿੰਨੇ ਹਾਂ। ਜੋ ਵੀ ਕਿਸੇ ਨੇ ਸਰਜੀਕਲ ਪ੍ਰੋਸੀਜਰ ਅਪਣਾਇਆ ਉਸ ਤੋਂ ਬਾਅਦ ਜੋ ਗਲਵਸ ਵਗੈਰਾ ਯੂਜ਼ ਕੀਤੇ ਸੀ ਚੱਕ ਕੇ ਸੱਟਦੇ ਉਸ ਡਸਟਬਿਨ ਦੇ ਵਿੱਚ। ਤੇ ਫਿਰ ਕੀ ਹੈ, ਇੱਕ ਗੱਡੀ ਆਉਂਦੀ ਹੈ ਪ੍ਰੋਪਰ ਬਾਇਓਮੈਡੀਕਲ ਵੇਸਟ ਵਾਲੀ, ਉਹ ਕਲੈਕਟ ਕਰਕੇ ਲੈ ਕੇ ਜਾਂਦੀ ਹੈ। ਐਵੇਂ ਨਹੀਂ ਹੈ ਵੀ ਤੁਸੀਂ ਸਿੱਧਾ ਜਾ ਕੇ ਉਹਨੂੰ ਲੈਂਡਫਿਲ ਦੇ ਵਿੱਚ ਜਾ ਕੇ ਸੱਟ ਦੋਗੇ। ਉਹਨੂੰ ਪਹਿਲਾਂ ਜਾਂ ਤਾਂ ਆਟੋਕਲੇਵ ਕਰੋਗੇ ਜਾਂ ਉਹਨੂੰ ਕੀ ਕਰੋਗੇ ਜੀ? ट्रीट करोगे पहला। एवें करोगे तो बहुत ज्यादा खतरनाक कंडीशन पैदा हो सकती है। ऑप्शन तो नहीं हो सकता, बिल्कुल गलत है। सिटी सीवेज नॉर्मली कंटेन इनऑर्गेनिक वेस्ट एंड हेंस कैन बी डिस्पोज्ड बाय लैंडफिलिंग। तो पहली गलती इन्होंने लिखती है इत्थे, जिहड़ा सिटी सीवेज, सीवेज की हुंदा है? म्यूनिसिपल वेस्ट वाटर। गंदा पानी जिन्होंने बोलते हैं सीवरेज, तुसीं सुनिया होना है ना। ਉਹਦੇ ਵਿੱਚ ਕੀ ਹੁੰਦਾ ਹੈ? ਆਰਗੈਨਿਕ ਵੇਸਟ। ਉਹਦੇ ਵਿੱਚ ਹੁੰਦਾ ਕੀ? ਆਰਗੈਨਿਕ ਵੇਸਟ ਹੁੰਦਾ ਹੈ, ਹਾਰਮਫੁਲ ਮਾਈਕਰੋ ਆਰਗੈਨਿਜ਼ਮਸ ਹੁੰਦੇ ਹੈ। ਇਹਨਾਂ ਨੇ ਸਿਆਣੇ ਬਣਨ ਵਾਸਤੇ ਦੇਖੋ ਕੀ ਲਿਖਤਾ, ਸਿਟੀ ਸੀਵੇਜ ਨਾਰਮਲੀ ਕੰਟੇਨ ਇਨਆਰਗੈਨਿਕ ਵੇਸਟ। ਉਹ ਭਾਈ ਆਰਗੈਨਿਕ ਹੁੰਦਾ, ਇਨਆਰਗੈਨਿਕ ਨਹੀਂ ਹੁੰਦਾ। ਤਾਂ ਆਬਵੀਅਸ ਜੀ ਗੱਲ ਇੱਥੇ ਹੀ ਗਲਤ ਹੋ ਗਿਆ। ਹੁਣ ਤੁਹਾਨੂੰ ਨਾ ਸੋਚ ਕੇ ਹੈਰਾਨੀ ਹੋਊਗੀ, ਜਦੋਂ ਵੀ ਆਪਾਂ ਸੀਵੇਜ ਨੂੰ ਟ੍ਰੀਟ ਕਰਦੇ ਆ ਨਾ
म्यूनिसिपल वेस्ट वाटर ਨੂੰ ਟ੍ਰੀਟ ਕਰਦੇ ਆ ਅਲਟੀਮੇਟਲੀ ਆਪਾਂ ਇਹਦੇ ਵਿੱਚ ਜਿਹੜਾ ਆਰਗੈਨਿਕ ਮੈਟਰ ਹੈ ਉਹਨੂੰ ਹੀ ਕੀ ਕਰਨਾ ਹੈ ਡੀਕੰਪੋਜ਼ ਕਰਨਾ ਹੈ ਤੇ ਇਹਨੂੰ ਟ੍ਰੀਟ ਕਰਨ ਵਾਸਤੇ ਆਪਣੇ ਕੋਲ ਸੀਵੇਜ ਟ੍ਰੀਟਮੈਂਟ ਪਲਾਂਟ ਦੇ ਵਿੱਚ ਦੋ ਤਰ੍ਹਾਂ ਦੇ ਪ੍ਰੋਸੀਜਰ ਅਪਣਾਏ ਜਾਂਦੇ ਹੈ ਇੱਕ ਹੁੰਦਾ ਹੈ ਪ੍ਰਾਥਮਿਕ ਟ੍ਰੀਟਮੈਂਟ ਜਿਹਨੂੰ ਆਪਾਂ ਪ੍ਰਾਇਮਰੀ ਟ੍ਰੀਟਮੈਂਟ ਕਹਿੰਦੇ ਹਾਂ ਇੱਕ ਹੁੰਦਾ ਹੈ ਜੀ ਆਪਣਾ ਸੈਕੰਡਰੀ ਟ੍ਰੀਟਮੈਂਟ ਇਹਦੇ ਵਿੱਚ ਜਿਵੇਂ ਆਪਾਂ ਜਾਲੀਆਂ ਲਾ ਕੇ ਆਪਣੇ ਲਿਫਾਫੇ ਹੋ ਗਏ ਬੋਤਲਾਂ ਹੋ ਗਈਆਂ ਹਨਾ ਪੱਤੀਆਂ ਹੋ ਗਈਆਂ ਉਹਨਾਂ ਨੂੰ ਆਪਾਂ ਫਿਲਟਰੇਸ਼ਨ ਕਰਦੇ ਆ ਉਹਨਾਂ ਦੀ ਤਾਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਆਪਣੇ ਕੋਲ ਮਾਈਕਰੋ ਆਰਗੈਨਿਜ਼ਮ ਜਾਂ ਕੋਈ ਆਪਾਂ ਕਹੀਏ ਵੀ ਮਾਈਕਰੋ ਆਰਗੈਨਿਜ਼ਮ ਜਾਂ ਛੋਟੇ ਛੋਟੇ ਬੈਕਟੀਰੀਆ ਹੀ ਹੋ ਗਿਆ ਮਾਈਕਰੋ ਆਰਗੈਨਿਜ਼ਮ ਉਹਨਾਂ ਨੂੰ ਯੂਜ਼ ਨਹੀਂ ਕਰਦੇ ਸਿੰਪਲ ਫਿਲਟਰੇਸ਼ਨ ਦਾ ਮੈਥਡ ਹੁੰਦਾ ਹੈ ਸੈਡੀਮੈਂਟੇਸ਼ਨ ਦਾ ਮੈਥਡ ਹੁੰਦਾ ਹੈ ਸੈਕੰਡਰੀ ਟ੍ਰੀਟਮੈਂਟ ਦੀ ਗੱਲ ਕਰਾਂਗੇ ਇਹਨੂੰ ਆਪਾਂ ਬੋਲਦੇ ਹਾਂ ਬਾਇਓਲੋਜੀਕਲ ਟ੍ਰੀਟਮੈਂਟ मतलब ਇੱਥੇ ਆਪਾਂ ਮਾਈਕਰੋ ਆਰਗੈਨਿਜ਼ਮ ਬੈਕਟੀਰੀਆ ਦੀ ਹੈਲਪ ਲੈਣੇ ਹਾਂ ਤਾਂ ਕਿ ਆਪਾਂ ਉਸ ਆਰਗੈਨਿਕ ਮੈਟਰ ਨੂੰ ਡੀਕੰਪੋਜ਼ ਕਰ ਸਕੀਏ ਤਾਂ ਕਿ ਪਾਣੀ ਜਿਹੜਾ ਹੈ ਆਪਣਾ ਘੱਟ ਪੋਲੂਸ਼ਨ ਵਾਲਾ ਹੋ ਸਕੇ ਤੇ ਦੁਬਾਰਾ ਤੋਂ ਅਸੀਂ ਇਹਨੂੰ ਵਾਟਰ ਬਾਡੀਜ਼ ਦੇ ਵਿੱਚ ਪਾ ਸਕੀਏ ਠੀਕ ਹੈ ਤਾਂ ਸਿੱਧਾ ਲੈਂਡਫਿਲ ਦੇ ਵਿੱਚ ਨਹੀਂ ਸੱਟਾਂਗੇ ਅਸੀਂ ਨਾਲੇ ਉਹਦੇ ਵਿੱਚ ਇਨਆਰਗੈਨਿਕ ਵੇਸਟ ਨਹੀਂ ਹੁੰਦਾ ਉਹਦੇ ਵਿੱਚ ਆਰਗੈਨਿਕ ਵੇਸਟ ਹੁੰਦਾ ਹੈ ਅਗਲਾ ਜੀ ਡੰਪਿੰਗ ਆਫ ਸੋਲਿਡ ਵੇਸਟ ਇਨਟੂ ਓਸ਼ੀਅਨ ਇਜ਼ ਦ ਬੈਸਟ ਸੋਲੂਸ਼ਨ ਆਫ ਡਿਸਪੋਜ਼ਲ ਵੈਰੀ ਗੁੱਡ ਨਾ ਬਹੁਤ ਚੰਗੀ ਗੱਲ ਲਿਖਤੀ ਜਿੰਨਾ ਵੀ ਕੂੜਾ ਕਰਕਟ ਹੈਗਾ ਆਪਣਾ ਚੱਕ ਕੇ ਸੱਟ ਹੈ ਉਹਨੂੰ ਓਸ਼ੀਅਨ ਦੇ ਵਿੱਚ ਸਮੁੰਦਰਾਂ ਦੇ ਵਿੱਚ ਕਈ ਸਮੁੰਦਰ ਦੇ ਵਿੱਚ ਵੀ ਲਾਈਫ ਹੈ ਉਸ ਪਾਣੀ ਦੇ ਵਿੱਚ ਵੀ ਜੀਵ ਜੰਤੂ ਰਹਿ ਰਹੇ ਹੈ ਅਸੀਂ ਉਹਨਾਂ ਦੀ ਲਾਈਫ ਕਿਉਂ ਖਤਮ ਕਰਾਂਗੇ ਇਹਨਾਂ ਚੀਜ਼ਾਂ ਨੂੰ ਕਰਕੇ ਸੋ ਸਾਰੇ ਆਪਸ਼ਨ ਆਪਣੇ ਇੱਥੇ ਗਲਤ ਸਿੱਧ ਹੁੰਦੇ ਪਏ ਨੇ ਸਿਰਫ ਇੱਕ ਆਪਸ਼ਨ ਆਪਾਂ ਨੂੰ ਸਹੀ ਦਿਖ ਰਿਹਾ ਦੈਟ ਇਜ਼ ਆਪਸ਼ਨ ਨੰਬਰ 1 ਅਕੋਰਡਿੰਗ ਟੂ ਕੁਐਸਚਨਸ ਨੀਡ highly combustible trash like plastic can be incinerated मतलब प्लास्टिक वर्गे बहुत ज्यादा जलनशील रद्दी ਨੂੰ ਇਨਸਿਨਰੇਟ ਕੀਤਾ ਜਾਂਦਾ ਹੈ ਸਾੜਿਆ ਜਾਂਦਾ ਹੈ ठीक है सो ਇਹਦਾ ਆਨਸਰ ਕੀ ਆ ਜਾਏਗਾ ਆਪਸ਼ਨ ਨੰਬਰ 1 क्लियर होया कोई दिक्कत कोई परेशानी है तो पूछ लो चलो आ भी बहुत अच्छा क्वेश्चन है इंपॉर्टेंट भी है ना क्वेश्चन अपन की कहता है पर ऑक्सी एसाइल नाइट्रेट PAN पर ऑक्सी एसाइल नाइट्रेट एंड ओजोन आर टर्म्ड एज पर ऑक्सी एसाइल नाइट्रेट ਅਤੇ ओजोन ਨੂੰ ਕੀ ਕਿਹਾ ਜਾਂਦਾ ਹੈ ਪ੍ਰਾਇਮਰੀ ਪੋਲਿਊਟੈਂਟਸ ਸੈਕੰਡਰੀ ਪੋਲਿਊਟੈਂਟਸ ਟਰਸ਼ਰੀ ਪੋਲਿਊਟੈਂਟਸ या can be called as primary, secondary or tertiary depending upon their formation in mesosphere, thermosphere, exosphere respectively. तो देखो pollutants, pollution ਦੇ ਹਿਸਾਬ ਦੇ ਨਾਲ क्वेश्चन आया ਹੋਇਆ तो देखो ਆਪਾਂ ਥੀਮ ਪੜ੍ਹਦੇ ਆ ਨਾ ਵਾਟਰ ਵਾਲੀ ਥੀਮ ਤਾਂ ਵਾਟਰ ਵਾਲੀ ਥੀਮ ਦੇ ਵਿੱਚ pollution ਆਉਂਦਾ ਹੈ ਵਾਟਰ pollution ਤਾਂ ਦੇਖੋ pollution ਟਰਮ ਵੀ ਬਹੁਤ ਇੰਪੋਰਟੈਂਟ ਹੈ ਸੋ pollution ਕਿੰਨੀ ਤਰ੍ਹਾਂ ਦਾ ਹੁੰਦਾ ਹੈ 에ਅਰ pollution, ਵਾਟਰ pollution, ਸਾਊਂਡ pollution, नॉइज पोल्यूशन है ना वो सारा आप देखांगे ਇਹਦੇ ਵਿੱਚ ਸੋ ਪੋਲਿਊਸ਼ਨ ਦਾ ਮਤਲਬ ਕੀ ਹੁੰਦਾ ਹੈ ਜਦੋਂ ਵੀ ਤੁਹਾਡੇ ਅਨਡਿਜ਼ਾਇਰੇਬਲ ਪਾਰਟੀਕਲਸ ਅਣਚਾਹੇ ਜਿਹੜੇ ਪਾਰਟੀਕਲਸ ਹੁੰਦੇ ਹੈ ਜਦੋਂ ਆਪਣੀ ਹਵਾ ਭੂਮੀ ਜਾਂ ਪਾਣੀ ਦੇ ਵਿੱਚ ਮਿਕਸ ਹੋ ਜਾਂਦੇ ਹੈ ਤਾਂ ਉਹ ਕੀ ਕਰਦੇ ਹੈ ਜੀ ਪੋਲਿਊਸ਼ਨ ਕਰਦੇ ਹੈ ਠੀਕ ਹੈ ਸੋ ਪੋਲਿਊਸ਼ਨ ਨੂੰ ਹੀ ਆਪਾਂ ਕੀ ਹੈ ਕਰਨ ਵਾਲੇ ਸਬਸਟੈਂਸਸ ਨੂੰ ਕੀ ਬੋਲਦੇ ਹਾਂ ਆਪਾਂ ਜਿਹੜੇ ਅਨਡਿਜ਼ਾਇਰੇਬਲ ਪਾਰਟੀਕਲਸ ਹੈ ਦੈਟ ਇਜ਼ ਨੋਨ ਐਸ ਪੋਲਿਊਟੈਂਟਸ ਠੀਕ ਹੋ ਗਿਆ ਸੋ ਇਹ ਜਿਹੜੇ ਪੋਲਿਊਟੈਂਟਸ ਹੈ ਇਹ ਦੋ ਤਰ੍ਹਾਂ ਦੇ ਹੋ ਸਕਦੇ ਹੈ ਆਪਣੇ ਕੋਲ ਇੱਕ ਹੁੰਦੇ ਹੈ ਪ੍ਰਾਇਮਰੀ ਪੋਲਿਊਟੈਂਟਸ ਇੱਕ ਹੁੰਦੇ ਆ ਜੀ ਆਪਣੇ ਕੋਲ ਸੈਕੰਡਰੀ ਪੋਲਿਊਟੈਂਟਸ ਜਿਹੜੇ ਪੋਲਿਊਟੈਂਟਸ ਹੈ ਉਹ ਆਪਣੇ ਕੋਲ ਦੋ ਤਰ੍ਹਾਂ ਦੇ ਨੇ ਪ੍ਰਾਇਮਰੀ ਪੋਲਿਊਟੈਂਟਸ ਐਂਡ ਸੈਕੰਡਰੀ ਪੋਲਿਊਟੈਂਟਸ ਪ੍ਰਾਇਮਰੀ ਪੋਲਿਊਟੈਂਟ ਪ੍ਰਾਥਮਿਕ ਜਿਹੜੇ ਪੋਲਿਊਟੈਂਟਸ ਹੁੰਦੇ ਆ ਉਹਨਾਂ ਦਾ ਮਤਲਬ ਕੀ ਹੁੰਦਾ ਹੈ
ਜਿਹੜੇ ਡਾਇਰੈਕਟ ਕਿਸੇ ਸੋਰਸ ਤੋਂ ਨਿਕਲਦੇ ਆ, ਡਾਇਰੈਕਟਲੀ ਰਿਲੀਜ਼ ਫਰੋਮ ਦਾ ਸੋਰਸ। ਜਿਵੇਂ ਆਪਾਂ ਕਹੀਏ ਜੀ ਆਪਣੇ ਕੋਲ ਕਾਰ ਚੱਲ ਰਹੀ ਹੈ, ਉਹਦੇ ਤੋਂ ਧੂਆਂ ਨਿਕਲ ਰਿਹਾ ਡਾਇਰੈਕਟਲੀ, ਹੈ ਨਾ। ਸੋ ਡਾਇਰੈਕਟਲੀ ਰਿਲੀਜ਼ ਫਰੋਮ ਅ ਸੋਰਸ, ਤਾਂ ਉਹਨੂੰ ਆਪਾਂ ਕੀ ਨਾਮ ਦੇਵਾਂਗੇ, ਦੈਟ ਇਜ਼ ਪ੍ਰਾਇਮਰੀ ਪੋਲਿਊਟੈਂਟਸ। ਤਾਂ ਇਹਦੇ ਵਿੱਚ ਆਪਾਂ ਗੱਲ ਕਰਦੇ ਹੁੰਨੇ ਆ ਆਪਣੇ ਕੋਲ ਨਾਈਟ੍ਰੋਜਨ ਆਕਸਾਈਡ ਦੀ, NOx, ਹੈ ਨਾ, X ਕੁਝ ਵੀ ਹੋ ਸਕਦਾ ਹੈ। ਤੁਸੀਂ ਗੱਲ ਕਰੋਗੇ ਜੀ ਸਾਡੀ ਕਾਰਬਨ ਮੋਨੋਆਕਸਾਈਡ, ਤੇ ਲਿਖ ਦੇਣਾ CO ਹੋ ਗਿਆ, ਹੈ ਨਾ, ਪ੍ਰਾਇਮਰੀ ਪੋਲਿਊਟੈਂਟ ਦੇ ਵਿੱਚ ਆਏਗਾ। NOx ਦੀ ਗੱਲ ਕਰੀਏ, ਆਹ ਨੇ ਪ੍ਰਾਇਮਰੀ ਪੋਲਿਊਟੈਂਟਸ। ਹੁਣ ਸੈਕੰਡਰੀ ਪੋਲਿਊਟੈਂਟਸ ਦਾ ਮਤਲਬ ਕੀ ਹੁੰਦਾ ਹੈ? ਤੁਸੀਂ ਕਹੋਗੇ ਜੀ ਜਦੋਂ ਇਹ ਹਵਾ ਦੇ ਵਿੱਚ ਰਿਲੀਜ਼ ਹੋਣਗੇ ਪ੍ਰਾਇਮਰੀ ਪੋਲਿਊਟੈਂਟਸ, ਇਹ ਫੋਟੋਕੈਮੀਕਲ ਰਿਐਕਸ਼ਨ ਕਰਨਗੇ, ਕਿਸੇ ਦੂਜੀਆਂ ਗੈਸਿਸ ਦੇ ਨਾਲ ਰਿਐਕਟ ਕਰਨਗੇ, ਅਲਟੀਮੇਟਲੀ ਫਿਰ ਕੀ ਕਰਨਗੇ ਜੀ, ਆਪਣੇ ਕੋਲ ਇਹਨਾਂ ਤੋਂ ਕੀ ਬਣੇਗਾ, ਸੈਕੰਡਰੀ ਪੋਲਿਊਟੈਂਟਸ। ਹੁਣ ਤੁਸੀਂ ਕਹੋਗੇ ਸਰ ਆ 2 ਦੇ ਉੱਪਰ 0 ਕਿਉਂ ਲਿਖਿਆ? ਜਦੋਂ ਆਪਾਂ ਪ੍ਰਾਇਮਰੀ ਨੂੰ ਸ਼ਾਰਟ ਫਾਰਮ ਦੇ ਵਿੱਚ ਲਿਖਦੇ ਆ ਨਾ, ਤਾਂ ਆਪਾਂ ਲਿਖ ਦਿੰਦੇ ਆ 1 ਦੇ ਉੱਪਰ 0 ਡਿਗਰੀ, ਹੈ ਨਾ। ਜਦੋਂ ਆਪਾਂ ਸੈਕੰਡਰੀ ਲਿਖਦੇ ਹੁੰਨੇ ਹਾਂ ਤਾਂ 2 ਦੇ ਉੱਪਰ ਕੀ ਲਿਖ ਦਿੰਦੇ ਆ, 0। ਸੋ ਪ੍ਰਾਇਮਰੀ ਐਂਡ ਸੈਕੰਡਰੀ। ਸੋ ਸੈਕੰਡਰੀ ਪੋਲਿਊਟੈਂਟਸ ਪੁੱਛੇ ਹੋਏ ਆ, ਸੋ ਕਿਹੜੇ ਹੁੰਦੇ ਆ ਸੈਕੰਡਰੀ ਪੋਲਿਊਟੈਂਟਸ? ਆਪਸ਼ਨ ਦੇਖੀਏ, ਇਹਨਾਂ ਨੇ ਕਿਹਾ ਹੋਇਆ ਆਪਣੇ ਕੋਲ ਪਰ ਆਕਸੀ, ਐਸਾਈਲ ਨਾਈਟ੍ਰੇਟ ਤੇ ਓਜ਼ੋਨ। ਇਹ ਪ੍ਰਾਇਮਰੀ ਨੇ ਜਾਂ ਸੈਕੰਡਰੀ ਨੇ? ਤੁਸੀਂ ਕਹੋਗੇ ਇਹ ਪ੍ਰਾਇਮਰੀ ਤਾਂ ਬਿਲਕੁਲ ਵੀ ਨਹੀਂ ਹੈਗੇ, ਇਹ ਕੀ ਨੇ, ਸੈਕੰਡਰੀ ਨੇ। ਫੋਟੋਕੈਮੀਕਲ ਰਿਐਕਸ਼ਨਸ ਦੇ ਨਾਲ ਬਣਦੇ ਹੈ ਇਹ, ਜਿਵੇਂ ਓਜ਼ੋਨ ਦੀ ਗੱਲ ਕਰੀਏ O3 ਬਣਦਾ ਹੈ ਨਾ, O2 + O, ਤਾਂ ਕੀ ਬਣਦਾ ਹੈ, ਓਜ਼ੋਨ ਬਣਦਾ ਹੈ ਨਾ। ਮੈਂ ਇਕੁਅਲ ਟੂ ਦਾ ਸਾਈਨ ਲਗਾਤਾ, ਇਕੁਅਲ ਟੂ ਦਾ ਸਾਈਨ ਨਹੀਂ ਆਊਗਾ, ਐਰੋ ਆਏਗੀ, 1 ਮਿੰਟ ਪੜਾਂਗੇ, ਜਦੋਂ ਓਜ਼ੋਨ ਪੜਾਂਗੇ ਇਹਦੇ ਬਾਰੇ ਸਾਰਾ ਡਿਟੇਲ ਦੇ ਵਿੱਚ ਕਰਾਂਗੇ। ਸੋ ਇਹ ਕੀ ਨੇ ਜੀ ਆਪਣੇ ਕੋਲ, ਆਪਣੇ ਸੈਕੰਡਰੀ ਪੋਲਿਊਟੈਂਟਸ ਨੇ, ਫੋਟੋਕੈਮੀਕਲ ਰਿਐਕਸ਼ਨਸ ਦੇ ਨਾਲ ਬਣਦੇ ਹੈ। ਜਦੋਂ ਸਨਲਾਈਟ ਇਹਨਾਂ ਤੇ ਪਏਗੀ, ਕਿਸੇ ਦੂਸਰੇ ਗੈਸਿਸ ਦੇ ਨਾਲ ਕੰਬਾਈਨ ਕਰਨਗੇ, ਫਿਰ ਜਾ ਕੇ ਆਪਣੇ ਕੋਲ ਪਰ ਆਕਸੀ, ਐਸਾਈਲ ਨਾਈਟ੍ਰੇਟ ਤੇ ਓਜ਼ੋਨ ਬਣਦਾ ਹੈ। ਸੋ ਆਨਸਰ ਕੀ ਆ ਜਾਏਗਾ ਜੀ ਆਪਣੇ ਕੋਲ, ਆਪਸ਼ਨ ਨੰਬਰ 2, ਸੈਕੰਡਰੀ ਪੋਲਿਊਟੈਂਟਸ। बोलो भी, क्लियर है? ਹੁਣ ਆਪਾਂ ਨੂੰ ਜਿਹੜੀ ਫੋਟੋ ਪ੍ਰੋਪਰ ਦਿਖ ਰਹੀ ਹੈ ਨਾ ਸਲਾਈਡ, ਚਲੋ ਚਲੋ ਅਗਲੇ ਕੁਐਸਚਨ ਤੇ ਚਲਦੇ ਹਾਂ ਫਿਰ ਆਪਾਂ। ਅਗਲਾ ਕੁਐਸਚਨ ਹੈ, ਜੜਾਂ ਦੇ 2 ਟਾਈਪ ਹੁੰਦੇ ਹਨ, the roots are of 2 types like tap root and fibrous root, which one of the following has the fibrous root? नीम, बनाना, बीन्स या none of the above। ਤਾਂ ਦੇਖੋ ਹੁਣ ਰੂਟ ਦੇ ਪਲਾਂਟਸ ਦੇ ਟੌਪਿਕ ਆ ਗਿਆ, ਤਾਂ ਜਿਹੜੀਆਂ ਰੂਟਸ ਹੈ ਨਾ, ਜੜਾਂ, ਬੇਸਿਕਲੀ ਜੜਾਂ ਨੂੰ ਆਪਾਂ ਨਾ 3 ਪਾਰਟਸ ਦੇ ਵਿੱਚ, 3 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਹੁੰਦਾ ਆਪਣੇ ਕੋਲ ਟੈਪ ਰੂਟ ਸਿਸਟਮ, ਠੀਕ ਹੈ। ਇੱਕ ਹੁੰਦਾ ਹੈ ਜੀ ਆਪਣੇ ਕੋਲ ਫਾਈਬਰਸ ਰੂਟ ਸਿਸਟਮ, ਇੱਕ ਹੁੰਦਾ ਹੈ ਜੀ ਆਪਣੇ ਕੋਲ ਐਡਵੈਂਟੀਸ਼ੀਅਸ ਰੂਟ ਸਿਸਟਮ। ਐਂਡ ਦੇਖੋ ਕਈ ਜਿਹੜੇ ਸ਼ਬਦ ਹੈਗੇ ਆਪਣੇ ਉਹ ਆਪਾਂ ਇੰਗਲਿਸ਼ ਦੇ ਵਿੱਚ ਯੂਜ਼ ਕਰ ਰਹੇ ਹਾਂ, ਕਿਉਂਕਿ ਡਾਇਰੈਕਟਲੀ ਆਪਣੇ ਕੋਲ ਇਹੀ ਵਰਡ ਜਿਹੜੇ ਉਹ ਪੁੱਛੇ ਜਾਂਦੇ ਆ।
है ना। सो टैप रूट सिस्टम, फाइबरस रूट सिस्टम ਤੇ ਐਡਵੈਂਟੀਸ਼ੀਅਸ रूट सिस्टम, ਇਹਨੂੰ ਸਮਝਣ ਲਈ ਆਪਾਂ ਨੂੰ ਕੀ ਹੈ, ਜਿਹੜਾ ਆਪਣਾ ਸੀਡ ਹੈ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਉਹਨਾਂ ਤੋਂ ਹੀ ਫਿਰ ਰੂਟ ਨੂੰ ਡਿਵੈਲਪ ਕਰਦੇ ਹੋਏ ਆਪਾਂ ਪਾਰਟ ਨੂੰ ਲਿਖਾਂਗੇ। ਤਾਂ ਦੇਖੋ ਇੱਥੇ ਇੱਕ ਛੋਟੀ ਜਿਹੀ ਚੀਜ਼ ਦੱਸਣ ਜਾ ਰਿਹਾ ਹਾਂ ਮੈਂ, ਆਹ ਨਾ ਆਪਾਂ ਸੀਡ ਦੀ ਇੱਕ ਸਟਰਕਚਰ ਬਣਾਉਨੇ ਆ। ਆਹ ਸੀਡ ਲੀਵਸ ਹੈ ਜਿਹਨੂੰ ਆਪਾਂ द्विबीजपत्री, ਇਕਰੀ ਬੀਜਪੱਤਰੀ ਤੁਸੀਂ ਸੁਣਿਆ ਹੋਣਾ ਹਨਾ, ਮੋਨੋਕੋਟ ਤੇ ਡਾਈਕੋਟ। ਆਹ ਮੈਂ ਕਿਹਦੀ ਸਟਰਕਚਰ ਬਣਾਈ ਹੈ, ਇੱਕ ਡਾਈਕੋਟ ਦੀ ਸਟਰਕਚਰ ਬਣਾਈ ਹੈ, ਡਾਈਕੋਟਿਲਿਡਨਰੀ ਸੀਡ ਦੀ, ਹਨਾ ਡਾਈਕੋਟ द्विबीजपत्री, ਜਿਹਦੇ ਵਿੱਚ ਆਪਣਾ ਜਿਹੜਾ ਫੂਡ ਹੈ ਉਹ ਸਟੋਰ ਹੁੰਦਾ ਹੈ। ਹੁਣ ਦੇਖੋ ਆਹ ਇਸ ਐਕਸਿਸ ਨੂੰ ਆਪਾਂ ਕੀ ਬੋਲਾਂਗਾ, ਮੇਰੇ ਕੋਲ ਐਮਬ੍ਰਾਇਨਲ ਐਕਸਿਸ ਹੈ, ਆਹ ਪੂਰਾ ਦਾ ਪੂਰਾ ਐਕਸਿਸ ਹੈ ਮੇਰੇ ਕੋਲ, ਜਿਹਦੇ ਨਾਲ ਮੇਰੇ ਕੋਲ ਕੀ ਲਟਕ ਰਿਹਾ ਹੈ, सीड लीव्स लटक रही हैं, जिन्हों मैं की बोलांगा कॉटिलेडन। सो दिस इज योर कॉटिलेडन, ठीक है जी। देखो छोटिया छोटिया चीज़ां जो बहुत इंपोर्टेंट है, याद रखने वालियां। हुण इहो जिहा एरिया, वो वाला एरिया जिथे जिथे अपने कोल की है जी, अपनी जिहड़ी कॉटिलेडन अटैच है, आ वाला एरिया जिहड़ा मैं गुलाबी रंग दे विच दिखा रहा हाँ, इहनूं एक स्पेशल नाम दिता जाता है, दैट इज नोन एज कॉटिलिडनरी नोड। ਆਪਾਂ ਕਹਿੰਦੇ ਨਾ ਆਪਣੀ ਜਿਹੜੀ ਸਟੈਮ ਹੈ, ਤਣਾ ਹੁੰਦਾ ਹੈ, ਤਣੇ ਤੇ ਧਾਰੀਆਂ ਹੁੰਦੀਆਂ, ਲਾਈਨਾਂ ਹੁੰਦੀਆਂ, ਉਹਨਾਂ ਲਾਈਨਾਂ ਨੂੰ ਆਪਾਂ ਕੀ ਬੋਲਦੇ ਹਾਂ, ਨੋਡ ਬੋਲਦੇ ਹਾਂ। ਤੇ ਉਹਦੇ ਤੋਂ ਹੀ ਆਪਣੇ ਕੋਲ ਜਿਹੜੀਆਂ ਪੱਤੀਆਂ ਹੈ, ਲੀਵਸ ਉਹ ਗਰੋ ਕਰਦੀਆਂ ਹੈ। ਲੋ ਮੈਂ ਉਹ ਵੀ ਥੋੜਾ ਜਿਹਾ ਤੁਹਾਨੂੰ ਹਿੰਟ ਦੇ ਦੇਣਾ। ਆ ਜੜਾ ਹੋ ਗਈਆਂ, ਉੱਤੇ कहता जी ਇਹ ਤਣਾ ਹੈ, ਹਲੋ ਤਣਾ ਬਣਾਤਾ ਆਪਾਂ, ਇੱਥੇ ਧਾਰੀਆਂ ਦਿਖਾਤੀਆਂ, ਹਲੋ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਨੋਡ। ਤੇ ਇਹਨਾਂ ਨੋਡਸ ਤੋਂ ਹੀ ਆਪਣੇ ਕੋਲ ਕੀ ਅਰਾਈਜ਼ ਕਰਦਾ ਹੈ, ਆਪਣੀਆਂ ਲੀਵਸ ਅਰਾਈਜ਼ ਕਰਦੀਆਂ ਹੈ। ਤਾਂ ਉਵੇਂ ਹੀ ਆਹ ਇੱਕ ਨੋਡ ਹੈ ਜਿੱਥੋਂ ਆਪਣੇ ਸੀਡ ਲੀਵਸ, ਜਿਹਨੂੰ ਆਪਾਂ ਕੀ ਬੋਲ ਰਹੇ ਹਾਂ, ਕੋਟਿਲਿਡਨਸ, ਉਹ ਅਰਾਈਜ਼ ਕਰ ਰਹੇ ਆ। ਸੋ ਇਸ ਕਰਕੇ ਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਨੋਨ ਐਸ ਕੋਟਿਲਿਡਨਰੀ ਨੋਡ। ਚਲੋ ਹੁਣ ਮੈਂ ਤੁਹਾਨੂੰ ਐਕਚੁਅਲ ਦੇ ਵਿੱਚ ਸਮਝਾਉਣ ਦੀ ਕੀ ਕੋਸ਼ਿਸ਼ ਕਰ ਰਿਹਾ ਹਾਂ। ਆ ਕੋਟਿਲਿਡਨਰੀ ਨੋਡ ਦਾ ਬਿਲਕੁਲ ਆ ਦੇਖੋ, ਇੱਥੇ ਟੌਪ ਮੋਸਟ ਪੋਰਸ਼ਨ ਤੁਹਾਨੂੰ ਦਿਖ ਰਿਹਾ, ਆ ਵਾਲਾ ਇੱਕ ਉੱਪਰ ਦਿਖ ਰਿਹਾ ਹੈ, ਇੱਕ ਤੁਹਾਨੂੰ ਥੱਲੇ ਦਿਖਣ ਨੂੰ ਮਿਲੇਗਾ, ਆ ਰਿਹਾ ਹੈ ਨਾ, ਜੋ ਨੀਲੇ ਦੇ ਵਿੱਚ ਡਰਾ ਕਰਤਾ ਦਿਖ ਰਿਹਾ ਨਾ। ਇੱਕ ਗ੍ਰੀਨ ਦੇ ਵਿੱਚ ਡਰਾ ਕੀਤਾ ਹੈ ਆਪਾਂ, ਉਹਨੂੰ ਮੈਂ ਥੋੜਾ ਜਿਹਾ ਵੱਡਾ ਕਰ ਦਿੰਦਾ ਸਾਈਜ਼ ਦੇ ਵਿੱਚ, ਇੱਕ ਆਪਾਂ ਬਲੂ ਦੇ ਵਿੱਚ ਡਰਾ ਕੀਤਾ ਹੈ। ਲੋ ਮੈਂ ਸਾਈਜ਼ ਵੱਡਾ ਕਰ ਦਿੰਦਾ, ਆ ਦੇਖੋ ਆ ਨੀਲੇ ਕਲਰ ਦੇ ਵਿੱਚ, ਉੱਪਰ ਮੈਂ ਦਿਖਾਤਾ ਹਰੇ ਕਲਰ ਦੇ ਵਿੱਚ। ਹਲੋ ਆਹ ਜਿਹੜਾ ਮੈਂ ਪੋਰਸ਼ਨ ਦਿਖਾਇਆ ਹੈ ਗ੍ਰੀਨ ਕਲਰ ਦੇ ਵਿੱਚ, ਇਹਨੂੰ ਮੈਂ ਇੱਕ ਨਾਮ ਦੇਵਾਂਗਾ, ਦੈਟ ਇਜ਼ ਨੋਨ ਐਸ ਰੈਡੀਕਲ, ਠੀਕ ਹੈ। ਤੇ ਜਿਹੜਾ ਮੈਂ ਬਲੂ ਕਲਰ ਦੇ ਵਿੱਚ ਦਿਖਾਇਆ ਹੈ, ਇਹਨੂੰ ਮੈਂ ਕੀ ਨਾਮ ਦੇਵਾਂਗਾ, ਦੈਟ ਇਜ਼ ਨੋਨ ਐਸ ਪਲੀਮਿਊਲ। ਤੁਸੀਂ ਕਹੋਗੇ ਸਰ ਉਲਟਾ ਕਰਤਾ, ਬਿਲਕੁਲ ਕਰਤਾ, ਫੇਟ ਕਰੋ। ਲਓ ਆਹ ਜਿਹੜਾ ਗ੍ਰੀਨ ਦੇ ਵਿੱਚ ਡਰਾ ਕੀਤਾ ਹੈ, ਇਹਨੂੰ ਆਪਾਂ ਬੋਲਾਂਗੇ ਪਲੀਮਿਊਲ। ਤੇ ਜਿਹੜਾ ਆਪਾਂ ਬਲੂ ਦੇ ਵਿੱਚ ਡਰਾ ਕੀਤਾ ਹੈ, ਇਹਨੂੰ ਆਪਾਂ ਕੀ ਬੋਲਾਂਗੇ, ਰੈਡੀਕਲ। ਲਓ ਹੁਣ ਤੁਹਾਡੇ ਲਈ ਜਿਹੜਾ ਇੱਕ ਬੇਸ ਕਰਨਾ ਸੀ ਤਿਆਰ ਹੋ ਚੁੱਕਿਆ ਹੈ। ਹੁਣ ਤੁਸੀਂ ਜੜਾਂ ਦੀ ਗੱਲ ਕਰ ਰਹੇ ਹੋ, ਸਰ ਟੈਪ ਰੂਟ ਸਿਸਟਮ ਹੁੰਦਾ ਹੈ, ਫਾਈਬਰਸ ਰੂਟ ਸਿਸਟਮ ਹੁੰਦਾ ਹੈ, ਸਾਡੇ ਕੋਲ ਐਡਵੈਂਟੀਸ਼ੀਅਸ ਰੂਟ ਸਿਸਟਮ ਹੁੰਦਾ, ਕੀ ਹੈ ਐਕਚੁਅਲ ਦੇ ਵਿੱਚ? ਤਾਂ ਉਹ ਆਪਾਂ ਰਿਲੇਟ ਕਰਦੇ ਹੁੰਦੇ ਆ ਇਸ ਰੈਡੀਕਲ ਦੀ ਟਰਮ ਤੋਂ, ਇਸ ਰੈਡੀਕਲ ਨੂੰ ਰਿਲੇਟ ਕਰਾਂਗੇ ਆਪਾਂ। ਤਾਂ ਦੇਖੋ ਆਹੀ ਰੈਡੀਕਲ ਜਿਹੜਾ ਹੈ, R ਫॉर ਰੈਡੀਕਲ, R ਫॉर ਕੀ ਹੁੰਦਾ ਹੈ, ਰੂਟ ਹੁੰਦਾ ਹੈ ਨਾ। ਸੋ ਆਹੀ ਰੈਡੀਕਲ ਤੋਂ ਕੀ ਅਰਾਈਜ਼ ਹੁੰਦਾ, ਆਪਣੇ ਕੋਲ ਰੂਟ ਅਰਾਈਜ਼ ਹੁੰਦੀ ਹੈ, ਆਪਣੀਆਂ ਜੜਾਂ ਅਰਾਈਜ਼ ਹੁੰਦੀਆਂ ਨੇ। ਹੁਣ ਆਪਣੀ ਰੂਟ ਅਰਾਈਜ਼ ਹੋ ਰਹੀ ਹੈ ਰੈਡੀਕਲ ਤੋਂ, ਤਾਂ ਉਸ ਰੂਟ ਨੂੰ ਆਪਾਂ ਕੀ ਬੋਲਾਂਗੇ, ਟਰੂ ਰੂਟ। ਟਰੂ ਰੂਟ ਦਾ ਮਤਲਬ ਕੀ ਹੈ, ਜਿਹੜੀ ਜੜ ਜਾਂ ਜਿਹੜੀ ਰੂਟ ਰੈਡੀਕਲ ਤੋਂ ਅਰਾਈਜ਼ ਹੋ ਰਹੀ ਹੈ,
ਅਰਾਈਜ਼ ਦਾ ਮਤਲਬ ਹੁੰਦਾ ਨਿਕਲਣਾ, ਹਨਾ। ਜਿਹੜੀ ਰੂਟ ਰੈਡੀਕਲ ਤੋਂ ਨਿਕਲ ਰਹੀ ਹੈ ਉਹਨੂੰ ਆਪਾਂ ਕੀ ਬੋਲਾਂਗੇ, ਰੈਡੀਕਲ ਤੋਂ ਅਰਾਈਜ਼ ਹੋ ਰਹੀ ਹੈ ਜਾਂ ਰੈਡੀਕਲ ਤੋਂ ਨਿਕਲ ਰਹੀ ਹੈ, ਉਹਨੂੰ ਆਪਾਂ ਨਾਮ ਦੇਵਾਂਗੇ ਟਰੂ ਰੂਟ। ਤਾਂ ਦੇਖੋ ਹੁਣ ਟੈਪ ਰੂਟ ਸਿਸਟਮ ਸਮਝੋ ਕੀ ਹੁੰਦਾ ਹੈ। ਮੈਂ ਗੱਲ ਕਰ ਰਿਹਾ ਟੈਪ ਰੂਟ ਸਿਸਟਮ ਦੀ। ਕੋਈ ਵੀ ਚੀਜ਼ ਇਹੋ ਜਿਹੀ ਆਪਾਂ ਰਹਿਣ ਹੀ ਨਹੀਂ ਦੇਣੀ ਜੋ ਤੁਹਾਨੂੰ ਸਮਝ ਨਾ ਆਵੇ। ਤਾਂ ਦੇਖੋ ਆਹ ਤੁਹਾਡੀ ਇੱਕ ਰੂਟ ਹੈ, हेलो हेलो ओके। सो आह रूट है अपनी, एक मेन रूट है ना। आह रूट निकल के आ गई ते आह रूट निकली कित्थों है, इत्थे अपने कोल की पिया सी रेडिकल। तो मैं लिख देना हाँ आह पिया जी रेडिकल। आह जिहड़ी रूट निकल के आई है कित्थों निकल के आई है, रेडिकल तो। आ रेडिकल तो निकल के आई है अपनी ट्रू रूट, ठीक है। हुण ठीक है ना। ਤਾਂ ਇੱਥੇ ਮੈਂ ਬਣਾਤਾ ਆਹ ਮੇਰੇ ਕੋਲ ਕੀ ਹੈ ਜੀ, ਰੈਡੀਕਲ ਹੈ ਨਾ। ਸੋ ਆਹ ਜਿਹੜਾ ਰੈਡੀਕਲ ਹੈ, ਰੈਡੀਕਲ ਤੋਂ ਆਪਣੇ ਕੋਲ ਇੱਕ ਰੂਟ ਨਿਕਲ ਰਹੀ ਹੈ। ਸੋ ਇਸ ਰੂਟ ਨੂੰ, ਜੋ ਰੂਟ ਆਪਣੀ ਰੈਡੀਕਲ ਤੋਂ ਨਿਕਲਦੀ ਹੈ ਉਹਨੂੰ ਆਪਾਂ ਕੀ ਨਾਮ ਦਿੰਨੇ ਹਾਂ, ਦੈਟ ਇਜ਼ ਨੋਨ ਐਸ ਪ੍ਰਾਇਮਰੀ ਰੂਟ। ਇਹਨੂੰ ਆਪਾਂ ਕੀ ਨਾਮ ਦੇ ਦਾਂਗੇ, ਦੈਟ ਇਜ਼ ਪ੍ਰਾਇਮਰੀ ਰੂਟ। ਕਲੀਅਰ ਹੈ। ਹੁਣ ਇਸ ਪ੍ਰਾਇਮਰੀ ਰੂਟ ਤੋਂ ਅੱਗੇ ਕੀ ਨਿਕਲਣਗੀਆਂ ਜੀ, ਆਪਣੀਆਂ ਸ਼ਾਖਾਵਾਂ ਲਾਈਕ ਦਿਸ, ਦੇਖੋ ਹਨਾ ਸ਼ਾਖਾਵਾਂ ਨਿਕਲ ਰਹੀਆਂ ਹੈ। ਇਹਨਾਂ ਸ਼ਾਖਾਵਾਂ ਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਨੋਨ ਐਸ ਸੈਕੰਡਰੀ ਰੂਟ। ਦੱਸਿਆ ਸੀ ਨਾ ਮੈਂ 2 ਦੇ ਉੱਪਰ ਅਗਰ ਆਪਾਂ ਡਿਗਰੀ ਲਗਾ ਦਾਂਗੇ ਤਾਂ ਮਤਲਬ ਉਹ ਆਪਣੇ ਕੋਲ ਸੈਕੰਡਰੀ, 1 ਦੇ ਉੱਪਰ ਡਿਗਰੀ ਲਗਾ ਦਾਂਗੇ ਤਾਂ ਮਤਲਬ ਆਪਣੇ ਕੋਲ ਕੀ ਹੋ ਜਾਏਗਾ, ਪ੍ਰਾਇਮਰੀ। ਹੁਣ ਦੇਖੋ ਫਿਰ ਤੋਂ ਕੀ ਹੋਏਗਾ, ਇਹਨਾਂ ਸੈਕੰਡਰੀ ਰੂਟਸ ਤੋਂ ਫਿਰ ਤੋਂ ਅੱਗੇ ਸ਼ਾਖਾਵਾਂ ਨਿਕਲਣੀਆਂ ਆਪਾਂ ਨੂੰ ਦਿਖਾਈ ਦੇਣਗੀਆਂ। ਆ ਦੇਖੋ ਸੈਕੰਡਰੀ ਤੋਂ ਸ਼ਾਖਾਵਾਂ ਨਿਕਲਣਗੀਆਂ, ਹੁਣ ਆ ਦੇਖੋ ਹੈਨਾ। ਹੁਣ ਦੇ ਆਹ ਸੈਕੰਡਰੀ ਤੋਂ ਸ਼ਾਖਾਵਾਂ ਨਿਕਲ ਰਹੀਆਂ, ਇਹਨੂੰ ਆਪਾਂ ਕੀ ਨਾਮ ਦੇਵਾਂਗੇ, ਦੈਟ ਇਜ਼ ਨੋਨ ਐਸ ਟਰਸ਼ਰੀ ਰੂਟ। ਸੋ ਰੂਟ ਦਾ ਇੱਕ ਇਹੋ ਜਿਹਾ ਸਿਸਟਮ ਜਿਹਦੇ ਵਿੱਚ ਇੱਕ ਮੇਨ ਪ੍ਰਾਇਮਰੀ ਰੂਟ ਹੁੰਦੀ ਹੈ। ਤਾਂ ਮੈਂ ਲਿਖ ਦਿੰਨਾ ਮੇਨ ਕੀ ਹੋਏਗਾ ਜੀ ਉਹਦੇ ਵਿੱਚ, ਪ੍ਰਾਇਮਰੀ ਰੂਟ। ਪ੍ਰਾਇਮਰੀ ਰੂਟ ਤੋਂ ਕੀ ਨਿਕਲੇਗਾ, ਸੈਕੰਡਰੀ ਰੂਟ। ਤੇ ਅੱਗੇ ਸੈਕੰਡਰੀ ਤੋਂ ਕੀ ਨਿਕਲੇਗਾ ਜੀ, ਫਿਰ ਆਪਣੇ ਕੋਲ ਟਰਸ਼ਰੀ ਰੂਟ। ਤਾਂ ਇਸ ਤਰ੍ਹਾਂ ਦੇ ਰੂਟ ਸਿਸਟਮ ਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਨੋਨ ਐਸ ਟੈਪ ਰੂਟ ਸਿਸਟਮ। ਠੀਕ ਹੈ। ਸੋ ਇਸ ਤਰ੍ਹਾਂ ਦੇ ਰੂਟ ਸਿਸਟਮ ਨੂੰ ਆਪਾਂ ਕੀ ਨਾਮ ਦਿੰਨੇ ਹੁੰਨੇ ਆ ਜੀ, ਦੈਟ ਇਜ਼ ਨੋਨ ਐਸ ਟੈਪ ਰੂਟ ਸਿਸਟਮ। ਸੋ ਅੱਗੇ ਤੁਸੀਂ ਪੜ੍ਹਨਾ ਹੈ ਫਾਈਬਰਸ ਰੂਟ ਸਿਸਟਮ। ਫਾਈਬਰਸ ਕੀ ਹੁੰਦਾ ਹੈ, ਤੁਹਾਨੂੰ ਹੁਣੇ 1 ਮਿੰਟ ਦੇ ਵਿੱਚ ਫਰਕ ਪਤਾ ਚੱਲ ਜਾਏਗਾ ਕੀ ਫਰਕ ਹੈ। ਫਾਈਬਰਸ ਰੂਟ ਸਿਸਟਮ, ਇਹਦੇ ਵਿੱਚ ਕੀ ਹੁੰਦੀ ਹੈ, ਜਿਹੜੀ ਪ੍ਰਾਇਮਰੀ ਰੂਟ ਹੁੰਦੀ ਹੈ ਨਾ, ਸ਼ਾਰਟ ਲਿਵਡ ਹੁੰਦੀ ਹੈ। ਸ਼ਾਰਟ ਲਿਵ ਦਾ ਮਤਲਬ ਬਹੁਤ ਥੋੜੇ ਸਮੇਂ ਲਈ ਹੀ ਜੀਵਿਤ ਰਹਿੰਦੀ ਹੈ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦੀ ਹੈ। ਤਾਂ ਦੇਖੋ ਆਹ ਮੈਂ ਬਣਾਇਆ ਰੈਡੀਕਲ, ਠੀਕ ਹੈ। ਰੈਡੀਕਲ ਤੋਂ ਕੋਈ ਨਿਕਲੀ ਪ੍ਰਾਇਮਰੀ ਰੂਟ, ਆ ਨਿਕਲ ਗਈ, ਥੋੜੇ ਸਮੇਂ ਲਈ ਜੀਵਿਤ ਰਹੀ, ਉਸ ਤੋਂ ਬਾਅਦ ਕੀ ਹੋ ਗਿਆ, ਡੀਜਨਰੇਟ ਹੋ ਗਈ। ਤਾਂ ਧਿਆਨ ਰੱਖਿਓ, ਹੁਣ ਬਹੁਤ ਇੰਪੋਰਟੈਂਟ ਚੀਜ਼ ਦੱਸਣ ਜਾ ਰਹੇ ਹਾਂ। ਥੋੜੇ ਸਮੇਂ ਲਈ ਜੀਵਿਤ ਰਹੀ, ਉਸ ਤੋਂ ਬਾਅਦ ਇਹ ਖਤਮ ਹੋ ਗਈ। ਉਸ ਤੋਂ ਬਾਅਦ ਆਪਾਂ ਕਹਿੰਦੇ ਆ ਜੀ ਇਹਦੇ ਉੱਪਰ ਪਲੀਮਿਊਲ ਵਾਲਾ ਏਰੀਆ ਹੁੰਦਾ ਹੈ, ਇਹਦੇ ਤੋਂ ਕੀ ਨਿਕਲਦਾ ਹੈ, ਆਪਣੀ ਸਟੈਮ ਨਿਕਲਦੀ ਹੈ। ਮੈਂ ਦਿਖਾਤੀ ਆ ਸਟੈਮ ਨਿਕਲਦੀ ਹੋਈ। ਜਦੋਂ ਪ੍ਰਾਇਮਰੀ ਰੂਟ ਡੀਜਨਰੇਟ ਹੋਈ ਤਾਂ ਫਿਰ ਜ਼ਮੀਨ ਦੇ ਵਿੱਚ ਐਕਚੁਅਲ ਦੇ ਵਿੱਚ ਆਪਣੇ ਪਲਾਂਟ ਨੂੰ ਫਿਕਸ ਕਰਵਾਉਣ ਦਾ ਕੰਮ ਕੌਣ ਕਰੇਗਾ, ਕਿ ਮੇਨ ਜਿਹੜੀਆਂ ਸ਼ਾਖਾਵਾਂ ਉਹ ਕਿਹਦੇ ਕੋਲ ਨਿਕਲਣਦੀਆਂ ਹੈ ਆਪਣੀਆਂ, ਤੁਸੀਂ ਕਹੋਗੇ ਜੀ ਆਪਣੇ ਪ੍ਰਾਇਮਰੀ ਰੂਟ ਤੋਂ ਨਿਕਲਦੀਆਂ ਹੈ। ਤਾਂ ਹੁਣ ਜਦੋਂ ਪ੍ਰਾਇਮਰੀ ਰੂਟ ਹੀ ਖਤਮ ਹੋ ਗਈ ਤਾਂ ਕੀ ਹੋਏਗਾ, ਆਹ ਜਿਹੜਾ ਤਣੇ ਦਾ ਬੇਸ ਹੈ, ਇਸ ਬੇਸ ਤੋਂ ਆਪਣੇ ਕੋਲ ਕੀ ਨਿਕਲੇਗਾ ਜੀ, ਅੱਗੇ ਸ਼ਾਖਾਵਾਂ ਨਿਕਲਣਗੀਆਂ। ਆ ਦੇਖੋ ਆਹ ਬੇਸ ਹੈ ਸਟੈਮ ਦਾ, ਹੁਣ ਕੀ ਨਿਕਲੇਗਾ, ਇਸ ਤੋਂ ਅੱਗੇ ਸ਼ਾਖਾਵਾਂ ਨਿਕਲਣੀਆਂ ਸਟਾਰਟ ਹੋ ਜਾਣਗੀਆਂ। ਆ ਲਓ ਐਵੇਂ ਇਸ ਬੇਸ ਤੋਂ ਨਿਕਲਣਗੀਆਂ ਸ਼ਾਖਾਵਾਂ, ਇੱਕ ਜਾਲ ਬਣਾ ਲੈਣਗੀਆਂ ਜ਼ਮੀਨ ਦੇ ਵਿੱਚ। ਸੋ ਇਹਨੂੰ ਮੈਂ ਬੋਲਾਂਗਾ ਦੈਟ ਇਜ਼ ਬੇਸ ਆਫ ਦਾ ਸਟੈਮ, ਜੋ ਬਲੈਕ ਕਲਰ ਦੇ ਵਿੱਚ ਆਪਾਂ ਦਿਖਾਇਆ ਹੈ। ਸੋ ਹੁਣ ਸਟੈਮ ਦੇ ਬੇਸ ਤੋਂ ਆਪਣੇ ਕੋਲ ਕੀ ਨਿਕਲ ਰਿਹਾ ਹੈ, ਰੂਟਸ ਨਿਕਲ ਰਹੀਆਂ ਹੈ। ਰੂਟਸ ਆਰ ਅਰਾਈਜ਼ਿੰਗ। ਫਰਕ ਪਤਾ ਚੱਲ ਗਿਆ। ਜਦੋਂ ਆਪਾਂ ਗੱਲ ਕਰ ਰਹੇ ਹਾਂ ਆਪਣਾ ਪ੍ਰਾਇਮਰੀ ਰੂਟ
ਬਹੁਤ ਥੋੜੇ ਸਮੇਂ ਲਈ ਜੀਵਿਤ ਰਹੇਗੀ, ਉਸ ਤੋਂ ਬਾਅਦ ਖਤਮ ਹੋ ਜਾਏਗੀ। ਪ੍ਰਾਇਮਰੀ ਰੂਟ ਖਤਮ ਹੋਈ, ਫਿਰ ਕਿਤੇ ਨਾ ਕਿਤੇ ਕਿਹੜੇ ਪਾਸੋਂ ਤਾਂ ਆਪਣੇ ਕੋਲ ਕੀ ਹੈ ਜੀ, ਜਿਹੜੀਆਂ ਜੜਾਂ ਨਿਕਲਣੀਆਂ ਪੈਣਗੀਆਂ, ਤਾਂ ਕਿ ਹੁਣ ਆਪਣੇ ਕੋਲ ਕੀ ਹੋ ਸਕੇ, ਆਪਣਾ ਜਿਹੜਾ ਬੂਟਾ ਹੈ, ਪੌਦਾ ਹੈ, ਉਹ ਜ਼ਮੀਨ ਦੇ ਵਿੱਚ ਧਸਿਆ ਰਵੇ, ਕਿਉਂਕਿ ਰੂਟਸ ਹੀ ਨਾ ਹੋਣਗੀਆਂ। ਕਿਉਂਕਿ ਰੂਟਸ ਨੇ ਕੀ ਕਰਨਾ, ਆਪਣੀ ਜ਼ਮੀਨ ਦੇ ਵਿੱਚ ਉਹਨੂੰ ਐਨਕਰੇਜ ਵਾਸਤੇ ਇੱਕ ਆਪਾਂ ਕਹਿੰਦੇ ਮੋਟੀਵੇਸ਼ਨ ਪ੍ਰੋਵਾਈਡ ਕਰਨੀ ਹੈ। ਸੋ ਹੋਏਗਾ ਕੀ, ਹੁਣ ਆਪਣੇ ਕੋਲ ਪ੍ਰਾਇਮਰੀ ਰੂਟ ਸੀਗੀ, ਲੇਕਿਨ ਉਹ ਸ਼ਾਰਟ ਲਿਵਡ ਸੀ, ਖਤਮ ਹੋ ਗਈ। ਫਿਰ ਬੇਸ ਆਫ ਦਾ ਸਟੈਮ ਯਾਨੀ ਤਣੇ ਦੇ ਬਿਲਕੁਲ ਬੇਸ ਤੋਂ ਆਪਣੇ ਕੋਲ ਰੂਟਸ ਨਿਕਲਣੀਆਂ ਸਟਾਰਟ ਹੋ ਗਈਆਂ, ਤਾਂ ਉਹਨੂੰ ਆਪਾਂ ਕੀ ਨਾਮ ਦੇਵਾਂਗੇ, ਦੈਟ ਇਜ਼ ਨੋਨ ਐਸ ਫਾਈਬਰਸ ਰੂਟ ਸਿਸਟਮ। ਹੈ ਨਾ, ਤੁਸੀਂ ਘਾਹ ਪੱਟ ਕੇ ਦੇਖੋ ਤਾਂ ਤੁਸੀਂ ਕਹਿੰਦੇ ਹੋ ਜੀ ਘਾਹ ਨੂੰ ਜਦੋਂ ਪੱਟਦੇ ਆ ਨਾ, ਬਹੁਤ ਸਾਰੀਆਂ ਜਿਹੜੀਆਂ ਸ਼ਾਖਾਵਾਂ ਪੱਟੀ ਜਾਂਦੀਆਂ। ਤੁਸੀਂ ਇੱਕ ਆਪਣੇ ਕੋਲ ਵੀਟ ਹੋ ਗਿਆ, ਰਾਈਸ ਹੋ ਗਿਆ, ਉਹਨੂੰ ਪੱਟ ਕੇ ਦੇਖੋਗੇ ਨਾ, ਤਾਂ ਥੱਲੋਂ ਤੁਹਾਨੂੰ ਕੀ ਦਿਖੇਗਾ, ਬਹੁਤ ਸਾਰੀਆਂ ਆਪਣੇ ਕੋਲ ਜੜਾਂ ਦੇਖਣ ਨੂੰ ਮਿਲਣਗੀਆਂ। ਤਾਂ ਉਹ ਕਿਹਦੀ ਐਗਜ਼ਾਮਪਲ ਆ, ਆਪਣੀਆਂ ਫਾਈਬਰਸ ਰੂਟ ਸਿਸਟਮ। ਤਾਂ ਫਾਈਬਰਸ ਰੂਟ ਸਿਸਟਮ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਮੋਨੋਕੋਟਸ ਦੇ ਵਿੱਚ। ਠੀਕ ਹੈ, ਤੇ ਜਿਹੜੀ ਤੁਹਾਡੀ ਐਗਜ਼ਾਮਪਲ ਦਿੱਤੀ ਹੋਈ ਹੈ, ਉਹਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਤੁਹਾਡੀ ਬਨਾਨਾ ਦੀ ਵੀ। ਬਨਾਨਾ ਹੋ ਗਿਆ, ਸ਼ੂਗਰ ਕੇਨ ਹੋ ਗਿਆ, ਆਪਣੇ ਕੋਲ ਵੀਟ ਹੋ ਗਿਆ, ਰਾਈਸ ਹੋ ਗਿਆ, ਸਾਰੇ ਮੋਨੋਕੋਟਸ ਨੇ। ਇਹਦਾ ਸਿੰਪਲ ਜਿਹਾ ਮਤਲਬ ਕੀ ਹੈ, ਬਨਾਨਾ ਦੇ ਵਿੱਚ ਤੁਹਾਨੂੰ ਕੀ ਦੇਖਣ ਨੂੰ ਮਿਲਦਾ ਹੈ, ਫਾਈਬਰਸ ਰੂਟ ਸਿਸਟਮ। ਤੁਸੀਂ ਕਹੋਗੇ ਸਰ ਇੱਕ ਹੋਰ ਸੀਗੀ, ਉਹ ਤਾਂ ਤੁਸੀਂ ਦੱਸੀ ਨਹੀਂ, ਐਡਵੈਂਟੀਸ਼ੀਅਸ ਰੂਟ। ਹਾਂ ਬਿਲਕੁਲ ਦੱਸਾਂਗਾ, ਹੈ ਨਾ, ਦੱਸਣ ਵਾਸਤੇ ਬੈਠੇ ਆਪਾਂ ਇੱਥੇ, ਐਡਵੈਂਟੀਸ਼ੀਅਸ ਰੂਟ ਸਿਸਟਮ। ਹੁਣ ਕੀ ਹੁੰਦਾ ਹੈ ਐਡਵੈਂਟੀਸ਼ੀਅਸ ਰੂਟਸ? ਆਪਣੇ ਕੋਲ ਜਦੋਂ ਰੂਟਸ ਰੈਡੀਕਲ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, so roots are arised other than radical। ਰੈਡੀਕਲ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ। ਆਪਾਂ ਕਹੀਏ ਜੀ ਆਪਣੇ ਕੋਲ ਜਿਵੇਂ ਬਰਗਦ ਦਾ ਪੇੜ ਹੁੰਦਾ ਹੈ, ਸਾਰਿਆਂ ਨੇ ਦੇਖਿਆ ਹੋਣਾ, ਬਨਿਆਨ ਟਰੀ ਦੇਖਿਆ ਹੋਇਆ ਨਾ ਸਾਰਿਆਂ ਨੇ, ਬਨਿਆਨ ਟਰੀ। ਤਾਂ ਉਹਦੇ ਜਿਹੜੀਆਂ ਉੱਪਰ ਵਾਲੀਆਂ ਸ਼ਾਖਾਵਾਂ ਹੁੰਦੀਆਂ, ਉਹਦੇ ਤੋਂ ਜੜਾਂ ਲਮਕ ਕੇ ਥੱਲੇ ਤੱਕ ਜ਼ਮੀਨ ਤੱਕ ਆ ਰਹੀਆਂ ਹੁੰਦੀਆਂ। ਸੋ ਦੇਖੋ ਰੈਡੀਕਲ ਦਾ ਲੈਣਾ ਦੇਣਾ ਉੱਪਰ ਦਾ ਕੁਝ ਹੈ ਹੀ ਨਹੀਂ। ਆਪਾਂ ਕਹਿੰਦੇ ਆ ਜੀ ਜ਼ਮੀਨ ਦੇ ਅੰਦਰ ਆਪਣੀ ਰੂਟਸ ਅਰਾਈਜ਼ ਕਰਦੀਆਂ ਹੈ, ਤਾਂ ਉਹ ਰੈਡੀਕਲ ਤੋਂ ਕਰਦੀਆਂ। ਹੁਣ ਦੇਖੋ ਹਵਾ ਦੇ ਵਿੱਚ ਆਪਣੇ ਕੋਲ ਜਿਹੜਾ ਤਣਾ ਲਟਕ ਰਿਹਾ ਹੈ, ਜਿਹੜੀਆਂ ਸ਼ਾਖਾਵਾਂ ਲਟਕ ਰਹੀਆਂ ਹੁੰਦੀਆਂ, ਬ੍ਰਾਂਚੇਸ, ਉਹਦੇ ਤੇ ਕਿਹੜਾ ਰੈਡੀਕਲ ਲੈ ਕੇ ਆਓਗੇ ਤੁਸੀਂ? ਸੋ ਜਦੋਂ ਆਪਣੇ ਕੋਲ ਜੜਾਂ ਰੂਟਸ ਅਦਰ ਦੈਨ ਰੈਡੀਕਲ ਆਪਣੇ ਕੋਲ ਅਰਾਈਜ਼ ਕਰਦੀਆਂ ਹੈ, ਉਹਨੂੰ ਆਪਾਂ ਨਾਮ ਦਿੰਦੇ ਹਾਂ ਦੈਟ ਇਜ਼ ਨੋਨ ਐਸ ਐਡਵੈਂਟੀਸ਼ੀਅਸ ਰੂਟਸ। ਠੀਕ ਹੈ, ਸੋ ਆਜੋ ਹੁਣ ਆਪਣਾ ਕੁਐਸਚਨ ਕੀ ਕਹਿੰਦਾ ਸੀ ਆਪਾਂ ਨੂੰ। ਦੇਖੋ ਬਹੁਤ ਐਕਸਪਲੇਨੇਸ਼ਨ ਕਰ ਲਈ, ਹੁਣ ਆਪਾਂ ਆਪਣੇ ਆਨਸਰ ਤੇ ਆਉਨੇ ਆ। The roots are of two types like taproot and fibrous root. Which one of the following has the fibrous root? नीम ਦੀ ਗੱਲ ਕਰੀਏ ਡਾਈਕੋਟ, ਆਪਣੇ ਕੋਲ ਟੈਪਰੂਟ ਹੁੰਦਾ ਹੈ। ਬੀਨਸ ਦੀ ਗੱਲ ਕਰੀਏ ਟੈਪਰੂਟ, ਲੇਕਿਨ ਬਨਾਨਾ ਹੈ, ਬਨਾਨਾ ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਹੈ, ਫਾਈਬਰਸ ਰੂਟ ਸਿਸਟਮ। ਬੋਲੋ ਵੀ ਗੱਲ ਕਲੀਅਰ ਹੋਈ? ਪੂਰਾ ਆਪਾਂ ਕੁਐਸਚਨ ਨੂੰ ਖੋਲ ਕੇ ਰੱਖਤਾ ਵੀ ਆਪਣੇ ਕੋਲ ਜਿਹੜੀਆਂ ਰੂਟਸ ਉਹ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ। ਚਲਿਏ ਅਗਲੇ ਕੁਐਸਚਨ ਤੇ, ਚਲੋ ਜੀ। लो बहुत अच्छा क्वेश्चन है। The sequence of population or organism of an ecosystem through which the food and its contained energy passes। ਕੋਈ ਵੀ ecosystem ਦੀ ਗੱਲ ਕਰੀਏ ਆਪਾਂ, ਹੁਣ ਸਭ ਤੋਂ ਪਹਿਲਾਂ ਅਗਰ ਤੁਹਾਡੇ ਕੋਲੋਂ ਪੁੱਛਿਆ ਜਾਵੇ ecosystem ਕੀ ਹੁੰਦਾ ਹੈ ਨਾ, ਇਹਦੇ ਵਿੱਚ ਵੀ ਮੈਂ ਥੋੜੀ ਜਿਹੀ ਐਕਸਪਲੇਨੇਸ਼ਨ ਦੇ ਦੇਣਾ ਤੁਹਾਨੂੰ, ਹਾਲਾਂਕਿ ਆਪਾਂ ਕਰਾਂਗੇ ਆਪਣੇ ਪੇਡ ਬੈਚ ਦੇ ਵਿੱਚ ਪ੍ਰੋਪਰ ਡਿਟੇਲ ਦੇ ਨਾਲ। ਆਪਾਂ ਕਹਿੰਦੇ ਆ ਜੀ ਕੋਈ ਵੀ ਲਾਈਫ ਸਟਾਰਟ ਹੁੰਦੀ ਹੈ, ਉਹ ਕਿੱਥੋਂ ਸਟਾਰਟ ਹੁੰਦੀ ਹੈ, ਕੋਸ਼ਿਕਾ ਤੋਂ, ਇੱਕ ਸੈੱਲ ਤੋਂ ਹੁੰਦੀ ਹੈ। ਸੈੱਲ ਨੂੰ ਜੋੜ ਕੇ ਕੀ ਬਣਾਇਆ ਜਾਂਦਾ ਹੈ ਜੀ, ਟਿਸ਼ੂ ਬਣਾਇਆ ਜਾਂਦਾ ਹੈ। ਤੁਸੀਂ ਸਾਰਿਆਂ ਨੇ ਪੜ੍ਹਿਆ ਹੋਇਆ ਹੈ। ਟਿਸ਼ੂ ਨੂੰ ਜੋੜ ਕੇ ਅੰਗ ਬਣਾਇਆ ਜਾਂਦਾ ਹੈ, ਜਿਹਨੂੰ ਆਪਾਂ ਬੋਲਦੇ ਹਾਂ ਆਰਗਨ। ਆਪਾਂ ਕਹੀਏ ਜੀ ਆਪਣਾ ਲੀਵਰ ਹੈ, ਪੈਂਕਰੀਆਸ ਹੈ, ਉਹ ਇਹ ਹੈ ਕਿ ਹਾਰਟ ਹੈ, ਇਹ ਇੱਕ ਆਰਗਨ ਹੈ। ਬਹੁਤ ਸਾਰੇ ਆਰਗਨਸ ਨੂੰ ਇਕੱਠਾ ਕਰਕੇ ਆਪਣੇ ਕੋਲ ਕੀ ਬਣਾਇਆ ਜਾਂਦਾ ਹੈ ਜੀ, ਆਰਗਨ ਸਿਸਟਮ ਬਣਾਇਆ ਜਾਂਦਾ ਹੈ। ਆਪਾਂ ਕਹਿੰਦੇ ਜੀ ਆਪਣੇ ਹਿਊਮਨ ਦੇ ਅੰਦਰ ਅਗਰ ਦੇਖੀਏ, ਡਾਈਜੈਸਟਿਵ ਸਿਸਟਮ ਹੈ, ਰੈਸਪੀਰੇਟਰੀ ਸਿਸਟਮ ਹੈ, ਸਰਕੂਲੇਟਰੀ ਸਿਸਟਮ ਹੈ, ਐਕਸਕ੍ਰੀਟਰੀ ਸਿਸਟਮ ਹੈ, रेस्पिरेटरी सिस्टम है, रिप्रोडक्टिव सिस्टम है, एंडोक्राइन सिस्टम है, इंटेगुमेंटरी सिस्टम है। तो बहुत सारे सिस्टम है। तो बहुत सारे ਜਿਹੜੇ ਆਰਗਨ ਸਿਸਟਮ ਹੈ ਉਹ ਜੁੜ ਕੇ ਕਿਹਨੂੰ ਡਿਵੈਲਪ ਕਰਦੇ ਹੈ, ਇੱਕ ਆਰਗੈਨਿਜ਼ਮ ਨੂੰ। ਆਪਾਂ ਇੱਕ ਆਰਗੈਨਿਜ਼ਮ ਆ, ਹਿਊਮਨ ਦੀ ਗੱਲ ਕਰੀਏ ਹੈ ਨਾ, ਤਾਂ ਜਿੰਨੇ ਵੀ ਲਿਵਿੰਗ ਆਰਗੈਨਿਜ਼ਮ ਹੈ ਉਹਨਾਂ ਦੇ ਵਿੱਚ ਤੁਹਾਨੂੰ ਇੱਕ ਕੋਸ਼ਿਕਾ ਯਾਨੀ ਸੈੱਲ ਦੇਖਣ ਨੂੰ ਮਿਲੇਗਾ ਹੀ ਮਿਲੇਗਾ। ਤਾਂ ਹੀ ਤੁਹਾਨੂੰ ਆਪਾਂ ਲਿਵਿੰਗ ਆਰਗੈਨਿਜ਼ਮ ਕਹਿ ਰਹੇ ਹਾਂ।
ਜੀਵਿਤ ਜੀਵ। ਹੁਣ ਜਦੋਂ ਬਹੁਤ ਸਾਰੇ ਆਰਗੈਨਿਜ਼ਮਸ ਕਿਸੇ ਥਾਂ ਤੇ ਕਿਸੇ ਪਾਰਟਿਕੂਲਰ ਟਾਈਮ ਪੀਰੀਅਡ ਤੇ ਜਦੋਂ ਇਕੱਠੇ ਹੋ ਜਾਂਦੇ ਹੈ ਉਹਨੂੰ ਆਪਾਂ ਕੀ ਬੋਲਾਂਗੇ? ਦੈਟ ਇਜ਼ ਨੋਨ ਐਸ ਪਾਪੂਲੇਸ਼ਨ। ਆਪਾਂ ਕਹਤਾ ਜੀ ਇੰਡੀਆ ਦੀ ਪਾਪੂਲੇਸ਼ਨ 2026 ਦੀ ਗੱਲ ਕਰੀਏ, ਆਪਾਂ ਸਥਾਨ ਲਿਖਤਾ ਇੰਡੀਆ, ਹੈ ਨਾ, ਏਰੀਆ ਲਿਖਤਾ ਇੰਡੀਆ, ਟਾਈਮ ਪੀਰੀਅਡ ਦੀ ਗੱਲ ਕਰ ਰਹੇ ਹਾਂ ਆਪਾਂ, ਹੈ ਨਾ, ਇਸ ਟਾਈਮ ਪੀਰੀਅਡ ਗਿਵਨ ਟਾਈਮ ਪੀਰੀਅਡ ਦੀ ਜਿਸ ਟਾਈਮ ਤੇ ਆਪਣਾ ਲੈਕਚਰ ਰਿਕਾਰਡ ਹੋ ਰਿਹਾ ਹੈ, ਤਾਂ ਇੱਕੋ ਹੀ ਜਾਤੀ ਦੇ ਇੱਕੋ ਹੀ ਸਪੀਸੀਜ਼ ਦੇ ਜਦੋਂ ਬਹੁਤ ਸਾਰੇ ਇੰਡੀਵਿਜੂਅਲ ਇਕੱਠੇ ਹੋ ਜਾਂਦੇ ਹੈ ਕਿਸੇ ਪਾਰਟਿਕੂਲਰ ਏਰੀਆ ਦੇ ਵਿੱਚ ਕਿਸੇ ਪਾਰਟਿਕੂਲਰ ਟਾਈਮ ਤੇ, ਉਹਨੂੰ ਆਪਾਂ ਕੀ ਬੋਲਣਾ ਸ਼ੁਰੂ ਕਰ ਦਿੰਦੇ ਹਾਂ? ਪਾਪੂਲੇਸ਼ਨ। ਹੁਣ ਆਪਾਂ ਕਹੀਏ ਜੀ ਬਹੁਤ ਸਾਰੀਆਂ ਪਾਪੂਲੇਸ਼ਨ, ਜਿਵੇਂ ਹਿਊਮਨ ਦੀ ਪਾਪੂਲੇਸ਼ਨ ਹੈ, ਡੌਗ ਦੀ ਪਾਪੂਲੇਸ਼ਨ ਹੈ, ਕੈਟ ਦੀ ਪਾਪੂਲੇਸ਼ਨ ਹੈ, ਰੈਟ ਦੀ ਪਾਪੂਲੇਸ਼ਨ ਹੈ, ਹੋਰਸਿਸ ਦੀ ਪਾਪੂਲੇਸ਼ਨ ਹੈ, ਕੈਟਲ ਦੀ ਪਾਪੂਲੇਸ਼ਨ ਹੈ। ਜਦੋਂ ਬਹੁਤ ਸਾਰੀਆਂ ਪਾਪੂਲੇਸ਼ਨ ਇਕੱਠੀਆਂ ਹੋ ਜਾਂਦੀਆਂ ਹੈ ਉਹਨੂੰ ਆਪਾਂ ਕੀ ਬੋਲਣਾ ਸ਼ੁਰੂ ਕਰ ਦਾਂਗੇ? ਦੈਟ ਇਜ਼ ਨੋਨ ਐਸ ਕਮਿਊਨਿਟੀ। ਹੁਣ ਇਸ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਆ, ਹਿਊਮਨ ਵੀ ਰਹਿ ਰਹੇ ਆ, ਡੌਗ ਵੀ ਰਹਿ ਰਿਹਾ, ਕੈਟ ਵੀ ਰਹਿ ਰਿਹਾ, ਇਹ ਜਦੋਂ ਆਪਸ ਦੇ ਵਿੱਚ ਇੰਟਰੈਕਟ ਕਰਦੇ ਹੈ ਤੇ ਆਪਦੇ ਫਿਜ਼ੀਕਲ এনवायरमेंट ਦੇ ਨਾਲ ਇੰਟਰੈਕਟ ਕਰਦੇ ਹੈ, ਰੈਕਟ ਨਹੀਂ ਇੰਟਰੈਕਟ। ਇਸ ਕਮਿਊਨਿਟੀ ਦੇ ਵਿੱਚ ਡਿਫਰੈਂਟ ਪਾਪੂਲੇਸ਼ਨ, A ਪਾਪੂਲੇਸ਼ਨ ਹੈ, B ਪਾਪੂਲੇਸ਼ਨ ਹੈ, C ਪਾਪੂਲੇਸ਼ਨ ਹੈ, ਡਿਫਰੈਂਟ ਸਪੀਸੀਜ਼ ਦੀਆਂ, ਉਹ ਆਪਸ ਦੇ ਵਿੱਚ ਵੀ ਇੰਟਰੈਕਟ ਕਰਨਗੇ ਤੇ ਆਪਦੇ ਫਿਜ਼ੀਕਲ এনवायरमेंट ਦੇ ਨਾਲ। ਜਿਵੇਂ ਕਹਿੰਦੇ ਆ ਜੀ ਸਾਨੂੰ ਆਪਣੇ ਪਲਾਂਟਸ ਨੂੰ ਭੋਜਨ ਬਣਾਉਣ ਵਾਸਤੇ ਕਿਹਦੀ ਨੀਡ ਹੈ? ਸਨਲਾਈਟ ਦੀ ਨੀਡ ਹੈ, ਇੰਟਰੈਕਟ ਕਰ ਰਹੇ ਆ ਉਹ। ਤਾਂ ਜਦੋਂ ਕਮਿਊਨਿਟੀ ਦੇ ਵਿੱਚ ਰਹਿ ਰਹੇ ਆਰਗੈਨਿਜ਼ਮ ਆਪਸ ਦੇ ਵਿੱਚ ਇੰਟਰੈਕਟ ਕਰਨਗੇ ਜਾਂ ਆਪਦੇ ਭੌਤਿਕ ਵਾਤਾਵਰਣ ਦੇ ਨਾਲ ਇੰਟਰੈਕਟ ਕਰਨਗੇ, ਕੀ ਬਣਾਉਣਗੇ ਜੀ? ਇੱਕ ਈਕੋਸਿਸਟਮ। ਸੋ ਆਪਣੇ ਬਾਇਓਸਫੀਅਰ ਦੀ ਇੱਕ ਫੰਕਸ਼ਨਲ ਯੂਨਿਟ ਹੈ ਈਕੋਸਿਸਟਮ। ਸੋ ਇਸ ਈਕੋਸਿਸਟਮ ਦੇ ਵਿੱਚ ਕੀ ਹੁੰਦਾ ਹੈ? ਇੱਕ ਆਰਗੈਨਿਜ਼ਮ ਦੂਸਰੇ ਨੂੰ ਖਾਂਦਾ ਹੈ ਭੋਜਨ ਲਈ, ਭੋਜਨ ਦੇ ਤੌਰ ਤੇ, એનર્ਜੀ ਲਈ। ਜਿਵੇਂ ਤੁਸੀਂ ਕਹੋਗੇ ਜੀ ਸਰ ਸਾਡੀ ਇੱਕ ਚੇਨ ਹੁੰਦੀ ਹੈ ਜਿਹਨੂੰ ਅਸੀਂ ਨਾਮ ਦਿੰਨੇ ਹਾਂ ਫੂਡ ਚੇਨ, ਭੋਜਨ ਸ਼੍ਰਿੰਖਲਾ ਜਾਂ ਭੋਜਨ ਜੰਜੀਰ ਬੋਲਦੇ ਆ ਜਿਹਨੂੰ ਆਪਾਂ। ਤੁਸੀਂ ਕਹੋਗੇ ਜੀ ਸਾਡੇ ਕੋਲ ਪਲਾਂਟਸ ਹੁੰਦੇ ਹੈ, ਇਹਨਾਂ ਪਲਾਂਟਸ ਨੂੰ ਗੋਟ ਨੇ ਖਾ ਲਿਆ, ਬੱਕਰੀ ਨੇ, ਗੋਟ ਨੂੰ ਵੋਲਫ ਨੇ ਖਾ ਲਿਆ ਤੇ ਵੋਲਫ ਨੂੰ ਖਾ ਲਿਆ ਕਿਨੇ? ਲਾਇਨ। ਤਾਂ ਆਹ ਤੁਹਾਡੀ ਕੀ ਹੈ? ਇੱਕ ਚੇਨ ਚੱਲ ਰਹੀ ਹੈ ਜਿਹਦੇ ਵਿੱਚ ਇੱਕ ਆਰਗੈਨਿਜ਼ਮ ਦੂਸਰੇ ਨੂੰ ਖਾ ਰਿਹਾ ਹੈ। ਇਹਨੇ ਭੋਜਨ ਬਣਾਇਆ, ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਕੀਤੀ, ਗੋਟ ਨੇ ਭੋਜਨ ਖਾਦਾ, ਜਿਹੜਾ ਗੋਟ ਨੇ ਭੋਜਨ ਖਾਦਾ ਸੀ ਪਲਾਂਟਸ ਨੂੰ ਯੂਜ਼ ਕਰਕੇ, ਹੁਣ ਗੋਟ ਨੂੰ ਕਿਹਨੇ ਖਾ ਲਿਆ? ਵੋਲਫ ਨੇ। ਵੋਲਫ ਨੂੰ ਕਿਹਨੇ ਖਾ ਲਿਆ? ਲਾਇਨ ਨੇ। ਤਾਂ ਇੱਕ ਲੈਵਲ ਤੋਂ ਦੂਸਰੇ ਲੈਵਲ ਤੱਕ એનર્ਜੀ ਦਾ ਟ੍ਰਾਂਸਫਰ ਹੋ ਰਿਹਾ ਹੈ। ਉਹੀ ਪੁੱਛਿਆ ਆਪਣੇ ਕੋਲੋਂ, ਕੀ ਬੋਲਦੇ ਉਹਨੂੰ ਆਪਾਂ? ਸੋ ਈਕੋਸਿਸਟਮ ਦੇ ਆਬਾਦੀ ਜਾਂ ਜੀਵਾਂ ਦਾ ਕ੍ਰਮ ਜਿਸ ਵਿੱਚ ਭੋਜਨ ਅਤੇ ਇਸ ਵਿੱਚ ਸ਼ਾਮਲ ਊਰਜਾ ਖਾਣ ਜਾਂ ਖਾਦੇ ਜਾਣ ਨਾਲ ਗੁਜ਼ਰਦੀ ਹੈ, ਹਰ ਮੈਂਬਰ ਕ੍ਰਮ ਦੇ ਅਗਲੇ ਮੈਂਬਰ ਦਾ ਭੋਜਨ ਬਣ ਜਾਂਦਾ ਹੈ, ਉਹਨੂੰ ਕੀ ਕਿਹਾ ਜਾਂਦਾ ਹੈ? ਸੋ that sequence is known as food chain, ਭੋਜਨ ਸ਼੍ਰਿੰਖਲਾ। ਠੀਕ ਹੈ, ਫੂਡ ਵੈਬ ਜਾਲ ਬਣ ਗਿਆ ਆਪਣੇ ਕੋਲ, ਨੈਟਵਰਕ ਬਣ ਗਿਆ। ਜਿਵੇਂ ਆਪਾਂ ਕਹਿੰਦੇ ਆ ਜੀ ਅਸੀਂ ਸਿਰਫ ਕੱਲੀ ਰੋਟੀ ਤੇ ਸਰਵਾਈਵ ਨਹੀਂ ਕਰਦੇ, ਅਗਰ ਸਾਨੂੰ ਰੋਟੀ ਨਹੀਂ ਮਿਲੂਗੀ ਅਸੀਂ ਚਾਵਲ ਖਾ ਲਾਂਗੇ, ਕਿਤੇ ਬਾਹਰ ਗਏ ਆ ਚਾਵਲ ਦੀ ਅਵੇਲੇਬਿਲਿਟੀ ਨਹੀਂ, ਅਸੀਂ ਪੀਜ਼ਾ ਖਾ ਲਾਂਗੇ, 버ਗਰ ਖਾ ਲਾਂਗੇ। ਇਦਾਂ ਦਾ ਨਹੀਂ ਹੈ ਵੀ ਸਾਨੂੰ ਰੋਟੀ ਹੀ ਚਾਹੀਦੀ ਹੈ, ਸਾਡੇ ਕੋਲ ਆਲਟਰਨੇਟਿਵ ਨੇ। ਤਾਂ ਨੇਚਰ ਦੇ ਵਿੱਚ ਕਦੇ ਵੀ ਸਿੰਪਲ ਜਿਹੜੀ ਫੂਡ ਚੇਨ ਉਹ ਐਗਜ਼ਿਸਟ ਨਹੀਂ ਕਰਦੀ, ਫੂਡ ਵੈਬ ਐਗਜ਼ਿਸਟ ਕਰਦੀ ਹੈ। ਠੀਕ ਹੈ, ਸੋ ਇਹ ਪੈਰਾਸਿਟਿਜ਼ਮ, ਪਾਪੂਲੇਸ਼ਨ ਇੰਟਰੈਕਸ਼ਨ ਦੀ ਗੱਲ ਕੀਤੀ ਜਾਏਗੀ ਇੱਥੇ। ਇਕੋਲੋਜੀਕਲ ਅਡੈਪਟੇਸ਼ਨ, ਕੋਈ ਆਰਗੈਨਿਜ਼ਮ ਆਪਦੇ এনवायरमेंट ਦੇ ਅਕੋਰਡਿੰਗ ਆਪਦੇ ਆਪ ਨੂੰ ਕਿਵੇਂ ਢਾਲਦਾ ਹੈ। ਸੋ ਇਹ ਨਹੀਂ ਹੈ ਇਹਦੇ ਵਿੱਚ ਕਿਹੜੀ એનર્ਜੀ ਪਾਸ ਹੋ ਰਹੀ ਹੈ, એનર્ਜੀ ਪਾਸ ਹੋ ਰਹੀ ਹੈ ਭੋਜਨ ਸ਼੍ਰਿੰਖਲਾ ਦੇ ਵਿੱਚ, ਦੈਟ ਇਜ਼ ਇਨ ਦਾ ਫੂਡ ਚੇਨ। ਹਾਂਜੀ ਕਲੀਅਰ ਹੋਇਆ? ਚਲੋ ਜੀ ਦੱਸ ਦਿਓ, ਅਗਰ ਕੋਈ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਮੈਂਸ਼ਨ ਕਰਨਾ ਸਾਰਿਆਂ ਨੇ। ਤੁਹਾਨੂੰ ਇਸ ਤਰੀਕੇ ਨਾਲ ਪੜਾਵਾਂਗੇ ਜੋ ਤੁਹਾਨੂੰ ਅੱਜ ਤੱਕ ਕਿਸੇ ਨੇ ਨਹੀਂ ਪੜਾਇਆ ਹੋਏਗਾ। ਚਲੋ ਤੇ ਚਲਦੇ ਹਾਂ ਫਿਰ ਅਗਲੇ ਕੁਐਸਚਨ ਤੇ। Which one of the following does not fall in the category of fresh water? ਹੇਠ ਲਿਖੇ ਵਿੱਚੋਂ
ਕਿਹੜਾ ਫਰੈਸ਼ ਵਾਟਰ ਦੀ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ, ਮਿੱਠੇ ਪਾਣੀ ਦੀ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ? ਲੈਂਟਿਕੋਰ, ਲੈਕਿਊਸਟ੍ਰੀਨ ਲਾਈਕ ਲੇਕਸ ਐਂਡ ਪੌਂਡਸ, ਜਿੱਥੇ ਖੜਾ ਪਾਣੀ ਜਿਹਨੂੰ ਆਪਾਂ ਕਹਿੰਦੇ ਆ ਨਾ, ਇੱਕ ਏਰੀਆ ਜਿੱਥੇ ਪਾਣੀ ਖੜਾ ਹੈ ਉਹ ਮਿੱਠਾ ਫਰੈਸ਼ ਵਾਟਰ, ਉਹਨੂੰ ਆਪਾਂ ਕੀ ਬੋਲਦੇ ਹਾਂ? ਜਿਵੇਂ ਲੈਂਟਿਕੋਰ, ਲੈਕਿਊਸਟ੍ਰੀਨ ਹੋ ਗਿਆ। ਲੌਟਿਕ, ਵਹਿੰਦਾ ਪਾਣੀ ਆਪਣੇ ਕੋਲ ਰਿਵਰ ਲਾਈਨ ਲਾਈਕ ਰਿਵਰਸ ਐਂਡ ਸਟ੍ਰੀਮਸ। ਪਾਲਿਸਟ੍ਰਾइन ਲਾਈਕ ਵੈਟਲੈਂਡਸ ਜਾਂ ਬ੍ਰੈਕਿਸ਼ ਵਾਟਰ ਲਾਈਕ ਐਸਚੁਰੀਜ਼। ਤਾਂ ਹਾਂ, ਆਹ ਵੀ ਫਰੈਸ਼ ਵਾਟਰ ਹੈ, ਆਹ ਵੀ ਫਰੈਸ਼ ਵਾਟਰ ਹੈ, ਆਹ ਵੀ ਫਰੈਸ਼ ਵਾਟਰ ਹੈ। ਲੇਕਿਨ ਜਦੋਂ ਆਪਾਂ ਗੱਲ ਕਰਾਂਗੇ ਬ੍ਰੈਕਿਸ਼ ਵਾਟਰ ਲਾਈਕ ਐਸਚੁਰੀਜ਼, ਹੁਣ ਐਸਚੁਰੀਜ਼ ਕੀ ਹੁੰਦੇ ਆ? ਆਪਾਂ ਕਹਿੰਦੇ ਆ ਜੀ ਜਿੱਥੇ ਆਪਣਾ ਸਮੁੰਦਰ ਦੇ ਵਿੱਚ ਜਦੋਂ ਨਦੀ ਪਾਣੀ ਐਡ ਕਰਦੀ ਹੈ ਨਾ, ਤਾਂ ਜਦੋਂ ਨਦੀ ਦੇ ਵਿੱਚੋਂ ਪਾਣੀ ਨਿਕਲ ਕੇ ਆ ਰਿਹਾ ਹੁੰਦਾ ਤੇ ਸਮੁੰਦਰ ਦੀ ਸਟਾਰਟਿੰਗ ਜਿੱਥੇ ਪਾਣੀ ਮਿਲਦਾ ਹੈ ਉਹਨੂੰ ਆਪਾਂ ਬੋਲਦੇ ਹਾਂ ਦੈਟ ਇਜ਼ ਨੋਨ ਐਸ ਐਸਚੁਰੀਜ਼। ਤੇ ਇੱਥੇ ਪਾਣੀ ਕੀ ਹੁੰਦਾ ਆਪਣੇ ਕੋਲ? ਖਾਰਾ। ਠੀਕ ਹੈ, ਸੋ ਬ੍ਰੈਕਿਸ਼ ਵਾਟਰ ਜਾਂ ਖਾਰਾ ਪਾਣੀ ਆਪਾਂ ਬੋਲ ਸਕਦੇ ਹਾਂ। ਸੋ ਇਹ ਆਬਵੀਅਸ ਜੀ ਗੱਲ, ਅਗਰ ਖਾਰਾ ਹੈ ਤਾਂ ਇਹਦਾ ਮਤਲਬ ਇੱਥੇ ਸਾਲਟ ਕੰਟੈਂਟ ਹੋਏਗਾ, ਮਿੱਠਾ ਪਾਣੀ ਨਹੀਂ ਹੋਏਗਾ, ਫਰੈਸ਼ ਵਾਟਰ ਨਹੀਂ ਹੋਏਗਾ। तो आंसर क्या आ जाएगा? ऑप्शन नंबर 4, brackish water like estuaries। ठीक है फौजियो, क्लियर है गल? चलिए आगे, चलो लो जी, आ तो बहुत इंपॉर्टेंट क्वेश्चन है। द बाइटिक सक्सेशन ऑन बेयर रॉक कॉल्ड लिथोस्फीयर और लिथोसियर, सॉरी स्फीयर बोल गया मैं, लिथोसियर और जीरोसियर हैज द सीक्वेंस ऑफ वेरियस स्टेजेस एज फॉलोस। हुन बायोटिक सक्सेशन की गल हो रही है, पंजाबी में भी लिखा हुआ, टेंशन ना लियो। नंगी चट्टान ते बायोटिक सक्सेशन नूं लिथोसियर जां जीरोसियर कहा जाता है। ਵੱਖ-ਵੱਖ ਪੜਾਵਾਂ ਦਾ क्रम ਹੇਠ ਲਿਖੇ ਅਨੁਸਾਰ ਹੈ। ਇਹਨਾਂ ਦੇ ਵਿੱਚੋਂ ਸਹੀ ਆਪਸ਼ਨ ਚੂਜ਼ ਕਰਨਾ ਹੈ। ਹੁਣ ਦੇਖੋ ਧਿਆਨ ਦੇ ਨਾਲ, ਗੱਲ ਹੋਈ ਹੈ ਸਕਸੈਸ਼ਨ ਦੀ। ਕਿਹੜੇ ਸਕਸੈਸ਼ਨ ਦੀ? ਬਾਇਓਟਿਕ ਸਕਸੈਸ਼ਨ। ਹੁਣ ਬਾਇਓਟਿਕ ਸਕਸੈਸ਼ਨ ਕੀ ਹੈ? ਤੁਸੀਂ ਕਹਿੰਦੇ ਆ ਜੀ ਸਕਸੈਸ਼ਨ ਦਾ ਮਤਲਬ ਹੁੰਦਾ ਹੈ ਇੱਕ ਸਟੇਜ ਤੋਂ ਬਾਅਦ ਆਉਣ ਵਾਲੀ ਦੂਜੀ ਸਟੇਜ ਜਿਹਦੇ ਤੇ ਆਪਣੇ ਕੋਲ ਲਿਵਿੰਗ ਆਰਗੇਨਿਜ਼ਮ ਆ ਰਹੇ ਹੁੰਦੇ ਹੈ। ਇਹਨਾਂ ਨੇ ਬੇਅਰ ਰੌਕ ਯਾਨੀ ਨੰਗੀ ਚਟਾਨ ਤੋਂ ਸ਼ੁਰੂ ਕੀਤਾ ਹੈ। ਬੇਅਰ ਰੌਕ ਦਾ ਮਤਲਬ ਹੁੰਦਾ ਹੈ ਕਿ ਇੱਥੇ ਆਪਣੇ ਕੋਲ ਹਲੇ ਲਾਈਫ ਪੋਸੀਬਲ ਨਹੀਂ ਹੈ, ਬਿਲਕੁਲ ਵੀ ਲਾਈਫ ਨਹੀਂ ਹੈ। ਬੇਅਰ ਰੌਕ, ਨੰਗੀ ਚਟਾਨ। ਲੇਕਿਨ ਇਸ ਰੌਕ ਤੋਂ ਬਣਦੀ ਹੈ ਆਪਣੀ ਸੋਇਲ। ਸਕਸੈਸ਼ਨ ਮਤਲਬ ਅੱਗੇ ਵਧਣਾ। ਲਿਵਿੰਗ ਆਰਗੇਨਿਜ਼ਮ ਕਿਵੇਂ ਆਉਂਦੇ ਹੈ ਉਹਦੇ ਬਾਰੇ ਇੱਥੇ ਦੱਸਿਆ ਜਾ ਰਿਹਾ ਹੈ। ਬੇਅਰ ਰੌਕ, ਨੰਗੀ ਚਟਾਨ, ਉਹਦੇ ਤੋਂ ਬਣ ਗਈ ਸੋਇਲ। ਤਾਂ ਕੁਐਸਚਨ ਇਹ ਹੈ, ਆਹ ਜਿਹੜੀ ਸੋਇਲ ਬਣੀ ਹੈ ਚਟਾਨ ਤੋਂ, ਤੁਸੀਂ ਕਹਿੰਦੇ ਹੋ ਜੀ ਵੈਦਰਿੰਗ ਆਫ ਰੌਕਸ ਹੁੰਦੀ ਹੈ, ਖੁਰਦੀਆਂ ਚਟਾਨਾਂ, ਜਿਹਦੇ ਕਰਕੇ ਮਿੱਟੀ ਬਣਦੀ ਹੈ। ਕਿਹਦੇ ਕਰਕੇ ਬਣਦੀ ਹੈ? ਆਹ ਸੋਇਲ ਨੂੰ ਬਣਾਉਣ ਵਾਲੇ ਸਭ ਤੋਂ ਪਹਿਲਾਂ ਜਿਹੜੇ ਆਰਗੇਨਿਜ਼ਮ ਕੰਮ ਕਰਨਗੇ ਉਹ ਨੇ ਲਾਈਕਨਸ। ਬਹੁਤ ਇੰਪੋਰਟੈਂਟ ਹੈ। ਕੀ ਹੁੰਦੇ ਹੈ ਲਾਈਕਨਸ, ਅਗਰ ਤੁਹਾਡੇ ਕੋਲੋਂ ਪੁੱਛਿਆ ਜਾਵੇ ਤਾਂ? ਹਾਂਜੀ ਬਿਲਕੁਲ, ਤੁਹਾਡੇ ਕੋਲੋਂ ਹੀ ਪੁੱਛ ਰਿਹਾ ਮੈਂ। ਦੱਸੋ ਲਾਈਕਨਸ ਕੀ ਹੁੰਦੇ ਹੈ? ਇੱਕ ਮਿੰਟ ਦਾ ਵੇਟ ਕਰਿਓ। ठीक है, सो लाइकन्स की ਹੁੰਦੇ ਹੈ? लाइकन्स मतलब
ਇਹ ਇੱਕ ਨਾ ਐਸੋਸੀਏਸ਼ਨ ਹੈ, ਗੱਠਜੋੜ ਹੈ। ਜਿਵੇਂ ਆਪਾਂ ਕਹਿੰਦੇ ਨਾ ਆਪਣੀ ਪੋਲੀਟੀਕਲ ਪਾਰਟੀਆਂ ਗੱਠਜੋੜ ਕਰ ਲੈਂਦੀਆਂ ਤਾਂ ਕਿ ਉਹਨਾਂ ਦਾ ਫਾਇਦਾ ਹੋ ਜੇ, ਤਾਂ ਲਾਈਕਨਸ ਵੀ ਕੀ ਨੇ, ਇੱਕ ਕਿਸੇ ਨਾ ਕਿਸੇ ਚੀਜ਼ ਦਾ ਗੱਠਜੋੜ ਹੈ, ਐਸੋਸੀਏਸ਼ਨ ਹੈ। ਕਿਹਦਾ ਗੱਠਜੋੜ ਹੈ? ਤੁਸੀਂ ਕਹੋਗੇ ਜੀ ਐਲਗੀ, ਜਿਹਨੂੰ ਆਪਾਂ ਕੀ ਬੋਲਦੇ ਹਾਂ, ਕਾਈ, ਹਰੇ ਕਲਰ ਦੀ ਹੈ ਨਾ, ਤੇ ਉੱਲੀ, ਦੈਟ ਇਜ਼ ਫੰਗਸ। ਸੋ ਐਲਗੀ ਤੇ ਫੰਗਸ ਦੀ ਐਸੋਸੀਏਸ਼ਨ ਹੈ ਆਪਣੇ ਕੋਲ ਲਾਈਕਨਸ, ਤੇ ਇਹੀ ਲਾਈਕਨ ਸਭ ਤੋਂ ਪਹਿਲਾਂ ਗਰੋ ਕਰਦੇ ਹੈ ਇਸ ਬੇਅਰ ਰੌਕ ਦੇ ਉੱਪਰ, ਇਹਨੂੰ ਤੋੜਦੇ ਹੈ, ਵੈਦਰ ਕਰਦੇ ਹੈ, ਤੇ ਕਿਹਦੀ ਫਾਰਮੇਸ਼ਨ ਕਰਦੇ ਹੈ? ਸੋਇਲ ਦੀ ਫਾਰਮੇਸ਼ਨ। ਤਾਂ ਦੇਖੋ ਸੋਇਲ ਦੀ ਫਾਰਮੇਸ਼ਨ ਹੋਗੀ, ਤਾਂ ਸਟੈਪ ਲਿਖੀਏ, ਕੀ ਸਟੈਪ ਚੱਲ ਰਹੇ ਆ ਫਿਲਹਾਲ ਦੇ ਟਾਈਮ ਤੇ ਆਪਣੇ ਕੋਲ। ਤਾਂ ਲਓ, ਪਹਿਲਾਂ ਆਪਾਂ ਲਿਖਿਆ ਬੇਅਰ ਰੌਕ, ਬੇਅਰ ਰੌਕ ਤੋਂ ਬਾਅਦ ਆਪਣੇ ਕੋਲ ਕੀ ਬਣਿਆ ਜੀ? ਲਾਈਕਨਸ। ਠੀਕ ਹੈ, ਹੁਣ ਤੁਸੀਂ ਨਾ ਪਲਾਂਟ ਕਿੰਗਡਮ ਪੜਿਆ ਹੋਣਾ, ਪੂਰੇ ਪੌਦਿਆਂ ਦਾ ਸਾਮਰਾਜ ਹੈ। ਉਹਦੇ ਵਿੱਚ ਆਪਾਂ ਪੜ੍ਹਦੇ ਹਾਂ ਜੀ, ਅੱਗੇ ਡਿਵੀਜ਼ਨਸ ਕਰਦੇ ਹਾਂ। ਆਪਣੇ ਕੋਲ ਥੈਲੋਫਾਈਟਸ ਹੁੰਦੇ ਹੈ, ਬ੍ਰਾਇਓਫਾਈਟਸ ਹੁੰਦੇ ਹੈ, ਟੈਰੀਡੋਫਾਈਟਸ ਹੁੰਦੇ ਹੈ, ਜਿਮਨੋਸਪਰਮਸ ਹੁੰਦੇ ਹੈ, ਤੇ ਲਾਸਟ ਦੇ ਵਿੱਚ ਆਪਣੇ ਕੋਲ ਐਂਜੀਓਸਪਰਮਸ ਹੁੰਦੇ ਹੈ। ਤਾਂ ਗੱਲ ਕਰੀਏ ਅਗਰ ਆਪਾਂ ਲਾਈਕਨਸ ਦੀ, ਤਾਂ ਲਾਈਕਨਸ ਤੋਂ ਬਾਅਦ ਆਪਣੇ ਕੋਲ ਕੀ ਆਉਂਦਾ ਹੈ? ਮੌਸਿਸ, ਟੈਰੀਡੋਫਾਈਟਸ, ਬ੍ਰਾਇਓਫਾਈਟਸ ਸੌਰੀ, ਹੈ ਨਾ। ਤਾਂ ਕੀ ਆਉਣਗੇ ਜੀ? ਮੌਸਿਸ। ਮੌਸਿਸ ਤੋਂ ਬਾਅਦ ਤੁਹਾਡੇ ਛੋਟੇ ਛੋਟੇ ਪਲਾਂਟਸ, ਜਿਹਨੂੰ ਆਪਾਂ ਐਨੂਅਲ ਪਲਾਂਟਸ ਬੋਲਦੇ ਹਾਂ। ਫਿਰ ਆਪਣੇ ਕੋਲ ਬਾਈਐਨੀਅਲ ਪਲਾਂਟਸ ਆਣੇ ਸਟਾਰਟ ਹੋ ਜਾਣਗੇ, ਪੈਰੀਨੀਅਲ ਪਲਾਂਟਸ ਆਣੇ ਸਟਾਰਟ ਹੋ ਜਾਣਗੇ, ਝਾੜੀਆਂ ਆਣੀਆਂ ਸਟਾਰਟ ਹੋ ਜਾਣਗੀਆਂ। ਤਾਂ ਫਿਰ ਲਾਸਟ ਤੇ ਜਾ ਕੇ ਆਪਣੇ ਕੋਲ ਇੱਕ ਕਲਾਈਮੈਕਸ ਕਮਿਊਨਿਟੀ ਆਏਗੀ, ਜਿਹਨੂੰ ਆਪਾਂ ਕੀ ਬੋਲਾਂਗੇ? ਦੈਟ ਇਜ਼ ਨੋਨ ਐਸ ਫੋਰੈਸਟ। ਠੀਕ ਹੈ, ਮੈਂ ਲਾਸਟ ਵਾਲੀ ਲਿਖ ਰਿਹਾ, ਜਿਹਨੂੰ ਆਪਾਂ ਕੀ ਬੋਲਦੇ ਹਾਂ? ਕਲਾਈਮੈਕਸ ਕਮਿਊਨਿਟੀ, ਸਟੇਬਲ ਕਮਿਊਨਿਟੀ। ਤੁਸੀਂ ਨਾ ਭਾਵੇਂ ਕਿਸੇ ਐਕੁਆਟਿਕ ਲਾਈਫ ਦੀ ਗੱਲ ਕਰ ਲਓ, ਭਾਵੇਂ ਤੁਸੀਂ ਇੱਕ ਲਿਥੋਸੀਅਰ ਦੀ ਗੱਲ ਕਰ ਲਓ, ਭਾਵੇਂ ਤੁਸੀਂ ਲਿਥੋਸੀਅਰ, ਭਾਵੇਂ ਤੁਸੀਂ ਹਾਈਡਰੋਸੀਅਰ ਦੀ ਗੱਲ ਕਰ ਲਓ, ਬਣਨਾ ਕੀ ਹੈ? ਕਲਾਈਮੈਕਸ ਕਮਿਊਨਿਟੀ ਫੋਰੈਸਟ ਹੀ ਬਣਨਾ ਹੈ, ਤੁਹਾਡਾ ਜੰਗਲ ਬਣਨਾ ਹੈ। ਤਾਂ ਦੇਖੋ ਡਿਫਰੈਂਟ ਲਿਵਿੰਗ ਸਟੇजेस ਨੇ ਇਹ, ਤਾਂ ਹੀ ਤਾਂ ਇਹਨੂੰ ਨਾਮ ਦਿੱਤਾ ਬਾਇਓਟਿਕ ਸਕਸੈਸ਼ਨ। ਕੁਝ ਸਕਸੈਸ ਹੋ ਰਿਹਾ ਹੈ ਲਿਵਿੰਗ ਆਰਗੇਨਿਜ਼ਮ ਦਾ। ਠੀਕ ਹੈ, ਤਾਂ ਹੁਣ ਦੇਖੋ ਇਹਨਾਂ ਨੇ ਕੁਐਸਚਨ ਦੇ ਵਿੱਚ ਕੀ ਪੁੱਛਿਆ ਆਪਾਂ ਨੂੰ, ਵੀ ਉਸ ਬਾਇਓਟਿਕ ਸਕਸੈਸ਼ਨ ਦੀਆਂ ਵੱਖ-ਵੱਖ ਜਿਹੜੇ ਪੜਾਵਾਂ ਦਾ ਕ੍ਰਮ ਹੈ ਉਹ ਕਿਹੜਾ ਹੈ। ਤਾਂ ਦੇਖੋ ਸਭ ਤੋਂ ਲਾਸਟ ਤੇ ਕਲਾਈਮੈਕਸ ਕਮਿਊਨਿਟੀ ਲਿਖਿਆ ਹੈ, ਤੁਸੀਂ ਕਹੋਗੇ ਜੀ ਲਿਖਿਆ, ਤੁਸੀਂ ਚੈੱਕ ਕਰ ਲਿਆ, ਤੁਸੀਂ ਕਹੋਗੇ ਆਪਾਂ ਆਪਸ਼ਨ ਨੂੰ ਦੇਖਣਾ ਹੈ। ਪਹਿਲੀ ਸਟੇਜ ਲਿਖੀ ਹੈ ਲਾਈਕਨ, ਹਮੇਸ਼ਾ ਲਾਈਕਨ ਸਟੇਜ ਪਹਿਲੀ ਸਟੇਜ ਹੁੰਦੀ ਹੈ। ਤਾਂ ਜਿੱਥੇ ਜਿੱਥੇ ਲਾਈਕਨ ਹੈ ਉਹਨੂੰ ਕਹਿ ਦਿਓ ਜੀ ਹੋਲਡ ਤੇ ਰੱਖ ਲਓ, ਐਚ ਲਿਖ ਲਓ, ਬਾਕੀ ਨੂੰ ਤੁਸੀਂ ਡਿਲੀਟ ਮਾਰ ਸਕਦੇ ਹੋ। ਆ ਲਓ 50-50 ਹੋ ਗਿਆ। ਫੋਨ ਆ ਫਰੈਂਡ ਵਾਲੀ ਕੰਡੀਸ਼ਨ ਹੋਗੀ, ਕਰੋ ਫੋਨ ਆਪਦੇ ਫਰੈਂਡ ਨੂੰ ਤੇ ਪੁੱਛੋ, ਸਾਡੇ ਇਸ ਕੁਐਸਚਨ ਦਾ ਆਨਸਰ ਦਿਓ। ਠੀਕ ਹੈ, ਸੋ ਆ ਦੇਖੋ ਹੁਣ ਲਾਈਕਨ ਸਟੇਜ ਹੈ, ਲਾਈਕਨ ਤੋਂ ਬਾਅਦ ਮੋਸ ਤੋਂ ਬਾਅਦ ਮੈਂ ਕੀ ਲਿਖਿਆ ਸੀ? ਐਨੂਅਲ ਗ੍ਰਾਸ ਸਟੇਜ ਲਿਖੀ ਸੀ। ਆ ਦੇਖੋ ਐਨੂਅਲ ਪਲਾਂਟਸ, ਐਨੂਅਲ ਗ੍ਰਾਸ ਸਟੇਜ, ਦੇਖੋ ਆ ਗਈ ਆਪਣੇ ਕੋਲ, ਆंसर आ गया, एनुअल ग्रास पड़ा, आ गया एनुअल ग्रास पड़ा, ग्रास स्टेज या ग्रास पड़ा है ना, पेरिनियल ग्रास स्टेज, फिर श्रब आन गया, फिर क्लाइमैक्स कम्युनिटी आएगी। ਤਾਂ ਦੇਖੋ ਆ ਪਿਆ ਜੀ ਤੁਹਾਡਾ ਆਨਸਰ। ਇਹ ਕੁਐਸਚਨ ਪੁੱਛਿਆ ਜਾਂਦਾ ਆਪਾਂ ਨੂੰ +2 ਦੇ ਵਿੱਚ ਆਪਣੇ ਕੋਲ ਇਕੋਸਿਸਟਮ ਦੇ ਵਿੱਚ ਇਕੋਲੋਜੀਕਲ ਸਕਸੈਸ਼ਨ ਦਾ ਟੌਪਿਕ ਹੈ। ਤਾਂ ਤੁਸੀਂ ਕਿਤੇ ਕਹੋ ਨਾ ਵੀ ਛੋਟੀਆਂ ਕਲਾਸਿਸ ਦੇ ਵਿੱਚ ਵੀ ਦੇਖਣ ਨੂੰ ਮਿਲਦਾ, ਲੇਕਿਨ ਡਿਟੇਲ ਦੇ ਵਿੱਚ ਆਪਾਂ ਨੂੰ ਹਾਇਰ ਕਲਾਸਿਸ ਦੇ ਵਿੱਚ ਦੇਖਣ ਨੂੰ ਮਿਲਦਾ। ਤੁਸੀਂ ਕਹੋ ਕਿ ਜੀ ਥੋੜਾ ਜਿਹਾ ਪੜ੍ਹ ਕੇ ਪੇਪਰ ਕਲੀਅਰ ਕਰ ਲਾਂਗੇ, ਪਿਛਲੀ ਵਾਰੀ ਵਧੀਆ ਲੈਵਲ ਦੀ ਆਈ ਸੀ ਈਵੀਐਸ ਆਪਣੀ। ਚਲੋ ਜੀ, ਆ ਵੀ ਕੁਐਸਚਨ ਬਹੁਤ ਵਧੀਆ ਹੈ। Dash of an ecosystem is defined as the rate at which radiant energy is converted into inorganic substances by photosynthesis or chemosynthesis by the primary producers। हालांकि इथे इनऑर्गेनिक नहीं आएगा, है ना, इथे इनऑर्गेनिक नहीं आएगा, है ना। अपने क्वेश्चन ਦੇ ਵਿੱਚ ਮੈਨੂੰ ਲੱਗਦਾ ਹੈ ਉਹਦੇ ਵਿੱਚ ਵੀ ਇਨਆਰਗੈਨਿਕ ਸਬਸਟੈਂਸ ਸੀ, ਲੇਕਿਨ ਇੱਥੇ ਆਏਗਾ ਆਰਗੈਨਿਕ ਸਬਸਟੈਂਸ। ਤਾਂ ਪਹਿਲੀ ਤਾਂ ਚੀਜ਼ ਇਹ ਤੁਸੀਂ ਧਿਆਨ ਦੇ ਵਿੱਚ ਰੱਖਿਓ, ਰੇਡੀਏਂਟ એનર્ਜੀ ਦਾ ਮਤਲਬ ਹੈ ਆਪਣੀ ਸਨਲਾਈਟ।
ਜਦੋਂ ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ ਕੀ ਹੁੰਦਾ ਹੈ ਜੀ CO2 plus H2O ਕੀ ਬਣਦਾ ਆਪਣੇ ਕੋਲ C6H12O6 ਫਟਾਫਟ ਇਹਦਾ ਦੱਸਿਓ ਇਹ ਕੀ ਹੁੰਦਾ ਹੈ C6H12O6 ਦੱਸੋ C6H12O6 ਕੀ ਹੁੰਦਾ ਹੈ ਬਿਲਕੁਲ ਆਪਣਾ ਜਿਹੜਾ C6H12O6 ਹੈ ਉਹ ਕੀ ਹੈ ਤੁਸੀਂ ਕਹੋਗੇ ਜੀ ਭੋਜਨ ਹੈ ਆਹੀ ਤਾਂ ਭੋਜਨ ਬਣ ਰਿਹਾ ਸਾਡੇ ਪਲਾਂਟ ਦੇ ਵਿੱਚ ਪਲੱਸ ਕੀ ਰਿਲੀਜ਼ ਹੋ ਰਿਹਾ ਆਕਸੀਜਨ ਠੀਕ ਹੈ ਤਾਂ ਆਹ ਕੀ ਹੈ ਆਰਗੈਨਿਕ ਸਬਸਟੈਂਸ ਹੈ ਇਨਆਰਗੈਨਿਕ ਨਹੀਂ ਹੈਗਾ ਠੀਕ ਹੈ ਇੱਕ ਚੀਜ਼ ਦਾ ਧਿਆਨ ਰੱਖਿਓ ਮੈਂ ਇੱਥੇ ਦੱਸ ਹੀ ਦੇਣਾ ਤੁਹਾਨੂੰ ਹਿੰਟ ਦੇ ਰਿਹਾ ਆਪਣੇ ਕੋਲ ਇੱਕ ਟਰਮ ਯੂਜ਼ ਹੁੰਦੀ ਹੈ that is known as productivity what is the meaning of productivity ਆਪਣੇ ਲਿਵਿੰਗ ਮੈਟਰ ਨੂੰ ਪ੍ਰੋਡਿਊਸ ਕਰਨ ਦੀ ਦਰ ਬਾਇਓਮਾਸ ਨੂੰ ਪ੍ਰੋਡਿਊਸ ਕਰਨ ਦੀ ਦਰ ਰੇਟ ਆਫ ਬਾਇਓਮਾਸ ਪ੍ਰੋਡਕਸ਼ਨ ਉਹਨੂੰ ਆਪਾਂ ਕੀ ਨਾਮ ਦੇਵਾਂਗੇ that is known as productivity ਹਨਾ ਹੁਣ ਜਿਹੜੀ ਪ੍ਰੋਡਕਟਿਵਿਟੀ ਹੈ ਦੋ ਤਰ੍ਹਾਂ ਦੀ ਹੁੰਦੀ ਹੁਣ ਆਪਾਂ ਕਹਿੰਦੇ ਆ ਜੀ ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ ਤੇ ਉਸ ਪ੍ਰਕਿਰਿਆ ਨਾਲ ਆਪਣੇ ਕੋਲ ਜਿਹੜੇ ਪਲਾਂਟਸ ਉਹ ਕੀ ਕਰਦੇ ਹੈ ਭੋਜਨ ਬਣਾਉਂਦੇ ਹੈ ਬਾਇਓਮਾਸ ਬਣਾਉਂਦੇ ਹੈ ਤਾਂ ਉਸ ਹੋਲ ਸਿਸਟਮ ਨੂੰ ਆਪਾਂ ਕੀ ਬੋਲਦੇ ਹਾਂ that is known as productivity ਠੀਕ ਹੈ ਸੋ ਪ੍ਰੋਡਕਟਿਵਿਟੀ ਇਹ ਬ੍ਰੌਡਰ ਟਰਮ ਹੈ ਇਹਦੇ ਅੰਡਰ ਆਪਣੇ ਕੋਲ ਦੋ ਚੀਜ਼ਾਂ ਆਉਂਦੀਆਂ ਹੈ ਇੱਕ ਹੁੰਦੀ ਹੈ ਪ੍ਰਾਇਮਰੀ ਪ੍ਰੋਡਕਟਿਵਿਟੀ ਤੇ ਇਹਦੇ ਵਿੱਚ ਆਉਂਦਾ ਹੈ ਸੈਕੰਡਰੀ ਪ੍ਰੋਡਕਟਿਵਿਟੀ ਹੁਣ ਧਿਆਨ ਦਿਓ ਦੋ ਚੀਜ਼ਾਂ ਬੋਲੀਆਂ ਇੱਥੇ ਪ੍ਰੋਡਕਟਿਵਿਟੀ ਕੀ ਹੁੰਦੀ ਹੈ ਬਾਇਓਮਾਸ ਪ੍ਰੋਡਕਸ਼ਨ ਦੀ ਦਰ ਕਿਹੜੀ ਦਰ ਨਾਲ ਆਪਣੇ ਕੋਲ ਬਾਇਓਮਾਸ ਬਣ ਰਿਹਾ ਹੈ ਉਹਨੂੰ ਆਪਾਂ ਨਾਮ ਦਿੱਤਾ that is known as productivity ਮੈਂ ਕਿਹਾ ਜੀ ਆਪਣੇ ਕੋਲ ਪਲਾਂਟਸ ਭੋਜਨ ਬਣਾ ਰਹੇ ਆ ਉਹਦੇ ਵਿੱਚ ਭੋਜਨ ਬਣਾਉਣ ਦੀ ਦਰ ਪ੍ਰੋਡਕਟਿਵਿਟੀ ਹੈ ਨਾ ਐਨੀਮਲਸ ਭੋਜਨ ਬਣਾ ਰਹੇ ਆ ਬਣਾਉਣ ਦਾ ਇਨ ਦਾ ਸੈਂਸ ਆਪਾਂ ਪਿੱਛੇ ਫੂਡ ਚੇਨ ਕੀਤਾ ਸੀ ਉਹਦੇ ਵਿੱਚ ਆਪਾਂ ਦੇਖਿਆ ਜਿਹੜੀ ਬੱਕਰੀ ਹੈ ਉਹ ਕਿਹਨੂੰ ਖਾ ਰਹੀ ਹੈ ਤੁਸੀਂ ਕਿਹਾ ਜੀ ਪਲਾਂਟਸ ਨੂੰ ਖਾ ਰਹੀ ਹੈ ਹੁਣ ਪਲਾਂਟਸ ਨੇ ਭੋਜਨ ਬਣਾਇਆ ਉਹ ਉਹਦੀ ਪ੍ਰਾਇਮਰੀ ਪ੍ਰੋਡਕਟਿਵਿਟੀ ਹੈ ਯਾਨੀ ਜਿਹੜਾ ਪਹਿਲਾਂ ਭੋਜਨ ਬਣਾਏਗਾ ਸੂਰਜ ਦੀ ਰੋਸ਼ਨੀ ਨੂੰ ਯੂਜ਼ ਕਰਕੇ ਉਹਨੂੰ ਨਾਮ ਦੇਵਾਂਗੇ ਪ੍ਰਾਇਮਰੀ ਪ੍ਰੋਡਕਟਿਵਿਟੀ ਹੁਣ ਜਿਹੜੀ ਬੱਕਰੀ ਹੈ ਉਹ ਪਲਾਂਟ ਨੂੰ ਖਾ ਰਹੀ ਹੈ ਤੇ ਖਾ ਕੇ ਆਪਦਾ ਭਾਰ ਵਧਾ ਰਹੀ ਹੈ ਤਾਂ ਫਿਰ ਉਹ ਕਿਹਦੇ ਵਿੱਚ ਆਏਗੀ ਸੈਕੰਡਰੀ ਪ੍ਰੋਡਕਟਿਵਿਟੀ ਤਾਂ ਪ੍ਰਾਇਮਰੀ ਪ੍ਰੋਡਕਟਿਵਿਟੀ ਹਮੇਸ਼ਾ ਤੁਹਾਡੇ ਉਤਪਾਦਕ ਯਾਨੀ ਪ੍ਰੋਡਿਊਸਰ ਤੋਂ ਸਟਾਰਟ ਹੋਏਗੀ ਸੈਕੰਡਰੀ ਪ੍ਰੋਡਕਟਿਵਿਟੀ ਹਮੇਸ਼ਾ ਤੁਹਾਡੇ ਕੰਜ਼ਿਊਮਰ ਤੋਂ ਸਟਾਰਟ ਹੋਏਗੀ ਸੋ ਜਿਹੜੀ ਆਪਣੇ ਕੋਲ ਪ੍ਰਾਇਮਰੀ ਪ੍ਰੋਡਕਟਿਵਿਟੀ ਹੈ ਐਕਚੁਅਲ ਦੇ ਵਿੱਚ ਕੀ ਹੈ ਜਿਹੜੇ ਆਪਣੇ ਪਲਾਂਟਸ ਫੂਡ ਫਾਰਮੇਸ਼ਨ ਕਰ ਰਹੇ ਹੈ ਭੋਜਨ ਬਣਾ ਰਹੇ ਹੈ ਸਨਲਾਈਟ ਨੂੰ ਯੂਜ਼ ਕਰਕੇ ਬਾਇਓਮਾਸ ਬਣਾ ਰਹੇ ਹੈ ਤੁਸੀਂ ਐਵੇਂ ਕਹਿ ਸਕਦੇ ਹੋ ਤਾਂ ਪੌਦੇ ਜਿਹੜਾ ਆਪਣਾ ਬਾਇਓਮਾਸ ਬਣਾ ਰਹੇ ਹੈ ਉਹਨੂੰ ਆਪਾਂ ਕੀ ਨਾਮ ਦੇਵਾਂਗੇ that is known as ਪ੍ਰਾਇਮਰੀ ਪ੍ਰੋਡਕਟਿਵਿਟੀ ਐਂਡ ਉਹਨਾਂ ਨੂੰ ਖਾ ਕੇ ਜਿਹੜਾ ਆਪਣੀ ਬੱਕਰੀ weight ਵਧਾ ਰਹੀ ਸੀ ਉਹਨੂੰ ਆਪਾਂ ਕੀ ਬੋਲਾਂਗੇ ਸੈਕੰਡਰੀ ਪ੍ਰੋਡਕਟਿਵਿਟੀ ਤਾਂ ਦੇਖੋ ਕੁਐਸਚਨ ਦੇ ਵਿੱਚ ਇਹੀ ਚੀਜ਼ਾਂ ਪੁੱਛੀਆਂ ਹੋਈਆਂ ਆਪਾਂ ਨੂੰ ਇਕੋਸਿਸਟਮ ਦੀ ਡੈਸ਼ ਉਸ ਨੂੰ ਰੇਟ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸ ਤੇ ਰੇਡੀਐਂਟ ਊਰਜਾ ਨੂੰ ਪ੍ਰਾਇਮਰੀ ਪ੍ਰੋਡਿਊਸਰਾਂ ਵੱਲੋਂ ਫੋਟੋਸਿੰਥੇਸਿਸ ਜਾਂ ਕੀਮੋਸਿੰਥੇਸਿਸ ਨਾਲ ਆਰਗੈਨਿਕ ਸਬਸਟੈਂਸ ਵਿੱਚ ਬਦਲਿਆ ਜਾਂਦਾ ਹੈ ਇੱਥੇ ਆਰਗੈਨਿਕ ਆਏਗਾ ਤਾਂ ਉਹਨੂੰ ਕੀ ਬੋਲਾਂਗੇ ਗ੍ਰੋਸ ਪ੍ਰੋਡਕਟਿਵਿਟੀ ਪ੍ਰਾਇਮਰੀ ਪ੍ਰੋਡਕਟਿਵਿਟੀ ਨੈਟ ਪ੍ਰੋਡਕਟਿਵਿਟੀ ਜਾਂ ਪ੍ਰੋਪੋਰਸ਼ਨਲ ਪ੍ਰੋਡਕਟਿਵਿਟੀ ਇਕੋਲੋਜੀ ਦੇ ਵਿੱਚ ਇਹਦਾ ਕੋਈ ਯੂਜ਼ ਨਹੀਂ ਹੈਗਾ ਆਪਣੇ ਕੋਲ ਆਨਸਰ ਆਏਗਾ ਪ੍ਰਾਇਮਰੀ ਪ੍ਰੋਡਕਟਿਵਿਟੀ ਪ੍ਰਾਇਮਰੀ ਪ੍ਰੋਡਕਟਿਵਿਟੀ ਇੱਕ ਬ੍ਰੌਡ ਟਰਮ ਹੈ ਉਹਦੇ ਵਿੱਚ ਆਪਣੇ ਕੋਲ ਕੀ ਹੈ ਦੋ ਚੀਜ਼ਾਂ ਆਉਂਦੀਆਂ ਹੈ ਇੱਕ ਹੁੰਦਾ ਹੈ ਗ੍ਰੋਸ ਪ੍ਰੋਡਕਟਿਵਿਟੀ ਇੱਕ ਹੁੰਦਾ ਹੈ ਨੈਟ ਪ੍ਰੋਡਕਟਿਵਿਟੀ ਉਹ ਵੀ ਤੁਹਾਨੂੰ ਸਮਝਾ ਦਿੰਦਾ ਮੈਂ ਲਓ ਲੱਗਦੇ ਹੱਥ ਇਹਨੂੰ ਵੀ ਨਿਬੇੜ ਲਈ ਆਪਾਂ ਫਿਰ ਕਿੱਥੇ ਲੱਭਦੇ ਰਾਂਗੇ ਤੁਹਾਨੂੰ ਸਮਝਾਉਣ ਵਾਸਤੇ ਹਨਾ ਚਲੋ ਤਾਂ ਗੱਲ ਹੋ ਰਹੀ ਹੈ ਪ੍ਰਾਇਮਰੀ ਪ੍ਰੋਡਕਟਿਵਿਟੀ ਇੱਕ ਬ੍ਰੌਡ ਟਰਮ ਹੈ ਹਨਾ ਪ੍ਰਾਇਮਰੀ ਪ੍ਰੋਡਕਟਿਵਿਟੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ ਠੀਕ ਹੈ ਇੱਕ ਹੁੰਦੀ ਹੈ ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ
ਇੱਕ ਹੁੰਦੀ ਆ ਆਪਣੇ ਕੋਲ ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ। ਠੀਕ ਹੈ, ਇਹਨੂੰ ਆਪਾਂ GPP ਵੀ ਲਿਖ ਸਕਦੇ ਹਾਂ, ਇਹਨੂੰ ਆਪਾਂ NPP ਵੀ ਲਿਖ ਸਕਦੇ ਹਾਂ। ਤੁਹਾਡੀ ਇੱਛਾ ਹੈ ਤੁਸੀਂ ਪੂਰੀ ਫੁੱਲ ਫਾਰਮ ਲਿਖਣੀ ਹੈ ਜਾਂ ਛੋਟੀ ਫਾਰਮ ਲਿਖਣੀ ਹੈ। ਇਹ ਹੁੰਦਾ ਆਪਣੇ ਕੋਲ ਟੋਟਲ ਕਿੰਨਾ ਬਾਇਓਮਾਸ ਬਣਿਆ ਹੈ। ਇਹਨੂੰ ਨਾ ਤੁਸੀਂ ਐਗਜ਼ਾਮਪਲ ਨਾਲ ਸਮਝ ਸਕਦੇ ਹੋ। ਮੈਂ ਕਿਹਾ ਜੀ ਤੁਹਾਡੀ ਤਨਖਾਹ 50,000 ਹੈ ਨਾ, ਉਸ 50,000 ਦੇ ਵਿੱਚੋਂ ਜਿਹੜਾ ਤੁਹਾਡਾ 5% ਹੈ ਉਹ ਟੈਕਸ ਦੇ ਵਿੱਚ ਚਲਾ ਜਾਂਦਾ ਹੈ। 50,000 ਦਾ 5% ਤੁਹਾਡੇ ਟੈਕਸ ਦੇ ਵਿੱਚ ਚਲਾ ਜਾਂਦਾ ਹੈ। ਕਿੰਨਾ ਚਲਾ ਗਿਆ? 50,000 ਦਾ 5%। ਚਲੋ ਸਿੰਪਲ ਜੀ ਫਿਗਰ ਯਾਦ ਰੱਖਣ ਵਾਸਤੇ ਆਪਾਂ 10% ਲਿਖ ਦਿੰਦੇ ਹਾਂ। ਤਾਂ 50,000 ਦਾ 10% ਸਿੱਧਾ ਸਿੱਧਾ ਕਿੰਨਾ ਹੋ ਗਿਆ? 5,000। ਤੁਸੀਂ ਕਿਹਾ ਜੀ ਮੇਰੀ ਤਨਖਾਹ ਤਾਂ ਹੈਗੀ ਹੈ 50,000, ਲੇਕਿਨ ਉਹਦਾ ਜਿਹੜਾ 5,000 ਹੈ 10% ਹੈ ਉਹ ਟੈਕਸ ਦੇ ਵਿੱਚ ਚਲਾ ਗਿਆ, ਤੇ ਮੇਰੇ ਖਾਤੇ ਵਿੱਚ ਕਿੰਨੇ ਆਏ? ਫਿਰ ਤੁਸੀਂ ਕਹੋਗੇ ਜੀ 45,000। ਇੱਥੋਂ ਤੁਸੀਂ ਆਈਡੀਆ ਲਾ ਲਓ, ਆਹ 50,000 ਕੀ ਸੀਗਾ? ਤੁਹਾਡਾ ਗਰੋਸ, ਜਾਂ ਤੁਸੀਂ TDS ਵਗੈਰਾ ਜੋ ਵੀ ਹੈ ਆਪਣੇ ਕੋਲ ਡਿਡਕਸ਼ਨ ਹੈ ਉਹ ਕੱਟਣਾ ਹੈ ਤਾਂ ਤੁਸੀਂ ਕੱਟ ਸਕਦੇ ਹੋ। ਆਪਾਂ ਟੈਕਸ ਦੇ ਰੂਪ ਦੇ ਵਿੱਚ ਕੱਟ ਲਿਆ, ਤੁਹਾਨੂੰ ਮਿਲ ਜੇਗਾ। ਗਰੋਸ ਕਿੰਨੀ ਹੋਗੀ ਆਪਣੇ ਕੋਲ? 50,000। ਨੈਟ ਤੁਹਾਡੇ ਅਕਾਊਂਟ ਦੇ ਵਿੱਚ ਕਿੰਨੀ ਆਈ? 45,000। ਤਾਂ ਇਹਨੂੰ ਬੋਲਾਂਗੇ ਨੈਟ, ਜੋ ਤੁਹਾਡੇ ਯੂਜ਼ ਕਰਨ ਲਾਇਕ ਹੈ ਤਾਂ 50,000, ਲੇਕਿਨ ਯੂਜ਼ ਕਰਨ ਲਾਇਕ ਕਿੰਨੀ ਹੈ? 45,000। 10% ਕਿੱਥੇ ਗਈ? ਟੈਕਸ ਦੀ ਫਾਰਮ ਦੇ ਵਿੱਚ ਉੱਡ ਗਈ। ਇੱਥੇ ਤੁਸੀਂ ਉਵੇਂ ਹੀ ਗੱਲ ਕਰਨੀ ਹੈ ਭਾਈ, ਜਿਹੜੀ એનર્ਜੀ ਬਣਦੀ ਹੈ, ਜਿਹੜਾ ਬਾਇਓਮਾਸ ਬਣਦਾ ਹੈ, ਟੋਟਲ ਕੁੱਲ ਬਾਇਓਮਾਸ, ਉਹਨੂੰ ਆਪਾਂ ਬੋਲਦੇ ਹਾਂ ਗ੍ਰੋਸ ਪ੍ਰਾਇਮਰੀ ਪ੍ਰੋਡਕਟਿਵਿਟੀ। ਠੀਕ ਹੈ, ਲੇਕਿਨ ਹੁਣ ਜਿਹੜੇ ਪਲਾਂਟ ਖਾਣਾ ਬਣਾ ਰਹੇ ਹੈ, ਕਿ ਉਹਨਾਂ ਨੂੰ ਵਧਣ ਫੁੱਲਣ ਦੀ ਲੋੜ ਨਹੀਂ? ਕਿ ਉਹਨਾਂ ਨੂੰ એનર્ਜੀ ਦੀ ਲੋੜ ਨਹੀਂ? ਤੁਸੀਂ ਕਹੋਗੇ ਬਿਲਕੁਲ ਹੋਏਗੀ ਸਰ। ਸੋ એનર્ਜੀ ਆਏਗੀ ਕਿੱਥੋਂ? ਉਹ ਆਏਗੀ ਰੈਸਪੀਰੇਸ਼ਨ ਤੋਂ। ਸੋ ਜਦੋਂ ਰੈਸਪੀਰੇਸ਼ਨ ਹੋਏਗੀ, ਤੁਹਾਡਾ ਗਲੂਕੋਜ਼ ਟੁੱਟੇਗਾ, ਗਲੂਕੋਜ਼ ਦੇ ਟੁੱਟਣ ਦੇ ਨਾਲ ਹੀ ਤੁਹਾਨੂੰ એનર્ਜੀ ਮਿਲਦੀ ਹੈ। ਸੋ ਆਹ ਜਿਹੜਾ ਰੈਸਪੀਰੇਸ਼ਨ ਹੈ ਮੇਰੇ ਕੋਲ, ਇਸ ਰੈਸਪੀਰੇਸ਼ਨ ਨੂੰ ਮੈਂ ਕੀ ਬੋਲ ਦਿੰਨਾ ਜੀ? ਟੈਕਸ, ਹੈ ਨਾ। ਸੋ ਟੈਕਸ ਦੀ ਫਾਰਮ ਦੇ ਵਿੱਚ ਰੈਸਪੀਰੇਸ਼ਨ ਹੈਗਾ ਆਪਣੇ ਕੋਲ, ਉਹ ਕੱਟਿਆ ਗਿਆ। ਸੋ ਆਪਣੇ ਕੋਲ ਕੀ ਰਹਿ ਗਿਆ ਜੀ? ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ। ਮਤਲਬ ਜਿਹੜੀ ਆਪਣੇ ਕੰਜ਼ਿਊਮਰ ਵਾਸਤੇ ਅਵੇਲੇਬਲ ਹੈਗੀ ਹੈ ਪ੍ਰੋਡਕਟਿਵਿਟੀ, ਉਹਨੂੰ ਆਪਾਂ ਨਾਮ ਦੇਤਾ ਦੈਟ ਇਜ਼ ਨੋਨ ਐਸ ਨੈਟ ਪ੍ਰਾਇਮਰੀ ਪ੍ਰੋਡਕਟਿਵਿਟੀ। ਉਹੀ ਆਪਾਂ ਨੂੰ ਕੁਐਸਚਨ ਦੇ ਵਿੱਚ ਇਹ ਪੁੱਛਿਆ ਹੋਇਆ ਹੈ। ਦੇਖੋ, ਇਕੋਸਿਸਟਮ ਦੀ ਡੈਸ਼ ਨੂੰ ਉਸ ਰੇਟ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸ ਤੇ ਰੇਡੀਐਂਟ ਊਰਜਾ ਨੂੰ ਪ੍ਰਾਇਮਰੀ ਪ੍ਰੋਡਿਊਸਰਾਂ ਵੱਲੋਂ ਫੋਟੋਸਿੰਥੇਸਿਸ ਜਾਂ ਕੀਮੋਸਿੰਥੇਸਿਸ ਨਾਲ ਇਨਆਰਗੈਨਿਕ ਸਬਸਟੈਂਸ ਵਿੱਚ ਬਦਲਿਆ ਜਾਂਦਾ ਹੈ। ਆंसर ਕੀ ਆਏਗਾ? ਪ੍ਰਾਇਮਰੀ ਪ੍ਰੋਡਕਟਿਵਿਟੀ। ਅੱਗੇ ਪਾਰਟ ਨੇ ਗ੍ਰੋਸ ਤੇ ਨੈਟ ਆਪਣੇ ਕੋਲ ਪ੍ਰਾਇਮਰੀ ਪ੍ਰੋਡਕਟਿਵਿਟੀ ਦੇ, ਸੋ ਆंसर ਕੀ ਬਣ ਜਾਏਗਾ ਜੀ? ਪ੍ਰਾਇਮਰੀ ਪ੍ਰੋਡਕਟਿਵਿਟੀ। क्लियर है? चलो तो चलते हैं फिर आप अगले क्वेश्चन पे। बहुत अच्छा क्वेश्चन है भी। प्लांट्स विच ग्रो ऑन लैंड आर कॉल्ड टेरेस्ट्रीयल प्लांट। ठीक है जी, बिल्कुल सही गल है। जो पौधे जमीन ते उगदे हैं उन्हां नूं टेरेस्ट्रीयल प्लांट्स कहा जाता है। टेरेस्ट्रीयल प्लांट्स दी वख-वख किस्मां हन। ठीक है जी, डिफरेंट टाइप्स ऑफ टेरेस्ट्रीयल प्लांट्स। प्लेन्स दे पौधे ਹੇਠ ਲਿਖੀ ਉਦਾਹਰਨ ਨਾਲ ਸਭ ਤੋਂ ਵਧੀਆ ਰਿਪਰੈਜ਼ੈਂਟ ਕੀਤੇ ਜਾ ਸਕਦੇ ਹੈ। ਕਿਹੜੇ ਬੂਟੇ ਆਪਣੇ ਕੋਲ ਕੀ ਹੈ ਜੀ, ਜੋ ਆਪਾਂ ਨੂੰ ਪਲੇਨ ਦੇ ਪਲਾਂਟਸ ਨਾਲ ਆਪਾਂ ਕਹਿ ਸਕਦੇ ਹਾਂ ਉਹਦੇ ਵਜੋਂ ਜਾਣਿਆ ਜਾ ਸਕਦਾ ਹੈ? ਮੈਂਗੋ, ਦਿਓਦਰ, ਕੈਕਟਸ ਜਾਂ ਮੈਂਗਰੂਵ। ਕਰੋ ਵੀ ਫਟਾਫਟ ਆਨਸਰ ਕਰੋ। ਬੜਾ ਸਿੰਪਲ ਜਿਹਾ ਕੁਐਸਚਨ ਹੈ, ਸਿੰਪਲ ਜਿਹਾ ਲੌਜੀਕ ਲਗਾਣਾ ਆਪਾਂ ਇਹਦੇ ਵਿੱਚ। ਠੀਕ ਹੈ, 1 ਮਿੰਟ ਦਾ ਵੇਟ ਕਰੋ। बोलो भी की आंसर आएगा दा? Plants which grow on land are called terrestrial plants. There are different types of terrestrial plants. The plants
of plains can be best represented by following example। ਤਾਂ ਸਿਰਫ ਤੁਸੀਂ ਦੱਸਣਾ ਪਲੇਨ ਜਿਹੜੇ ਆਪਣੇ ਕੋਲ ਹੁੰਦੇ ਆ, ਪਲੇਨ ਦੇ ਪੌਦੇ ਕੌਣ ਰਿਪਰੈਜ਼ੈਂਟ ਕਰਦਾ ਹੈ? ਦੇਵਦਾਰ, ਕੈਕਟਸ ਜਾਂ ਮੈਂਗਰੋਵਸ। ਤਾਂ ਕੈਕਟਸ ਤਾਂ ਤੁਸੀਂ ਕਹਿੰਦੇ ਹੋ ਜੀ ਪਲੇਨ ਤੇ ਨਹੀਂ ਹੁੰਦਾ, ਰੇਗਿਸਤਾਨ ਦੇ ਵਿੱਚ ਹੁੰਦਾ ਹੈ ਨਾ। ਮੈਂਗਰੋਵਸ ਖਾਰੇ ਪਾਣੀ ਵਾਲੇ ਇਲਾਕੇ ਤੇ। ਹੁਣ ਦੇਖੋ ਪਾਣੀ ਵਾਲਾ ਇਲਾਕਾ ਆ ਗਿਆ ਤਾਂ ਮੈਦਾਨੀ ਇਲਾਕਾ ਤਾਂ ਹੈ ਨਹੀਂ। ਦੇਵਦਾਰ ਆਪਾਂ ਨੂੰ ਇੱਕ ਹੀ ਦਿਖ ਰਿਹਾ ਮੈਂਗੋ, ਮੈਂਗੋ ਹੀ ਆਪਣੇ ਕੋਲ ਪਲੇਨ ਤੇ ਹੁੰਦਾ ਹੈ, ਟੈਰੇਸਟਰੀਅਲ ਪਲਾਂਟ ਜਿਹਨੂੰ ਆਪਾਂ ਬੋਲ ਸਕਦੇ ਹਾਂ, ਹੈ ਨਾ। ਬੋਲੋ ਜੀ ਦੇਵਦਾਰ ਕਿੱਥੇ ਹੁੰਦਾ ਹੈ? ਤੁਸੀਂ ਕਹੋਗੇ ਜੀ ਦੇਵਦਾਰ ਸਾਡਾ ਕੀ ਹੈ? ਇੱਕ ਪਹਾੜੀ ਪੌਦਾ ਹੈ, ਦੇਵਦਾਰ ਜਿਹਨੂੰ ਬੋਲਦੇ ਆ, ਹਨਾ। ਇਹ ਪਹਾੜੀ ਪੌਦਾ ਹੈ, ਇਹ ਰੇਗਿਸਤਾਨੀ, ਹਨਾ। ਇਹ ਆਪਣੇ ਕੋਲ ਖਾਰੇ ਪਾਣੀ ਦੇ ਵਿੱਚ, ਤੇ ਅੰਬ ਹੀ ਕੀ ਹੈ ਜੀ ਆਪਣਾ ਇੱਕ ਟੈਰੇਸਟਰੀਅਲ ਪਲਾਂਟ ਹੈ। ਚਲੋ ਫਟਾਫਟ ਕਰੀਏ ਆਨਸਰ ਅਗਲਾ। ਚੂਜ਼ ਦਾ ਕਰੈਕਟ ਸਟੇਟਮੈਂਟ ਆਫ ਦਾ ਫੋਲੋਇੰਗ। ਆਪਾਂ ਸਹੀ ਜਿਹੜੀ ਸਟੇਟਮੈਂਟ ਆ ਉਹਨੂੰ ਚੁਣਨਾ ਹੈ। WHO that is World Health Organization, WWF that is World Wildlife Federation, FAO Food Additives Organization ਤੇ UNDP that is United Nation Development Policy। ਇਹਨਾਂ ਦੇ ਵਿੱਚੋਂ ਦੱਸਣਾ ਹੈ ਕਿਹੜੀ ਫੁੱਲ ਫਾਰਮ ਆਪਣੇ ਕੋਲ ਕਰੈਕਟ ਹੈ। ਹੁਣ ਇੱਕ ਤਾਂ ਤੁਹਾਨੂੰ ਪਤਾ ਹੈ WHO ਕੀ ਹੁੰਦਾ ਆਪਣੇ ਕੋਲ? ਵਰਲਡ ਹੈਲਥ ਆਰਗੇਨਾਈਜੇਸ਼ਨ, ਹੈ ਨਾ। ਤਾਂ ਬਾਕੀ ਤਿੰਨੋਂ ਦੇਖੋ, ਆਨਸਰ ਕਰੋ ਕਿਹੜੀ ਸਟੇਟਮੈਂਟ ਆਪਣੇ ਕੋਲ ਸਹੀ ਹੈ। ਕਿ ਕੱਲਾ R ਸਹੀ ਹੈ, R ਤੇ S ਦੋਨੋਂ ਸਹੀ ਨੇ, ਸਿਰਫ T ਸਹੀ ਹੈ। T ਤਾਂ ਆਪਾਂ ਨਹੀਂ ਕਹਿ ਸਕਦੇ ਨਾ, ਓਨਲੀ T is correct, ਕਿਉਂਕਿ ਆ ਵੀ ਸਹੀ ਹੈ ਆਪਣੇ ਕੋਲ। all R S T and U are correct। ਕਰੋਗੀ ਕੀ ਆਨਸਰ ਆਏਗਾ ਇਸ ਕੁਐਸਚਨ ਦਾ ਆਪਣੇ ਕੋਲ? ਬੋਲੋ ਵੀ। ਹਿੰਟ ਦੇਦਾ ਤੁਹਾਨੂੰ ਮੈਂ। ਆਪਾਂ ਇੱਕ ਆਰਗੇਨਾਈਜੇਸ਼ਨ ਪੜ੍ਹਦੇ ਹੁੰਦੇ ਆ, ਵਰਲਡ ਹੈਲਥ ਆਰਗੇਨਾਈਜੇਸ਼ਨ WHO। ਬਾਕੀ ਦੇਖੋ ਕੀ ਹੈ, WWF ਵਾਈਲਡ ਲਾਈਫ ਫੈਡਰੇਸ਼ਨ ਹੁੰਦਾ ਹੈ, ਫੂਡ ਐਡਿਟਿਵ ਆਰਗੇਨਾਈਜੇਸ਼ਨ ਹੁੰਦਾ ਹੈ, ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪਾਲਿਸੀ ਹੁੰਦਾ ਹੈ। चलो तो बिल्कुल आही सही है, वर्ल्ड हेल्थ ऑर्गेनाइजेशन। अब बाकी सारे की ने अपने को गलत है, सो ओनली आर इज करेक्ट। चलो वन डे व्हेन अनीशा's mother was cooking food, एक दिन अनीशा दी जिहड़ी मदर है वो भोजन बना रही है। अनीशा asked her if she could help her, वो पूछदी है कि मम्मी मैं थोड़ी मदद करा। Her mother asked Anisha to wash rice in a bowl with water। अनीशा दी मम्मी ਉਹਨੂੰ ਕਹਿੰਦੀ ਹੈ ਬਿਲਕੁਲ ਤੂੰ ਇੱਕ ਬਾਉਲ ਲੈ ਲੈ ਤੇ ਉਹਦੇ ਵਿੱਚ ਚਾਵਲ ਭੇ ਦੇ, ਇਹ ਚਾਵਲ ਸਾਫ਼ ਕਰ ਲੈ ਉਹਦੇ ਨਾਲ। She then told her to pour the used water for plants in their garden। ਉਹ ਕਹਿੰਦੀ ਹੈ ਜੀ ਜਿਹੜੇ ਬਾਉਲ ਦੇ ਵਿੱਚ ਤੂੰ ਪਾਣੀ ਨਾਲ ਚਾਵਲ ਸਾਫ਼ ਕੀਤੇ ਹੈ ਉਸ ਪਾਣੀ ਨੂੰ ਐਵੇਂ ਨਹੀਂ ਸੱਟਣਾ, ਉਸ ਪਾਣੀ ਨੂੰ ਕਿਹਦੇ ਵਿੱਚ ਪਾਉਣਾ ਜੀ? ਗਾਰਡਨ ਦੇ ਵਿੱਚ ਪਾ ਦੇ ਜਾ ਕੇ ਪੌਦਿਆਂ ਨੂੰ। The major reason for which Anisha's mother instructed Anisha was, ਇਹੋ ਜਿਹਾ ਕੀ ਕਾਰਨ ਸੀਗਾ ਜਿਹਦੇ ਕਰਕੇ ਅਨੀਸ਼ਾ ਦੀ ਮਦਰ ਨੇ ਅਨੀਸ਼ਾ ਨੂੰ ਕਿਹਾ ਵੀ ਤੂੰ ਜਿਹੜਾ ਪਾਣੀ ਹੈਗਾ ਉਹ ਕਿਹਦੇ ਵਿੱਚ ਪਾ? ਪੌਦਿਆਂ ਦੇ ਵਿੱਚ ਜੋ ਆਪਣੇ ਗਾਰਡਨ ਦੇ ਵਿੱਚ ਲੱਗੇ ਹੋਏ ਆ। ਅਨੀਸ਼ਾ's mother wanted to teach her the method of water conservation। ਹੁਣ ਪਾਣੀ ਸੱਟ ਰਹੀ ਹੈ, ਯੂਜ਼ ਕੀਤਾ ਹੋਇਆ ਪਾਣੀ, ਕਿ ਉਹ ਪਾਣੀ ਨੂੰ ਬਚਾਉਣ ਦੀ ਗੱਲ ਕਰ ਰਹੀ ਹੈ? ਬਿਲਕੁਲ ਨਹੀਂ ਕਰ ਰਹੀ। ਰਾਈਸ ਵਾਟਰ ਇਜ਼ ਰਿਚ ਸੋਰਸ ਆਫ ਨਿਊਟ੍ਰੀਐਂਟਸ ਫॉर ਪਲਾਂਟਸ ਇਨ ਦ ਗਾਰਡਨ। ਹਾਂ ਇਹਨੂੰ ਹੋਲਡ ਤੇ ਰੱਖ ਲੈਂਦੇ ਆਪਾਂ, ਬਾਕੀ ਤੁਸੀਂ ਆਨਸਰ ਕਰਨਾ। Anisha's mother wanted that Anisha should see and know about the plants in the garden। अच्छा मैं कहती भी हाँ अनीशा ना अपने बाग ਦੇ ਵਿੱਚ ਜਾਵੇ, ਗਾਰਡਨ ਦੇ ਵਿੱਚ ਜਾਵੇ, ਬਗੀਚੇ ਦੇ ਵਿੱਚ ਤੇ ਦੇਖੇ ਕਿਹੜੇ ਕਿਹੜੇ ਪਲਾਂਟਸ ਨੇ। ਇਹ none of these। ਕਰੋ ਹੁਣ ਆਨਸਰ ਕੀ ਆਏਗਾ? ਪੰਜਾਬੀ ਚ ਪੜ੍ਹਨਾ ਤਾਂ ਪੰਜਾਬੀ ਚ ਪੜ੍ਹ ਲਓ। ਇੱਕ ਦਿਨ ਜਦੋਂ ਅਨੀਸ਼ਾ ਦੀ ਮਾਂ ਭੋਜਨ ਬਣਾ ਰਹੀ ਸੀ, ਅਨੀਸ਼ਾ ਨੇ ਉਸ ਨੂੰ ਪੁੱਛਿਆ ਕਿ ਉਹ ਉਸ ਦੀ ਮਦਦ ਕਰ ਸਕਦੀ ਹੈ। ਉਹਦੀ ਮਾਂ ਨੇ ਕਿਹਾ ਬਿਲਕੁਲ ਕਰ ਸਕਦੀ ਹੈ। ਸੋ ਉਸ ਦੀ ਮਾਂ ਨੇ ਅਨੀਸ਼ਾ ਨੂੰ ਇੱਕ ਕਟੋਰੇ ਵਿੱਚ ਪਾਣੀ ਨਾਲ ਚਾਵਲ ਧੋਣ ਲਈ ਕਿਹਾ। ਫਿਰ ਉਸਨੇ ਉਸ ਨੂੰ ਵਰਤੇ ਹੋਏ ਪਾਣੀ ਨੂੰ ਆਪਣੇ ਬਾਗ ਵਿੱਚ ਪੌਦਿਆਂ ਲਈ ਡੋਲਣ ਲਈ ਕਿਹਾ। ਅਨੀਸ਼ਾ ਦੀ ਮਾਂ ਨੇ ਅਨੀਸ਼ਾ ਨੂੰ ਇੰਸਟਰਕਟ ਕੀਤਾ, ਉਸ ਦਾ ਮੇਜਰ ਰੀਜ਼ਨ ਕੀ ਹੈ? ਅਨੀਸ਼ਾ ਦੀ ਮਾਂ ਉਸ ਨੂੰ ਪਾਣੀ ਸੰਭਾਲ ਦਾ ਤਰੀਕਾ ਸਿਖਾਉਣਾ ਚਾਹੁੰਦੀ ਸੀ? ਨਹੀਂ। ਚਾਵਲ ਦਾ ਪਾਣੀ ਬਾਗ ਵਿੱਚ ਪੌਦਿਆਂ ਲਈ ਨਿਊਟ੍ਰੀਐਂਟਸ ਦਾ ਰਿਚ ਸੋਰਸ ਹੈ, ਬਿਲਕੁਲ ਹੋਏਗਾ, ਕਿਉਂਕਿ ਚਾਵਲ ਦੇ ਵਿੱਚ ਸਟਾਰਚ ਹੁੰਦਾ ਹੈ ਨਾ।
ਅਨੀਸ਼ਾ ਦੀ ਮਾਂ ਚਾਹੁੰਦੇ ਸੀ ਕਿ ਨਿਸ਼ਾ ਬਾਗ ਵਿੱਚ ਲੱਗੇ ਹੋਏ ਪੌਦੇ ਵੇਖੇ ਅਤੇ ਜਾਣੇ ਨਹੀਂ, ਇਹਨਾਂ ਵਿੱਚੋਂ ਕੋਈ ਨਹੀਂ। ਸੋ ਆਨਸਰ ਕੀ ਆ ਜਾਏਗਾ? ਆਪਸ਼ਨ ਨੰਬਰ, ਲਓ ਜੀ। ਚਰਨੋਬਾਈਲ nuclear disaster occurred on 26th April 1986। ਚਰਨੋਬਾਈਲ ਨਿਊਕਲੀਅਰ ਡਿਜ਼ਾਸਟਰ ਹੋਇਆ ਸੀਗਾ 26 ਅਪ੍ਰੈਲ 1986 ਦੇ ਵਿੱਚ। ਕਿਹੜੀ ਕੰਟਰੀ ਦੇ ਵਿੱਚ ਹੋਇਆ ਸੀ? ਯੂਕਰੇਨ ਦੇ ਵਿੱਚ, ਇਜ਼ਰਾਈਲ ਦੇ ਵਿੱਚ, ਨੀਦਰਲੈਂਡ ਦੇ ਵਿੱਚ ਜਾਂ ਜਾਪਾਨ ਦੇ ਵਿੱਚ? ਕਰੋ ਵੀ, ਤੁਹਾਡਾ ਸਟੈਟਿਕ ਜੀਕੇ ਦਾ ਵੀ ਕੁਐਸਚਨ ਹੈ, ਈਵੀਐਸ ਦਾ ਵੀ ਕੁਐਸਚਨ ਹੈ ਆਪਣਾ, ਹਨਾ। ਕਰੋ ਵੀ, ਕਰੋ ਫਟਾਫਟ ਆਨਸਰ ਕਰੋ। सो यूक्रेन, इजराइल, नीदरलैंड या जापान? फटाफट आंसर करो भी, की आएगा इस क्वेश्चन का अपने को आंसर? यूक्रेन आएगा, इजराइल आएगा, नीदरलैंड आएगा या अपने को जापान आएगा? यूक्रेन उदों का अपना यूएसएसआर, यूनाइटेड सोवियत सोशलिस्ट रिपब्लिक, है ना। उत्थे की अपने को रेडिएशंस लीक हुई सी, ब्लास्ट होया सीगा अपने को, रेडिएशंस लीक हुई सी। सो यह जो अपने को चरनोबाइल न्यूक्लीयर डिजास्टर है 26 अप्रैल 1986 ਨੂੰ ਕਿਹਦੇ ਵਿੱਚ ਹੋਇਆ ਸੀ? ਯੂਕਰੇਨ ਦੇ ਵਿੱਚ ਹੋਇਆ ਸੀ। ਇਹਦੇ ਵਿੱਚ ਇਦਾਂ ਦਾ ਕੋਈ ਸਿਸਟਮ ਨਹੀਂ ਹੋਇਆ, ਇਹਦੇ ਵਿੱਚ ਵੀ ਨਹੀਂ ਹੋਇਆ, ਇਹਦੇ ਵਿੱਚ ਵੀ ਇਹ ਚਰਨੋਬਾਈਲ ਨਿਊਕਲੀਅਰ ਡਿਜ਼ਾਸਟਰ ਆਪਣੇ ਕੋਲ ਲਗਭਗ ਨਹੀਂ ਹੋਇਆ, ਹਨਾ। ਇਹਦੇ ਵਿੱਚ ਆਪਾਂ 2011 ਦੀ ਕੋਈ ਕਹਾਣੀ ਦੇਖਦੇ ਹਾਂ। ਕਲੀਅਰ ਹੈ? ਚਲੋ select the incorrect statement from the following. The dark colored humus found in topmost layer of the soil makes the soil fertile। ਇਨਕਰੈਕਟ ਕੱਢਣੀ ਹੈ ਦੇ ਵਿੱਚ, ਗਲਤ ਸਟੇਟਮੈਂਟ ਕਿਹੜੀ ਹੈ? ਜਿਹੜਾ ਮਿੱਟੀ ਦੀ ਉੱਪਰਲੀ ਲੇਅਰ ਵਿੱਚ ਮਿਲਦਾ ਗੂੜਾ ਰੰਗ ਵਾਲਾ ਹਿਊਮਸ ਮਿੱਟੀ ਨੂੰ ਉਪਜਾਊ ਬਣਾਉਂਦਾ ਹੈ। ਤੁਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹੋ, ਹਿਊਮਸ ਹੀ ਆਪਣੇ ਸੋਇਲ ਨੂੰ ਫਰਟੀਲਿਟੀ ਪ੍ਰੋਵਾਈਡ ਕਰਦਾ ਹੈ। Afforestation protect the soil from erosion। ਕੀ ਵਨੀਕਰਨ ਮਿੱਟੀ ਨੂੰ ਇਰੋਜ਼ਨ ਤੋਂ ਬਚਾਉਂਦਾ ਹੈ? ਬਿਲਕੁਲ ਠੀਕ ਹੈ, ਇਹ ਵੀ ਠੀਕ ਹੈ। ਆਪਾਂ ਗਲਤ ਲੱਭਣੀ ਹੈ ਸਟੇਟਮੈਂਟ, ਤਾਂ ਕਿਤੇ ਸਹੀ ਵੇਖਿਆ ਵੀ ਹਾਂ ਸਹੀ ਹੈ, ਟਿਕ ਨਾ ਕਰ ਦਿਓ ਨਾਲ ਦੀ ਨਾਲ, ਠੀਕ ਹੈ। chemical fertilizers are less harmful than the organic manures। ਲਓ ਜੀ, ਇਹਨੂੰ ਹੋਲਡ ਤੇ ਰੱਖ ਲਓ। overgrazing is one of the cause of soil erosion। overgrazing ਜਦੋਂ ਆਪਾਂ ਕਹਿੰਦੇ ਆ ਕਿਸੇ ਵੀ ਆਪਾਂ ਕੈਟਲ ਨੂੰ, ਹਨਾ, ਰੋਮੀਨੈਂਟਸ ਨੂੰ ਆਪਾਂ ਚਰਾਉਣ ਵਾਸਤੇ ਭੇਜ ਦਈਏ, ਤਾਂ ਕੀ overgrazing ਆਪਣੀ ਜਿਹੜੀ ਮਿੱਟੀ ਦੀ ਉੱਪਰਲੀ ਪਰਤ ਹੈ, ਫਰਟਾਈਲ ਲੇਅਰ ਹੈ, ਉਹ ਚਲੀ ਜਾਂਦੀ ਹੈ ਉੱਥੋਂ? ਤੁਸੀਂ ਕਹੋਗੇ ਬਿਲਕੁਲ ਚਲੀ ਜਾਂਦੀ ਹੈ। ਮੇਨ ਕਾਰਨ ਹੈ ਸੋਇਲ ਇਰੋਜ਼ਨ ਦਾ। ਜਿਹੜਾ ਉਹਨੇ ਹੋਲਡ ਕਰਕੇ ਰੱਖਿਆ ਹੁੰਦਾ ਆਪਣੇ ਘਾਹ ਵਗੈਰਾ ਨੇ ਜਾਂ ਬੂਟਿਆਂ ਵਗੈਰਾ ਨੇ, ਉਹ ਹੋਲਡ ਚਲਾ ਜਾਂਦਾ ਹੈ, ਮਿੱਟੀ ਦਾ ਕਟਾਅ ਸ਼ੁਰੂ ਹੋ ਜਾਂਦਾ ਹੈ। ਫਿਰ ਤਾਂ ਦੱਸੋ ਫਿਰ ਕੀ ਆਨਸਰ ਆਏਗਾ ਇਸ ਕੁਐਸਚਨ ਦਾ? The dark colored humus found in the topmost layer of the soil makes the soil fertile। Definitely 100% true। Afforestation protect the soil from erosion। Definitely true। Chemical fertilizers are less harmful than the organic manure। Totally wrong। ਹਰੀ ਖਾਦ ਹੈ ਭਾਈ, ਆਰਗੈਨਿਕ ਮੈਨਿਓਰ ਹੈ, ਤੁਸੀਂ ਹਨਾ, ਉਹਦੇ ਤੋਂ ਸੇਫ ਕੀ ਚੀਜ਼ ਹੋ ਸਕਦੀ ਹੈ? ਤੁਸੀਂ ਤਾਂ ਇਹਨੂੰ ਹੀ ਮਾੜਾ ਬਣਾਤਾ। तो ਇਹ ਮਾੜਾ ਨਹੀਂ ਹੈ, ਮਾੜਾ ਕੌਣ ਹੈ? ਕੈਮੀਕਲ ਫਰਟੀਲਾਈਜ਼ਰ। ਸੋ ਇਹ ਗਲਤ ਸਟੇਟਮੈਂਟ ਲਿਖੀ ਹੋਈ ਹੈ। ਕੈਮੀਕਲ ਫਰਟੀਲਾਈਜ਼ਰ ਆਰਗੈਨਿਕ ਮੈਨਿਓਰ ਨਾਲੋਂ ਘੱਟ ਹਾਨੀਕਾਰਕ ਹੈ? ਨਹੀਂ, ਵੱਧ ਹਾਨੀਕਾਰਕ ਨੇ। ਵੱਧ ਕੀ, ਆਰਗੈਨਿਕ ਮੈਨਿਓਰ ਤਾਂ ਚਲੋ ਹੈ ਹੀ ਬਹੁਤ ਵਧੀਆ ਆਪਣੀ ਮਿੱਟੀ ਲਈ। ਸੋ ਆਨਸਰ ਕੀ ਆ ਜਾਏਗਾ ਗਲਤ ਆਪਸ਼ਨ ਦੇ ਵਿੱਚ? ਆਪਸ਼ਨ ਨੰਬਰ 3। ਠੀਕ ਹੈ, ਚਲੋ ਅੱਜ ਇੰਨਾ ਹੀ ਕਰਦੇ ਆ। 20 ਕੁਐਸਚਨ ਹੀ ਕਰਦੇ ਆ, 10 ਕੁਐਸਚਨ ਜਿਹੜੇ ਰਹਿ ਗਏ ਉਹ ਆਪਾਂ ਨੈਕਸਟ ਸੈਸ਼ਨ ਦੇ ਵਿੱਚ ਕਰਾਂਗੇ। ਸੋ ਬੋਲੋ ਵੀ ਇਹ ਜਿਹੜਾ ਲੈਕਚਰ ਹੈ, ਇਹ ਸੈਸ਼ਨ ਹੈ, ਤੁਹਾਨੂੰ ਪਸੰਦ ਆਇਆ? ਜਿੰਨੇ ਵੀ ਕੁਐਸਚਨਸ ਆਪਾਂ ਡਿਸਕਸ ਕੀਤੇ, ਕਿ ਸਾਰੇ ਕੁਐਸਚਨਸ ਤੁਹਾਡੇ ਸਮਝ ਆਏ?
ਬੋਲੋ। ਸੋ ਇਦਾਂ ਹੀ ਆਪਾਂ ਆਪਣੇ ਬੈਚ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਪੜਾਂਗੇ। ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਡਾਊਟ ਹੈ ਉਹ ਆਪਾਂ ਡਾਊਟ ਨਹੀਂ ਰਹਿਣ ਦੇਵਾਂਗੇ। ਤਾਂ ਫਿਰ ਤੋਂ ਕਹਿ ਰਿਹਾ ਹਾਂ, ਜਿਹੜਾ ਚੈਨਲ ਤੇ ਨਵਾਂ ਹੈ, ਫਸਟ ਵਾਰ ਦੇਖ ਰਿਹਾ ਹੈ ਚੈਨਲ ਨੂੰ, ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਹੈ। ਤੁਹਾਡੀ ਕੁਐਰੀ ਹੁੰਦੀ ਹੈ ਕਿਸੇ ਵੀ ਪ੍ਰਕਾਰ ਦੀ ਤਾਂ ਸਾਡਾ ਨੰਬਰ ਲਿਖਿਆ ਹੋਇਆ ਇੱਥੇ, ਤੁਸੀਂ ਇਸ ਗਿਵਨ ਨੰਬਰ ਤੇ ਕੰਟੈਕਟ ਕਰ ਸਕਦੇ ਹੋ, that is 9173434434। ਠੀਕ ਹੈ, ਕਿਸੇ ਵੀ ਤਰ੍ਹਾਂ ਦੀ ਕੁਐਰੀ ਹੁੰਦੀ ਹੈ, ਕੋਈ ਬੈਚ ਦੇ ਰਿਗਾਰਡਿੰਗ ਕੁਐਰੀ ਲੈਣੀ ਹੈ, ਤੁਸੀਂ ਕਿਸੇ ਹੋਰ ਕੋਰਸ ਵਿੱਚ ਜੁਆਇਨ ਕਰਨਾ ਹੈ ਨਾ, ਮਾਸਟਰ ਕੈਡਰ ਹੋ ਗਿਆ, ਸਾਡਾ ਈਟੀਟੀ ਕੈਡਰ ਹੋ ਗਿਆ, ਪੀਐਸ ਸਟੈਟ ਹੋ ਗਿਆ, ਤਾਂ ਤੁਸੀਂ ਇੱਥੋਂ ਜਾਣਕਾਰੀ ਲੈ ਸਕਦੇ ਹੋ। ਠੀਕ ਹੈ, ਚਲੋ। ਤਾਂ ਲੈਕਚਰ ਅਗਰ ਪਸੰਦ ਆਇਆ ਹੋਵੇ, ਇਹਨੂੰ ਸ਼ੇਅਰ ਕਰਨਾ ਹੈ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਲਾਈਕ ਵੀ ਕਰਨਾ ਹੈ ਸੈਸ਼ਨ ਨੂੰ। ਸੋ ਠੀਕ ਹੈ ਜੀ, ਫਿਰ ਮਿਲਦੇ ਹਾਂ ਆਪਾਂ ਅਗਲੇ ਸੈਸ਼ਨ ਦੇ ਵਿੱਚ। ਥੈਂਕ ਯੂ ਸੋ ਮਚ, ਆਲ ਦਾ ਬੈਸਟ, ਬਾਏ ਬਾਏ, ਟੇਕ ਕੇਅਰ। ਐਂਡ ਥੈਂਕਸ ਫॉर ਵਾਚਿੰਗ। ਠੀਕ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਲੈਕਚਰ ਨੂੰ ਵੇਖਣ ਵਾਸਤੇ। ਠੀਕ ਹੈ ਜੀ।